ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਅੱਜ ਸੰਗਤਾਂ ਲੇਟ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਹੋਰ ਨੀਚੇ ਸਾਹਿਬ क्या बनता है? बस बढ़िया जी, महाराज ने मेहर की है, संगत बख्शी है, बस यही कृपा है मालिक का। वाहिगुरू जी का खालसा वाहिगुरू जी की फतेह। ਕੀ ਵਿਚਾਰ? ਹਾਂਜੀ मामा जी फतेह बुला रहे ਤੁਹਾਨੂੰ। गोरकी साहब मामा जी फतेह बुला रहे ਤੁਹਾਨੂੰ। ਵਾਹਿਗੁਰੂ ਜੀ ਕੀ ਫਤਿਹ। जी साहब मेरी आवाज आ रही है? हाँ जी हाँ जी बढ़िया आ रही जी, बिल्कुल बढ़िया आ रही है। हाँ मैं भलाई जवाब देता हूँ, लगता है वो नेटवर्क की प्रॉब्लम है। मामा जी वाहिगुरू जी का खालसा तो वाहिगुरू जी की वाहिगुरू जी का खालसा वाहिगुरू जी की फतेह। नहीं ठीक चल रहा है, बहुत ठीक है नेट। वाहिगुरू जी खालसा वाहिगुरू जी की फतेह जी। माइक की प्रॉब्लम है मेरी। शुरू करिए गोरकी साहब। ਉਹਨਾਂ ਦਾ ਕਨੈਕਸ਼ਨ ਕੱਟ ਗਿਆ ਜੀ। ਅੱਜ ਆਪਾਂ ਆਨੰਦ ਸਾਹਿਬ ਜਿਹੜਾ ਹੈਗਾ। ਹਾਂਜੀ ਹਾਂਜੀ ਸ਼ੁਰੂ ਕਰ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਜੀ। ਚਲੋ ਮਾਮੇ ਨੂੰ ਫਿਰ ਫਤਿਹ ਬੁਲਾ ਦੇ ਰਿਹਾ, ਪਰ ਲੱਗਦਾ ਆਵਾਜ਼ ਦੀ ਪ੍ਰੋਬਲਮ ਨਹੀਂ ਸੁਣ ਲਈ ਉਹਨਾਂ ਨੇ। ਹਾਂਜੀ ਸੁਣ ਲਈ, ਆ ਗਈ ਸੀਗੀ ਤੁਹਾਡੀ ਆਵਾਜ਼। ਅਸੀਂ ਅੱਜ ਜਿਹੜੇ ਹੈਗੇ ਆ 918 ਅੰਗ ਤੇ ਹੋਵਾਂਗੇ ਜੀ। ਇਹ 917 ਤੋਂ ਲੈ ਕੇ 922 ਤੱਕ ਹੈਗਾ ਆਨੰਦ ਸਾਹਿਬ। ਤੀਸਰੀ ਪਾਤਸ਼ਾਹੀ ਦੀ ਬਾਣੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਜਿਹੜੀ ਹੈਗੀ ਆਪਾਂ ਇਹ ਬਾਣੀ ਨੂੰ ਹਰ ਮੌਕੇ ਦੇ ਉੱਤੇ ਇਹਨੂੰ ਬਾਣੀ ਨੂੰ ਇਹਦਾ ਪਾਠ ਕੀਤਾ ਜਾਂਦਾ ਹੈ, ਇਹਦਾ ਕੀਰਤਨ ਕੀਤਾ ਜਾਂਦਾ ਹੈ ਸੁੱਖ ਔਰ ਦੁੱਖ ਹਰੇਕ ਅਵਸਰ ਦੇ ਉੱਤੇ। ਔਰ ਇਹ ਬਾਣੀ ਜਿਹੜੀ ਹੈਗੀ ਸਿੱਧੀ ਜਿਹੜੀ ਹੈਗੀ ਇਹ ਪੂਰੀ ਦੀ ਪੂਰੀ ਯਾਤਰਾ ਹੈਗੀ, ਧਿਆਨ ਸਿਮਰਨ ਦੀ ਯਾਤਰਾ। ਗੁਰੂ ਹੈਗਾ, ਮਾਫ ਕਰਨਾ ਜੀ, ਗੁਰੂ ਦਾ ਗਿਆਨ ਜਿਹੜਾ ਹੈਗਾ, ਗੁਰੂ ਤੋਂ ਗਿਆਨ ਲੈ ਕੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੀ ਆਤਮਿਕ ਮਾਫ ਕਰਨਾ ਜੀ ਆਤਮਿਕ ਮੰਡਲ ਦੀ ਜਿਹੜੀ ਹੈਗੀ ਆਤਮਾ ਦੀ ਯਾਤਰਾ ਹੈਗੀ। ਤੇ ਇਹਦਾ ਆਪਾਂ 6ਵਾਂ ਜਿਹੜਾ ਹੈਗਾ ਲੈ ਰਹੇ ਹਾਂ ਅੰਕ। ਸਾਚੀ ਲਿਵੈ ਬਿਨ ਦੇਹ ਨਿਮਾਣੀ। महाराज कह रहे हैं कि परमात्मा की जिहड़ी हैगी आ भगती तो बगैर माफ करना जी मेरे गले च बहुत खराश होने लग गई। साची लिवै बिन देह निमाणी, देह निमाणी लिवै बाजों क्या करे बेचारिया। ਕਹਿੰਦੇ ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਨਾਲ ਪਿਆਰ ਪਾਉਣ ਤੋਂ ਬਗੈਰ ਇਹ ਜਿਹੜਾ ਤੈਨੂੰ ਸਰੀਰ ਮਿਲਿਆ ਹੋਇਆ ਆ, ਇਹ ਮਨੁੱਖਾ ਦੇਹੀ ਮਿਲੀ ਹੋਈ ਆ, ਇਹ ਜਿਹੜੀ ਹੈਗੀ ਆ ਇਹ ਕਿਸੇ ਵੀ ਕੰਮ ਦੀ ਨਹੀਂ ਹੈਗੀ। ਇਹਦਾ ਕੋਈ ਮਾਣ ਨਹੀਂ ਹੈਗਾ, ਇਹ ਕਿਸੇ ਕੰਮ ਦੀ ਨਹੀਂ ਹੈ। ਤੈਨੂੰ ਮਿਲੀ ਨਹੀਂ ਮਿਲੀ ਇੱਕ ਬਰਾਬਰ ਆ। ਦੇਖ ਲਾ ਪਿਆਰਿਆ, ਜਿਹੜਾ ਹੈਗਾ ਇਸ ਜੰਕਸ਼ਨ ਦੇ ਉੱਤੇ ਜਿਹੜਾ ਵੀ ਹੈਗਾ देख ले, सोच ले, विचार कर ले भी मेरे को की हैगा नाल ले जाने वास्ते, किहड़ी चीज़ हैगी जिते मैं मान कर सकदा है। उत्थे जद उन्होंने पूछना है भी अवर करतूत सगली जम डाने गोबिंद भजन बिन तिल नहीं माने। वो कहता भजन किया है तो दस दे प्यारिया, तिल जिन्ना भी भजन हैगा तो वो तेनों क्रैडिट दे देंगे। वो नहीं मानते बगैर भजन तो पाई। अवर करतूत सगली जम डाने, कहते बाकी सारी जिहड़ी हैगी वो जन्म मरण के गेड़ दे विच पाई।
ਇਹ ਬਾਕੀ ਸਾਰੀ ਜਿਹੜੀ ਹੈਗੀ ਤੇਰੇ ਲੇਖੇ ਦੇ ਵਿੱਚ ਹੈ, ਉਹਦਾ ਤੈਨੂੰ ਦੰਡ ਤੇ ਭੁਗਤਾਨ ਤੈਨੂੰ ਹੋਣਾ ਉਹਦਾ। ਭਜਨ ਕੀਤਾ ਹੈ ਤੇ ਗੱਲ ਕਰ। ਉਸ ਸੱਚੀ ਮਾਲਕ ਪਰਮਾਤਮਾ ਦੀ ਭਗਤੀ ਤੋਂ ਬਗੈਰ, ਲਿਵ ਤੋਂ ਬਗੈਰ, ਪ੍ਰੇਮਾ ਭਗਤੀ ਤੋਂ ਬਗੈਰ ਇਹ ਸਰੀਰ ਜਿਹੜਾ ਹੈਗਾ ਇਹਦਾ ਕੋਈ ਉਪਯੋਗ ਨਹੀਂ ਹੈਗਾ। ਸਰੀਰ ਦਾ ਜਿਹਾ ਪਾਇਆ ਤਿਹਾ ਨਹੀਂ ਪਾਇਆ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਕਹਿੰਦੇ ਲਿਵ ਤੋਂ ਬਗੈਰ, ਫਿਰ ਦੁਬਾਰਾ ਰਿਪੀਟ ਕਰ ਰਹੇ ਆ, ਕਹਿੰਦੇ ਲਿਵ ਤੋਂ ਬਗੈਰ, ਸੱਚੀ ਲਿਵ ਤੋਂ ਬਗੈਰ ਦੇਹ ਨਿਮਾਣੀ ਹੈ ਭਾਈ। ਕੀ ਕਰ ਰਹੀ ਹੈ ਇਹ ਵਿਚਾਰੀ? ਕੀ ਕਰ ਰਹੀ ਹੈ ਸਰੀਰ ਦੇ ਨਾਲ? ਤੂੰ ਕੀ ਕਰ ਰਿਹਾ ਹੈ? हे ਜੀਵ ਇਸਤਰੀ, ਤੂੰ ਮਨੁੱਖੀ ਸਰੀਰ ਪਾ ਕੇ, ਮਨੁੱਖੀ ਸਰੀਰ, ਮਨੁੱਖੀ ਦੇਹ ਪਾ ਕੇ ਕੀ ਕਰ ਰਹੀ ਹੈ? ਕਿਆ ਕਰੇ ਵਿਚਾਰੀਆ? ਕਹਿੰਦੇ ਵਿਚਾਰੀ ਕੀ ਕਰੀ ਜਾ ਰਹੀ ਹੈ? ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। हे ਮੇਰੇ ਮਾਲਕਾ, ਤੇਰੇ ਤੋਂ ਬਗੈਰ ਤਾਂ ਕੋਈ ਸਮਰੱਥ ਨਹੀਂ ਹੈਗਾ। ਇਹ ਸਰੀਰ ਦੇਣ ਵਾਲਾ ਵੀ ਤੂੰ ਹੀ ਹੈਗਾ ਆ। ਮਨੁੱਖੀ ਸਰੀਰ ਸਭ ਤੋਂ ਉੱਚੇ ਸਿਖਰਲੇ ਡੰਡੇ ਤੇ ਪਹੁੰਚਾਉਣ ਵਾਲਾ ਤੂੰ ਹੀ ਹੈਗਾ ਆ। ਔਰ ਆਪਣੀ ਭਗਤੀ ਜਿਹੜੀ ਹੈਗੀ, ਆਪਣਾ ਪਿਆਰ ਦੇਣ ਵਾਲਾ ਵੀ ਤੂੰ ਹੀ ਹੈਗਾ ਆ। ਤੂੰ ਹੀ ਗੁਰੂ ਨੂੰ ਮਿਲਾਉਣ ਵਾਲਾ ਹੈਗਾ, ਤੂੰ ਹੀ ਗਿਆਨ ਦੇਣ ਵਾਲਾ ਹੈ, ਤੂੰ ਹੀ ਪਿਆਰ ਪਾਉਣ ਵਾਲਾ ਹੈਗਾ ਹੈ। ਤੁਧ ਬਾਝ ਸਮਰੱਥ ਕੋਈ ਨਹੀਂ, ਤੇਰੇ ਤੋਂ ਸਮਰੱਥ ਹੋਰ ਕੌਣ ਹੈਗਾ? ਤੁਧ ਬਾਝ ਸਮਰੱਥ ਕੋਈ ਨਹੀਂ, ਕਿਰਪਾ ਕਰ ਬਨਵਾਰੀਆ। हे ਮੇਰੇ ਮਾਲਕਾ, ਮੇਰੇ ਕੀ ਮਾਲਕਾ, हे ਇਸ ਬੰਦ ਦੇ ਸੰਸਾਰ ਦੇ ਮਾਲੀ, ਸੰਸਾਰ ਦੇ ਮਾਲਕਾ, ਕਿਰਪਾ ਕਰ, ਕਿਰਪਾ ਕਰ। ਤੇਰੀ ਕਿਰਪਾ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਤੇਰੇ ਤੋਂ ਸਮਰੱਥ ਕੋਈ ਨਹੀਂ ਹੈਗਾ। ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਦੇ ਲਾਗ ਸਵਾਰੀਆ। ਸ਼ਬਦ ਦਾ ਗਿਆਨ ਦੇ, ਉਹ ਸ਼ਬਦ ਦਾ ਗਿਆਨ ਦੇ, ਧਿਆਨ ਸਿਮਰਨ ਬਖਸ਼। ਅੰਦਰ ਜਿਹੜਾ ਹੈਗਾ ਪ੍ਰੇਮਾ ਭਗਤੀ, ਅੰਦਰ ਜਿਹੜਾ ਹੈਗਾ ਵੜਨਾ ਸਿਖਾ ਕਿ ਸ਼ਬਦ ਦੇ ਨਾਲ ਲੱਗ ਕੇ ਜਿਹੜਾ ਹੈਗਾ ਇਹ ਆਪਣਾ ਜੀਵਨ ਜਿਹੜਾ ਹੈਗਾ ਸਵਾਰਿਆ ਜਾ ਸਕੇ। ਇਹ ਦੇਹੀ ਜਿਹੜੀ ਮਿਲੀ ਹੋਈ ਆ, ਮਨੁੱਖਾ ਦੇਹੀ, ਹੀਰੇ ਜੈਸਾ ਜਨਮ, ਇਹਦੇ ਨਾਲ ਜਿਹੜਾ ਹੈਗਾ ਆਪਣਾ ਸ਼ਬਦ ਦੇ ਦੁਆਰਾ ਇਹ ਜਿਹੜਾ ਹੈਗਾ ਮਕਸਦ, ਇਹ ਖੇਡ ਜਿਹੜੀ ਹੈਗੀ ਆ ਇਹ ਜਿੱਤੀ ਜਾ ਸਕੇ। ਹੋਰ ਕੋਈ ਆਪਸ਼ਨ ਨਹੀਂ ਹੈਗਾ, ਹੋਰ ਕੋਈ ਥਾਂ ਹੀ ਨਹੀਂ ਹੈਗਾ। ਇਸ ਨੂੰ ਹੋਰ ਥਾਂ ਨਹੀਂ। ਸ਼ਬਦ ਦੇ ਲਾਗ ਸਵਾਰੀਆ, ਸ਼ਬਦ ਦੇ ਨਾਲ ਲੱਗ ਕੇ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਉੱਚਾ ਕਰ ਲੈ, ਆਪਣੇ ਕਾਰਨ ਸਰੀਰ ਨੂੰ ਜਿਹੜਾ ਹੈਗਾ ਉਹ ਨਸ਼ਟ ਕਰ ਲੈ। ਇਸ ਨੂੰ ਹੋਰ ਥਾਂ ਨਹੀਂ। ਸ਼ਬਦ ਦੇ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਉਹ ਮਾਲਕ ਪਰਮਾਤਮਾ ਦੀ ਲਿਵ ਤੋਂ ਬਗੈਰ, ਉਹ ਪ੍ਰੇਮ ਤੋਂ ਬਗੈਰ, ਭਗਤੀ ਤੋਂ ਬਗੈਰ, ਆਤਮ ਗਿਆਨ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ ਕਹਿੰਦੇ ਕੀ ਕਰ ਰਹੀ ਹੈ ਵਿਚਾਰੀ? ਤਰਸਯੋਗ ਹੈਗੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਸ਼ਚੈ ਸਾਹਿਬ। ਸਾਚੀ ਲਿਵ ਬਿਨ ਦੇਹ ਨਿਮਾਣੀ। ਪਹਿਲੀ ਤੋਂ ਬੋਲ ਦੋ। ਸਾਚੀ ਲਿਵ ਬਿਨ ਦੇਹ ਨਿਮਾਣੀ, ਕਹਿੰਦੇ ਸੱਚੀ ਲਿਵ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ, ਅੰਦਰ ਵੜਨ ਤੋਂ ਬਗੈਰ, ਪ੍ਰੇਮਾ ਭਗਤੀ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਮਨ ਦੇ ਨਾਲ ਭਗਤੀ ਕਰਨ ਤੋਂ ਬਗੈਰ ਕਹਿੰਦੇ ਦੇਹ ਜਿਹੜੀ ਹੈਗੀ ਨਿਮਾਣੀ ਹੈਗੀ। ਕੋਈ ਇਹਦਾ ਉਪਯੋਗ ਹੀ ਨਹੀਂ, ਇਹਦਾ ਕੋਈ ਮਾਣ ਕੀ ਮਾਣਿਆ? ਦੱਸ ਤੇਰੇ ਕੋਲ ਕੀ ਆਊਟਪੁੱਟ ਹੈਗੀ ਆ? ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ। ਤੂੰ ਦੱਸ ਦੇ, ਤੂੰ ਕੀ ਕਰ ਰਿਹਾ ਹੈ? ਤੇਰੀ ਦੇਹ ਸਰੀਰ ਦੇ ਨਾਲ ਕੀ ਕਰ ਰਿਹਾ? ਹਾਲੇ ਤੱਕ ਕੀ ਕੀਤਾ ਹੈ? ਪਿਕਚਰ ਆਲਰੇਡੀ ਫਾਰਵਰਡ ਯੂ ਲਾਸਟ ਟਾਈਮ a crop also है। oh I am so मैं भूल गया जैसा भी मेरा माइक ऑन ही। सॉरी कोई नहीं। चलो इन्ना थोड़ी अंग्रेजी संगत ने भी सुन ली मेरी टुटी फटी अंग्रेजी। हाँ ठीक है ना जैसा इदा साध संगत जी 2 मिनट पहला आप नॉर्मल डिस्कस करते हैं, फिर आप आगे चलते। ਸਧਾਰਨ ਤੌਰ ਤੇ ਜਿਹੜਾ ਆਮ ਜਿਹੜਾ ਮਨੁੱਖ ਦਾ ਜੀਵਨ ਹੈ, ਜੇਕਰ ਉਹਨੂੰ ਥੋੜਾ ਜਿਹਾ ਧਿਆਨ ਨਾਲ ਦੇਖਿਆ ਜਾਵੇ ਤੇ ਉਹਦੇ ਕੋਲ 2-4 ਪੰਡਾਂ ਕੇਵਲ ਸ਼ਿਕਵੇ ਹੀ ਹੈਗੇ ਆ, ਦੁਨੀਆ ਭਰ ਦੇ ਸ਼ਿਕਵੇ। ਤੁਹਾਨੂੰ ਸ਼ਾਇਦ ਹੀ ਕੋਈ ਬੰਦਾ ਧਰਤੀ ਤੇ ਮਿਲੂਗਾ ਸਾਧਨਾ ਤੋਂ ਬਿਨਾਂ ਜਿਹੜਾ ਆਪਣੇ ਜੀਵਨ
'ਚ ਸੰਤੁਸ਼ਟ ਹੋਵੇ। ਕਿਸੇ ਨੂੰ ਆਪਣੀ ਘਰ ਦੀ ਪਸੰਦ ਨਹੀਂ, ਕਿਸੇ ਨੂੰ ਆਪਣਾ ਘਰ ਦਾ ਪਸੰਦ ਨਹੀਂ, ਕਿਸੇ ਨੂੰ ਆਪਣੇ ਮਾਂ ਪਿਓ ਪਸੰਦ ਨਹੀਂ, ਕਿਸੇ ਨੂੰ ਆਪਣੇ ਧੀਆਂ ਪੁੱਤ ਪਸੰਦ ਨਹੀਂ, ਔਰ ਕਿਸੇ ਨੂੰ ਔਰ ਜੀਵਨ ਦੇ ਵਿੱਚ ਕੋਈ ਆਂਢ ਗੁਆਂਢੀ ਹੈਗਾ ਉਹ ਪਸੰਦ ਨਹੀਂ। ਜੇ ਕੋਈ ਗੱਲ ਹੋਈ ਤੇ ਦੁਨੀਆ ਭਰ ਦੇ ਟਿਕਵੇ ਤੇ ਗਿਲੇ ਹੈਗੇ ਨੇ, ਉਹਨਾਂ ਦੀਆਂ ਪੰਡਾਂ ਇਨਸਾਨ ਨੇ ਭਰ ਕੇ ਆਪਣੇ ਕੋਲ ਰੱਖੀਆਂ ਹੀ ਹੈ। और वो उस ਤੁਹਾਡੀ ਆਵਾਜ਼ ਬੰਦ ਹੋ ਗਈ ਗੋਲਕੀ ਸਾਹਿਬ। हाँ जी, क्योंकि मोस्टली वो समझ नहीं आया जी ਗੋਰਕੀ ਸਾਹਿਬ। ਉਸ ਤੋਂ ਬਾਅਦ ਜਿਹੜਾ ਹੈਗਾ ਬਈ ਇਨਸਾਨ ਨੇ ਜਿਹੜੀਆਂ ਹੈਗੀਆਂ ਸ਼ਿਕਵਿਆਂ ਦੀਆਂ ਪੰਡਾਂ ਬੰਨ ਕੇ ਰੱਖੀਆਂ, ਉਸ ਤੋਂ ਅੱਗੇ ਦੁਬਾਰਾ ਫਿਰ ਬੋਲਿਓ। ਹਾਂ, ਸ਼ਿਕਵੇ ਕਰਦਾ ਰਹਿੰਦਾ ਹੈ। ਇਹਦੀਆਂ ਜਿਹੜੀਆਂ ਡਿਮਾਂਡਾਂ ਨੇ ਲੋੜ ਬਹੁਤ ਜ਼ਿਆਦਾ ਨੇ, ਔਰ ਉਹ ਡਿਮਾਂਡਾਂ ਜਿਹੜੀਆਂ ਉਹ ਨਹੀਂ ਪੂਰੀਆਂ ਹੋਣੀਆਂ, ਕਿਉਂਕਿ ਉਹ ਐਸੀ ਚੀਜ਼ ਮੰਗ ਰਿਹਾ ਹੈ ਨਾ ਜਿਹੜੀ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਹੈਗੀ। ਉਹਦਾ ਕਾਰਨ ਕੀ ਹੈ ਕਿ ਹਰ ਕੋਈ ਇਨਸਾਨ ਹੈ ਨਾ ਜਿਹੜਾ ਨਿੱਜਰ ਸਾਹਿਬ, ਉਹਦਾ ਚਿੱਤ ਇੱਕ ਵੱਖਰੀ ਕਿਸਮ ਦਾ ਹੈ। ਉਹ ਚਿੱਤ ਨੂੰ ਆਪਾਂ ਨਹੀਂ ਬਦਲ ਸਕਦੇ। ਮੇਰੀ ਆਵਾਜ਼ ਆ ਰਹੀ ਹੈ ਨਾ? ਹਾਂਜੀ, ਬਹੁਤ ਵਧੀਆ ਆ ਰਹੀ ਗੋਰਕੀ ਸਾਹਿਬ, ਬਹੁਤ ਵਧੀਆ ਆ ਰਹੀ। ਠੀਕ ਹੈ। ਇਹ ਜਿਹੜਾ ਚਿੱਤ ਹੈ ਨਾ, ਇਹਦੇ ਵਿੱਚ ਇੱਕ ਕੰਮ ਕੀਤਾ ਜਾ ਸਕਦਾ ਕਿ ਉਹ ਬੰਦਾ ਜਿੱਦਾਂ ਦਾ ਵੀ ਹੈਗਾ ਨਾ ਉਹਦੇ ਰੂਪ ਚ ਉਹਨੂੰ ਐਕਸੈਪਟ ਕਰ। ਹਾਂ, ਇਹ ਬਹੁਤ ਵੱਡੀ ਗੱਲ ਹੈ ਗੋਰਕੀ ਸਾਹਿਬ, ਔਰ ਬਹੁਤ ਹੀ ਜਿਹੜੀ ਔਖੀ ਕਾਰਵਾਈ ਹੈਗੀ ਆ। ਨਹੀਂ, ਕਰ ਲੈਣੀ ਹੈ ਤੁਸੀਂ ਸਾਰਿਆਂ ਨੇ ਕਰ ਲਈ। ਜਿਹੜੇ 60-70 ਹੈਗੇ ਨਾ, 70 ਤੁਸੀਂ ਪੱਕਾ ਹੀ ਕਰੋਗੇ। ਦੂਜਿਆਂ ਦਾ ਮੈਨੂੰ ਪਤਾ ਕੋਈ ਨਹੀਂ, ਤੁਹਾਡੇ ਜੀਵਨ ਚ ਏਦਾਂ ਦਾ ਹੋ ਜਾਏਗਾ। ਔਰ ਮੈਨੂੰ ਇੱਕ ਮੇਰੀ ਜ਼ਿੰਦਗੀ ਦਾ ਨਾ ਮੈਂ ਇੱਕ ਐਕਸਪੈਰੀਮੈਂਟ ਆ, ਉਹ ਜਿਹੜਾ ਕਰ ਰਿਹਾ ਮੈਂ, ਔਰ ਮੈਨੂੰ ਪ੍ਰਮਾਤਮਾ ਨੇ ਉਹ ਬਹੁਤ ਜ਼ਿਆਦਾ ਰਿਜ਼ਲਟ ਦੇ ਰਿਹਾ ਹੈ। ਮੈਂ ਸੱਚੀ ਬੋਲਦਾ, ਤੁਹਾਨੂੰ ਛੁਪਾਵਾਂਗਾ ਨਹੀਂ, ਕਿਉਂਕਿ ਉਹ ਜੋ ਐਕਸਪੈਰੀਮੈਂਟ ਚੱਲ ਰਿਹਾ ਨਾ, ਇਟ ਇਜ਼ ਬਹੁਤ ਚੰਗੇ ਰਿਜ਼ਲਟ, ਇੰਨੇ ਵਧੀਆ ਰਿਜ਼ਲਟ ਨਾ ਮੇਰੀ ਸੋਚ ਤੋਂ ਪਰੇ। ਕਾਫੀ ਹਲਚਲ ਹੋ ਗਈ ਹੈ। ਜੇ ਆਪਾਂ 60-70 ਬੰਦੇ ਵੀ ਮੰਨ ਲਓ ਕਿ ਚੰਗਿਆਈ ਨੂੰ ਖਿਲਾਉਂਦੇ ਆ, ਮੈਂ ਨਹੀਂ ਕਹਿੰਦਾ ਕਿ ਤੁਸੀਂ ਇੱਕਦਮ ਸ਼ੁਰੂ ਕਰ ਦਿਓ, ਤੁਹਾਡੇ ਤੋਂ ਮੈਂ ਜ਼ਿਆਦਾ ਐਕਸਪੈਕਟ ਨਹੀਂ ਕਰਦਾ। ਮੈਂ ਕਹਿੰਦਾ ਕਿ ਸਾਲ 1.5 ਸਾਲ ਉਸ ਜੀਵਨ ਨੂੰ ਹੰਡਾਓ। ਸਾਲ ਆਪਾਂ ਨੋਰਮਲੀ ਇੱਕ ਦੁਕਾਨ ਤੋਂ ਚੀਜ਼ ਖਾਂਦੇ ਆ ਨਾ, ਤੇ ਖਾ ਕੇ ਤੇ ਮੁੜ ਕੇ ਕਹਿੰਦੇ ਲੋਕਾਂ ਨੂੰ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ, ਉਹ ਫਲਾਨੀ ਦੁਕਾਨ ਤੋਂ ਸੌਦਾ ਲਿਆ, ਬਹੁਤ ਵਧੀਆ ਸੌਦਾ ਮਿਲਦਾ ਹੈ, ਉਹ ਡਾਕਟਰ ਬਹੁਤ ਵਧੀਆ ਹੈ, ਉੱਥੇ ਉਹ ਫਰੂਟ ਬਹੁਤ ਵਧੀਆ ਮਿਲਦਾ। ਆਪਾਂ ਪ੍ਰਚਾਰ ਕਰਦੇ ਨਾ ਨਿੱਚੇ ਸਭ ਵਿੱਚ ਕਰਦੇ ਆ ਨਾ। ਹਾਂਜੀ, ਬਿਲਕੁਲ ਕਰਦੇ ਆ ਜੀ। ਹਾਂ, ਇਸੇ ਤਰ੍ਹਾਂ ਤੁਸੀਂ, ਔਰ ਤੁਹਾਡਾ ਵੀ ਇੱਕ ਜ਼ਿੰਮੇਵਾਰੀ ਹੈਗੀ ਆ। ਸਾਧਕ ਦੀ ਇੱਕ ਹੋਰ ਬੜੀ ਜ਼ਿੰਮੇਵਾਰੀ ਹੈ। ਜਦੋਂ ਸਾਧਨਾ ਕਰਦਾ ਹੈ, ਆਪ ਜਪੇ ਤੇ ਅਵਰੇ ਨਾਮ ਜਪਾਵੇ। ਫਿਰ ਕਿੱਦਾਂ ਪਤਾ ਲੱਗੂਗਾ ਦੁਨੀਆ ਨੂੰ ਜੇ ਆਪਾਂ ਦੱਸਾਂਗੇ ਨਹੀਂ? ਆਪਾਂ ਤਾਂ ਫਿਰ ਉਹ ਕਹਿੰਦੇ ਆ ਕਿ ਤੇ ਨਰ ਬੁਰਿਆਈ ਜਿਨ ਗੁਰੂ ਆਪਣਾ ਗੋਪਿਆ। ਹਾਂ, ਬਹੁਤ ਵਧੀਆ ਜੀ ਬਾਣੀ ਚ। ਫਿਰ ਉੱਥੇ ਤੁਸੀਂ ਫਸ ਜਾਣਾ ਜੋ। ਮੈਂ ਝੂਠ ਨਹੀਂ ਬੋਲਾਂਗਾ, ਮੈਂ ਦੱਸਾਂਗਾ। ਜੇ ਤੁਸੀਂ ਇਹ ਬਾਣੀ ਨੂੰ ਸੁਣ ਕੇ ਜੀਵਨ ਉੱਚਾ ਕਰਕੇ ਤੇ ਤੁਸੀਂ ਉਸ ਚੀਜ਼ ਨੂੰ ਛੁਪਾਇਆ ਨਹੀਂ, ਉਹਨੂੰ ਸਾਂਭ ਲਿਆ, ਹੁਣ ਦੱਸਿਆ ਨਹੀਂ ਲੋਕਾਂ ਨੂੰ, ਉਹ ਪਾਪ ਜੇ। ਤੁਸੀਂ ਪਰਮਾਤਮਾ ਨੂੰ ਪ੍ਰਗਟ ਨਹੀਂ ਕੀਤਾ, ਉਹਨੂੰ ਮੈਂ ਨਹੀਂ ਗੁਰੂ ਤੁਹਾਡਾ, ਮੈਂ ਪਰਮਾਤਮਾ ਦੀ ਗੱਲ ਕਰਦੇ ਆ, ਜਿੰਨਾ ਉਹ ਚੀਜ਼ ਨੂੰ ਖਾ ਕੇ ਹੰਡਾ ਕੇ ਦੱਸਿਆ ਨਹੀਂ ਕਿਸੇ ਨੂੰ, ਪਰਮਾਤਮਾ ਨੂੰ ਉਹ ਬੰਦੇ ਵੀ ਨਹੀਂ ਚੰਗੇ ਲੱਗਦੇ। ਬਹੁਤ ਵਧੀਆ ਜੀ ਗੋਰਕੀ ਸਾਹਿਬ, ਬਹੁਤ ਕਮਾਲ ਹੈ, ਬਹੁਤ ਵਧੀਆ। ਹਾਂ, ਔਰ ਖਾ ਕੇ ਤੁਹਾਨੂੰ ਪ੍ਰਚਾਰ ਕਰਨਾ ਹੀ ਪੈਣਾ। ਤਾਂ ਇੱਕ ਬੰਦਾ ਹੀ ਲੈ ਕੇ ਆਇਓ। ਮੈਂ ਵੈਸੇ 2-4 ਦਿਨ ਚ ਮੈਂ ਰਿਕਾਰਡਿੰਗਾਂ ਪਾਵਾਂਗਾ ਗਰੁੱਪ ਚ। ਜੋ ਕੁੜੀ ਨਵਦੀਪ ਕੁੜੀ ਹੈ, ਜਿੰਨੇ ਮੈਂ ਕੁੜੀਆਂ ਹੀ ਕਹਿੰਦਾ ਵਾ, ਮੇਰੇ ਤੋਂ 2-4 ਸਾਲ 10 ਸਾਲ ਵੱਡੇ ਹੋਣਗੇ, ਪਰ ਮੇਰੀ ਨਜ਼ਰ ਚ ਮੈਂ ਉਦਾਂ ਮੇਰਾ ਵਿਚਾਰ ਹੈ, ਮੈਂ ਉਦਾਂ ਹੀ ਬੋਲਦਾ, ਮੇਰਾ ਸਟਾਈਲ ਏਦਾਂ ਦਾ। ਇਹ ਕੁੜੀ ਜਿਹੜੀ ਹੈਗੀ ਹੈ, ਕਹਿੰਦੇ ਆ ਕਿ ਵੀਰ ਜੀ ਆਪਾਂ ਏਦਾਂ ਕਰਦੇ ਹਾਂ, ਤੁਸੀਂ ਹਫ਼ਤੇ ਚ ਇੱਕ ਵਾਰੀ, ਮਹੀਨੇ ਚ ਇੱਕ ਰਿਕਾਰਡਿੰਗਾਂ ਜ਼ਰੂਰ ਪਾਓ। 10-15 ਦੀਆਂ ਕਿਤਾਬ ਹੀ ਹੈਗੀਆਂ, ਕਮ ਸੇ ਕਮ ਉਹ ਜਿਹੜੀ ਰਿਕਾਰਡਿੰਗ ਜ਼ਿਆਦਾ ਨਹੀਂ ਤੇ ਅਸੀਂ ਆਪਣੇ ਕਲੋਜ਼ ਹੈਗੇ ਆ, ਅਸੀਂ ਇੱਕ ਬੰਦੇ ਨੂੰ ਤੇ ਭੇਜੀਏ।
ਤਾਂ ਜੋ ਇਹ ਜਿਹੜੀ ਮਹਿਕ ਆ ਇਹ ਵੱਧ ਲੋਕਾਂ ਕੋਲ ਜਾਵੇ। ਔਰ ਜੀਵਨ ਤੇ ਆਪਣਾ ਹੀ ਚੁੱਕਣਾ ਹੈ, ਲੈਣਾ ਦੇਣਾ ਤੇ ਕੁਝ ਵੀ ਨਹੀਂ। ਆਪਾਂ ਕਿਹੜੀ ਭੇਟਾ ਮੰਗਾਂਗੇ ਕਿਸੇ ਤੋਂ? ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ ਜੀ। ਇਹਦੇ ਨਾਲ ਕੀ ਹੋਊਗਾ ਕਿ ਚਲੋ 2-4 ਸਰੀਰ ਜੇ ਆਪਾਂ ਨੂੰ ਮਿਲ ਜਾਂਦੇ, ਮੰਨ ਲਓ ਆਪਾਂ 70 ਬੰਦੇ ਆ, 80 ਬੰਦੇ ਆ, ਜੇ ਆਪਾਂ ਇੱਕ ਬੰਦੇ ਨੂੰ ਮੈਸੇਜ ਭੇਜਦੇ ਆ ਤੇ ਜੇ ਆਪਾਂ ਨੂੰ 2 ਬੰਦੇ ਵੀ ਮਿਲ ਜਾਂਦੇ ਤੇ ਕਿੰਨੀ ਵੱਡੀ ਗੱਲ ਹੈ ਜੀ ਸਾਹਿਬ। ਪਰ ਆਪਾਂ ਕੋਸ਼ਿਸ਼ ਕਰਨੀ ਹੈ। ਇਹੋ ਕਿ ਸਾਡੇ ਗੁਰੂਆਂ ਨੇ ਵੀ ਦੇਖੋ ਕਿਤੇ ਗੁਰੂ ਨਾਨਕ ਪਾਤਸ਼ਾਹ ਨੇ ਵੇਖੋ ਕਿੱਦਾਂ ਪ੍ਰਚਾਰ ਕੀਤਾ। ਸਾਧਕ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਔਰ ਉਹਨੇ ਉਸ ਚੀਜ਼ ਨੂੰ ਅੱਗੇ ਦੇਣਾ ਹੁੰਦਾ। ਇਹ ਨਿਯਮ ਹੈ। ਇਹ ਜਸਟ ਇੱਕ ਮਤਲਬ ਪ੍ਰਮਾਤਮਾ ਨੂੰ ਇੱਕ ਕਿਰਿਆ ਬਣੀ ਹੋਈ ਆ ਔਰ ਜਿੰਨੇ ਵੀ ਉਹ ਖਾਣੀ ਹੈ ਨਾ ਚੀਜ਼ ਉਹਨੂੰ ਦੱਸਣੀ ਪੈਣੀ ਹੈ ਇੱਕ ਬੰਦੇ ਨੂੰ। ਨਵੇਂ ਲਵੇ ਨਾ ਲਵੇ ਉਹ ਗੱਲ ਵੱਖਰੀ, ਨਾ ਖਰੀਦੇ ਕੋਈ ਗੱਲ ਨਹੀਂ। ਜ਼ਿਆਦਾ ਲੈਣ ਵਾਲੇ ਲੋਕ ਨਹੀਂ ਹੈਗੇ, ਪਰ ਤੁਸੀਂ ਵੇਚਣੀ ਹੈਗੀ ਉਹ ਚੀਜ਼। ਸਾਡੀ ਇੱਕ ਜ਼ਿੰਮੇਵਾਰੀ ਆ ਤੁਹਾਡੇ ਕੰਧੇ। ਠੀਕ ਹੈ ਜੀ ਸਾਹਿਬ? ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ। ਔਰ ਜਿਹੜਾ ਨਾ ਇਹ ਗੋਰਕੀ ਆਪਣੇ ਗੋਪਣ ਵਾਲੀ ਗੱਲ ਜਿਹੜੀ ਹੈਗੀ ਆ, ਇਹ ਕਈ ਜਗ੍ਹਾ ਤੇ ਆਈ ਹੈ ਗੁਰਬਾਣੀ ਦੇ ਵਿੱਚ, ਇੱਕ ਜਗ੍ਹਾ ਤੇ ਨਹੀਂ ਆਈ ਇਹ ਗੁਰਬਾਣੀ ਦੇ ਵਿੱਚ। ਤੇ ਉਹ ਕਹਿੰਦੇ ਆ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ, ਪੰਚੋ ਉਹਨੇ ਲਾਹਾ ਮੂਲ ਸਭ ਗਵਾਇਆ। ਫਿਰ ਕਹਿੰਦੇ, ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹਾਂ ਫਿਰਾਹੀਂ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ, ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਦੇਖੋ ਕਿੰਨੀ ਜਗ੍ਹਾ ਤੇ ਆ ਰਹੇ ਆ ਮਹਾਰਾਜ ਇਹ ਗੋਪਣ ਵਾਲੀ ਗੱਲ। ਜੇ ਜੋ ਗੁਰ ਗੋਪੇ ਆਪਣਾ ਕਿਉਂ ਸਿੱਧੇ ਚੇਲਾ, ਕਹਿੰਦੇ ਬਾਕੀ ਜਗ੍ਹਾ ਬਾਕੀਆਂ ਨੂੰ ਕਿਵੇਂ ਪਤਾ ਲੱਗੂਗਾ। ਬਹੁਤ ਜਗ੍ਹਾ ਬਹੁਤ ਆ ਰਿਹਾ ਇਹ ਤਾਂ ਬਹੁਤ ਬਾਣੀ ਦੇ ਵਿੱਚ ਇੰਨਾ ਜ਼ਬਰਦਸਤ ਜਿਹੜੀ ਹੈਗੀ ਇਹਦੇ ਬਾਰੇ ਤਾਂ ਤਕੀਦ ਹੈਗੀ ਬਈ, ਜੇ ਕੁਛ ਲੱਭਦਾ ਹੈ ਤੇ ਉਹਨੂੰ ਵੰਡੋ, ਗਮਰੋੜ ਨਾ ਹੋ, ਉਹਨੂੰ ਜਿਹੜਾ ਹੈਗਾ ਦਿਓ। ਜਿਹੜਾ ਲੈਂਦਾ ਹੈ, ਜਿਹੜੇ ਹੈਗੇ ਜਿਹੜੇ ਲੈਂਦੇ ਆ ਦੇ ਦਿਓ, ਜਿਹੜੇ ਨਹੀਂ ਲੈਂਦੇ ਤੇ ਨਾ ਸਹੀ, ਆਪਣਾ ਕੀ ਜਾਊਗਾ। ਵੀਰ ਜੀ ਹਾਂਜੀ, ਇੱਕ ਗੱਲ ਹੋਰ ਵੀ ਆ, ਜੇ ਤੁਸੀਂ ਖੁਦ ਨਹੀਂ ਕਰਦੇ ਫਿਰ ਤੁਸੀਂ ਕਿਸੇ ਨੂੰ ਬਹੁਤਾ ਸਟ੍ਰੈਸ ਕਰਦੇ ਹੋ, ਉਹ ਵੀ ਫਿਰ ਗੱਲ ਠੀਕ ਨਹੀਂ ਲੱਗਦੀ ਮੈਨੂੰ। ਨਹੀਂ, ਬਸ ਜਿਹੜਾ ਲੈਣ ਵਾਲਾ ਹੈ, ਦੇਖੋ ਇਹਦੇ ਵਿੱਚ ਜਿਹੜਾ ਹੈਗਾ, ਜਿਹੜਾ ਲੈਂਦਾ ਹੈ ਉਹਨੂੰ ਜ਼ਰੂਰ ਦੇ ਦਿਓ, ਜਿਹੜਾ ਨਹੀਂ ਲੈਂਦਾ ਕੋਈ ਗੱਲ ਨਹੀਂ ਹੈ। ਬਸ ਉਹ ਮਾਲਕ ਦੀ ਖੇਡ ਹੈਗੀ ਆਪਣੀ, ਉਹਦੇ 'ਚ ਆਪਾਂ ਨੇ ਕਿਸੇ ਨੂੰ ਫੋਰਸ ਨਹੀਂ ਕਰਨਾ। ਆਪਣੇ ਆਪ ਜਿਹਨੇ ਲੈ ਲੈਣਾ, ਉਹਨੇ ਲੈ ਲੈਣਾ। ਹਾਂਜੀ ਨਿੱਜਾ ਸਾਹਿਬ, ਅੱਜ ਨਾ ਸਿਮਰਜੀਤ ਦਾ ਫੋਨ ਆਇਆ ਸੀ ਮੈਨੂੰ, ਉਹ ਕੁੜੀ ਦਾ, ਤੇ ਉਹ ਕਹਿੰਦੀ ਕਿ ਵੀਰ ਜੀ ਜਿਹਨੂੰ ਮੈਂ ਸਮਝਾਉਣਾ ਚਾਹੁੰਦੀ ਹਾਂ ਉਹ ਨਹੀਂ ਸਮਝਿਆ, ਪਰ ਲਾਗੇ ਇੱਕ ਬੱਚਾ ਸੀ 20 ਸਾਲ ਦੀ ਕੁੜੀ ਸੀ, ਉਹ ਸਮਝ ਗਈ ਗੱਲ। ਉਹ ਕਹਿੰਦੀ ਮੈਨੂੰ ਕਰਾਓ। ਬਿਲਕੁਲ। ਤੇ ਔਰ ਦੇਰ ਇਜ਼ ਬੜੇ ਪੋਜ਼ਿਟਿਵ ਰਿਜ਼ਲਟ। ਮੈਂ ਹੈਰਾਨ ਹੋਉਂਦਾ ਔਰ ਉਹ ਟੋਟਲੀ ਡਿਫਰੈਂਟ ਲਾਈਫ। ਔਰ ਆਪਾਂ ਫਰਜ਼ ਬਣਦਾ ਹੈ, ਦੇਖੋ ਇਹ ਕੋਈ ਮਾੜਾ ਮੋਟਾ ਪ੍ਰਚਾਰ ਨਹੀਂ ਜੋ ਤੁਸੀਂ ਕਰ ਰਹੇ, ਤੁਸੀਂ ਸਾਡਾ ਥੋੜੀ ਕਰ ਰਹੇ ਜੋ ਮੇਰਾ ਜੇ ਨਿੱਜਰ ਸਾਹਿਬ ਦਾ, ਤੁਸੀਂ ਪਰਮਾਤਮਾ ਦਾ ਪ੍ਰਚਾਰ ਕਰ ਰਹੇ ਜੋ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਬਿਲਕੁਲ ਸਹੀ ਗੱਲ। ਬਿਗ ਥਿੰਗ ਉਹ ਜੇ ਤੁਹਾਨੂੰ ਇੱਕ ਛੋਟਾ ਮੋਟਾ ਤੁਹਾਨੂੰ ਏਜੰਟ ਬਣਾ ਲਿਆ ਆਪਣਾ, ਤੇ ਕਿੰਨੀ ਤੁਹਾਡੀ ਸੋਭਾ, ਕਿੰਨੀ ਸੋਭਾ। ਉਹ ਗਾਹਕ ਵੇਲੇ ਨਾ ਵੇਲੇ, ਮੈਂ ਨਿੱਜਰ ਸਾਹਿਬ ਮੈਂ ਵੇਖਦਾ ਹੁੰਦਾ ਵਾ ਉਹ ਜਿਹੜੇ ਭਗਵਦ ਗੀਤਾ ਨਾ ਵੇਚਦੇ ਆ ਗੋਰੇ ਟ੍ਰੇਨ ਦੇ ਵਿੱਚ, ਲਵੇ ਕੋ ਨਾ ਲਵੇ, ਉਹ ਆਪਣੀ ਸੇਵਾ ਕਰਦੇ। ਬਿਲਕੁਲ ਦੇਖਿਆ ਹੋਣੇ ਤੁਸੀਂ? ਦੇਖਿਆ ਜੀ, ਦੇਖਿਆ ਬਿਲਕੁਲ। ਉਹਨਾਂ ਦੀ ਬਾਈਬਲ ਵੀ ਦਿੰਦੇ ਆ। ਹਾਂ, ਉਹ ਦਿੰਦੇ ਆ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਣਾ। ਉਹ ਕਿਉਂਕਿ ਮੇਰੇ ਨਹੀਂ ਦਿਮਾਗ 'ਚ ਹੈਗਾ ਇਹ, ਜਿਹੜੇ ਉਹਨਾਂ ਨੇ ਭੈਣ ਜੀ ਨੇ ਮੈਨੂੰ ਸਲਾਹ ਦਿੱਤੀ ਹੈ ਤੇ ਸਾਰਾ ਉਹਨਾਂ ਦੇ ਮੈਨੂੰ ਇੱਕ ਰਾਏ ਦਿੱਤੀ। ਤੇ ਮੈਂ ਚਾਹੁੰਦਾ ਕਿ ਨਵਨੀਤ ਕੌਰ ਦਾ ਜਿਹੜਾ ਹੈਗਾ ਇਹ ਫਾਰਮੂਲਾ ਉਹ ਸੰਗਤਾਂ ਕੋਲ ਪਹੁੰਚ ਗਿਆ, ਔਰ ਹੁਣ ਰਿਕਾਰਡਿੰਗ ਦਾ ਕੰਮ ਰਹਿ ਗਿਆ, ਉਹ ਵੀ ਮੈਂ ਪਾਵਾਂਗਾ। ਵੈਸੇ ਵੀ ਸੰਗਤਾਂ ਨੇ, ਨਵੀਆਂ ਸੰਗਤਾਂ ਕਾਫੀ ਜੋੜੀਆਂ ਨੇ, ਕਈਆਂ ਨੇ ਤੇ ਆਪਣੀ ਮੰਮੀ ਨੂੰ ਜੋੜਤਾ, ਆਪਣੇ ਪਾਪਾ ਨੂੰ ਜੋੜਿਆ, ਔਰ ਕਈ ਏਦਾਂ ਦੇ ਹੈਗੇ ਇਹਨਾਂ ਕੋਲ ਮੋਬਾਇਲ, ਬਹੁਤ ਛੋਟਾ ਜਿਹਾ ਮੋਬਾਇਲ ਕਾਲੇ ਵਾਲਾ, ਉਸ ਤੇ ਵੀ ਸਾਧਨਾ ਸ਼ੁਰੂ ਕਰਤੀ ਉਹਨਾਂ ਨੇ, ਤੇ ਉਹ ਵੀ ਉਹਨਾਂ ਨੂੰ ਬਹੁਤ ਵਧੀਆ ਔਰ ਬਹੁਤ ਉਹਨਾਂ ਦਾ ਜੀਵਨ ਉਚਾਈ ਹੈ, ਕਿਤੇ ਚਿੰਤਾ ਦੇ ਵਿੱਚ ਗੁਆਚੇ। ਅੱਛਾ, ਏਦਾਂ ਹੈ, ਆਪਾਂ ਕਥਾ ਤੇ ਆ ਜਾਈਏ ਵਾਪਸ। 2 ਤੱਤ ਹੈਗੇ ਨੇ, ਇੱਕ ਹੈਗਾ ਨਿਰਗੁਣ ਤੇ ਇੱਕ ਹੈਗਾ ਸਰਗੁਣ। ਨਿਰਗੁਣ ਜਿਹੜਾ ਹੈਗਾ ਉਹ ਗੁਣ ਨੂੰ ਗ੍ਰਹਿਣ ਨਹੀਂ ਕਰਦਾ, ਭਾਵਾਤੀਤ ਆ ਪਰਮਾਤਮਾ। ਸਰਗੁਣ ਜਿਹੜਾ ਸਾਹਮਣੇ, ਆਪਾਂ ਸਾਰੇ ਸਰਗੁਣ ਚ ਆ ਜਾਂਦੇ ਹਾਂ।
ਪਰ ਸਾਡੇ ਅੰਦਰ ਇੱਕ ਤੁਹਾਨੂੰ ਦੱਸਿਆ ਸੀ ਨਾ, ਜਦੋਂ ਤੀਰ ਜਿੱਥੇ ਮਾਰੀਦਾ ਕਾਲਾ ਡਾਟ ਹੈ ਸਾਡੇ ਅੰਦਰ ਹੀ ਹਰ ਇੱਕ ਦੇ ਅੰਦਰ ਹੈ। ਉਹ ਡਾਟ ਜਿਹੜਾ ਬੜਾ ਇੰਪੋਰਟੈਂਟ ਹੈ। ਉਹ ਡਾਟ ਦੇ ਵਿੱਚ ਆਪਾਂ ਤੀਰ ਨੂੰ ਇੱਕ ਤਾਂ ਪਹਿਲਾਂ ਤੀਰ ਟੱਚ ਕਰਨਾ, ਹਰ ਫਿਲਹਾਲ ਆਪਾਂ ਨੂੰ ਉੱਥੇ ਜ਼ਿਆਦਾ ਟਾਈਮ ਨਹੀਂ ਮਿਲਦਾ। ਉੱਥੇ ਤੀਰ ਟੱਚ ਕਰੀਦਾ 2-4 ਮਿੰਟ 10 ਮਿੰਟ ਅੱਧਾ ਘੰਟਾ ਤੀਰ ਲੱਗਾ ਰਹਿੰਦਾ ਤੇ ਤੀਰ ਆ ਜਾਂਦਾ ਬਾਹਰ। ਇਹਨੂੰ ਕਹਿੰਦੇ ਆ ਸਧਾਰਨ ਸਮਾਧੀ। ਤੇ ਮੇਨ ਜਿਹੜੀ ਆਪਣੇ ਜੀਵਨ ਦੀ ਮੰਜ਼ਿਲ ਹੈਗੀ ਉਹ ਹੈਗੀ ਸਹਿਜ ਸਮਾਧੀ। ਉਹ ਜਿਹੜਾ ਜਿੱਥੇ ਟਾਰਗੇਟ ਹੈ, ਜਿੱਥੇ ਡਾਟ ਬਣੀ ਬ੍ਰਹਮ ਪਤਾ ਕਿੱਥੇ ਹੈਗਾ? ਪਹਿਲਾ ਹੈਗਾ ਚਿੱਤ, ਨੇ ਪਹਿਲਾਂ ਪਿੱਛੇ ਆ ਜੀ। ਪਹਿਲਾ ਹੈਗਾ ਸਰੀਰ, ਕਰਮ ਇੰਦਰੀਆਂ, ਫਿਰ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਕਿਹਦੇ ਨਾਲ ਕਨੈਕਟਡ ਹੈ? ਮਨ ਦੇ ਵਿੱਚ। ਆਪ ਜਸਟ ਦੇਖੋ ਕਿੱਥੇ ਹੈਗਾ ਡਾਟ। ਆਸਾਨ ਨਹੀਂ ਹੈਗਾ, ਕਾਫੀ ਅੰਦਰ ਹੈ। ਪਹਿਲਾਂ ਸਰੀਰ, ਕਰਮ ਇੰਦਰੀਆਂ, ਹੱਥ ਪੈਰ, ਫਿਰ ਗਿਆਨ ਇੰਦਰੀਆਂ ਦੇ ਅੰਦਰ ਹੈਗਾ ਮਨ, ਤੇ ਮਨ ਦੇ ਅੰਦਰ ਹੈਗੀ ਸੁਰਤੀ, ਮਨ ਦੇ ਉੱਤੇ ਹੈਗਾ ਚਿੱਤ। ਸੁਰਤੀ ਜਿਹੜੀ ਉਹ ਜੀਵ ਦੀ ਸੁਰਤੀ। ਹੁਣ ਅਸੀਂ ਜਿੱਦਾਂ ਦਾ ਸੋਚਦੇ ਹਾਂ ਨਾ ਮਨ ਦੇ ਵਿੱਚ, ਜਾਂ ਹੀ ਜਿੱਦਾਂ ਦਾ ਕਰਦੇ ਹਾਂ, ਤੇ ਸਾਡਾ ਜੀਵਨ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੋ ਜਾਣਾ। ਬਿਲਕੁਲ ਇਹ 'ਚ ਕੋਈ ਡਾਊਟ ਨਹੀਂ ਹੈਗਾ। ਤੁਸੀਂ 2-4 ਦਿਨ ਮਾੜਾ ਚਿੰਤਨ ਕਰਨਾ ਸ਼ੁਰੂ ਕਰ ਦਿਓ, ਤੁਹਾਡੇ ਸੁਭਾਅ ਨੇ ਉਸੇ ਚੀਜ਼ ਨੂੰ ਗ੍ਰਹਿਣ ਕਰ ਲੈਣਾ। ਇਹ ਤੁਹਾਡਾ ਜਿਹੜਾ ਚਿੱਤ ਹੈ ਨਾ, ਉਹਦੇ ਅੰਦਰ 2 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੇ ਚੰਗੇ ਸੰਸਕਾਰ ਤੇ ਇੱਕ ਹੁੰਦੇ ਮਾੜੇ ਸੰਸਕਾਰ। ਜਿਹੜੇ ਮਾੜੇ ਸੰਸਕਾਰ ਆ ਨਾ, ਉਹ ਛੇਤੀ ਪ੍ਰਗਟ ਹੋ ਜਾਂਦੇ, ਪਰ ਜਿਹੜੇ ਚੰਗੇ ਸੰਸਕਾਰ ਹੁੰਦੇ ਆ ਨਾ, ਉਹਨਾਂ ਨੂੰ ਪ੍ਰਗਟ ਹੋਣ ਲਈ ਟਾਈਮ ਲੱਗਦਾ। ਕਹਿਣ ਤੋਂ ਭਾਵ ਜਿੱਦਾਂ ਲੋਹਾ ਵਾ, ਇਹਨੂੰ ਘੱਟ ਟੈਂਪਰੇਚਰ ਤੇ ਆਪਾਂ ਗਰਮ ਕਰ ਸਕਦੇ ਹਾਂ। ਜਿੱਦਾਂ ਹੋਰ ਹੁੰਦਾ ਲੈਡ ਹੁੰਦਾ ਵਾ, ਥੋੜਾ ਜਿਹਾ ਗਰਮ ਕਰੋ, ਇੱਕ ਕੇਵਲ ਤੁਸੀਂ ਕਹਿ ਲਓ ਕਿ ਮੋਮਬੱਤੀ ਦੇ ਆਕੇ ਦੇ ਨਾਲ ਹੀ ਉਹਨੇ ਪਿਘਲ ਜਾਣਾ ਬਿਲਕੁਲ ਛੇਤੀ। ਪਰ ਪਿੱਤਲ ਹੋਇਆ, ਤਾਂਬਾ ਹੋਇਆ, ਇਹ ਕਾਫੀ ਹਾਰਡ ਮੈਟਲ ਹੁੰਦੇ। ਇਹਨਾਂ ਨੂੰ ਗਰਮ ਕਰਨ ਦੇ ਲਈ, ਇਹਨਾਂ ਨੂੰ ਪਿਘਲਾਉਣ ਦੇ ਲਈ ਕਾਫੀ ਜ਼ਿਆਦਾ ਟੈਂਪਰੇਚਰ ਚਾਹੀਦਾ, ਉੱਚਾ ਟੈਂਪਰੇਚਰ ਤੇ। ਇਸੇ ਹੀ ਤਰ੍ਹਾਂ ਜਿਹੜੇ ਚਿੱਤ ਦੇ ਵਿੱਚ ਅਵਗੁਣ ਨੇ, ਉਹ ਕੁਦਰਤ ਨੇ ਨਿਯਮ ਬਣਾਏ ਨੇ। ਜਿਸ ਇਹਦੇ ਚ ਕੋਈ ਵੱਖਰੀ ਚੀਜ਼ ਨਹੀਂ ਹੈਗੀ। ਨੇਚਰ ਏਦਾਂ ਦਾ। ਚੰਗੇ ਗੁਣ ਜਿਹੜੇ ਨਾ, ਉਹਨਾਂ ਨੂੰ ਪ੍ਰਗਟ ਕਰਨ ਦੇ ਲਈ ਤੁਹਾਨੂੰ ਥੋੜਾ ਟਾਈਮ ਸੰਗਤ ਕਰਨੀ ਪੈਣੀ ਆ, ਕਿਉਂਕਿ ਉਹ ਏਦਾਂ ਦੀ ਮਕੈਨਿਜ਼ਮ ਬਣਾਇਆ ਵਾ। ਜਿੱਦਾਂ ਇੱਕ ਮੈਟਲ ਹੁੰਦਾ, ਇੱਕ ਮੈਟਲ ਥੋੜਾ ਜਿਹਾ ਗਰਮ ਕੀਤਾ ਪਿਘਲ ਜਾਂਦਾ ਹੈ, ਉਹ ਵੀ ਮੈਟਲ ਆ, ਪਰ ਉਹਨੂੰ ਟੈਂਪਰ ਥੋੜਾ ਜ਼ਿਆਦਾ ਕਰਨਾ, ਉਹਨੂੰ ਜ਼ਿਆਦਾ ਟੈਂਪਰੇਚਰ ਚਾਹੀਦਾ। ਹੁਣ 2 ਕਿਸਮ ਦੀ ਸੰਗਤ ਹੁੰਦੀ ਹੈ, ਇੱਕ ਹੁੰਦੀ ਚੰਗੀ ਤੇ ਇੱਕ ਹੁੰਦੀ ਬੁਰੀ। ਤੁਸੀਂ ਬੁਰੀ ਸੰਗਤ ਤੇ ਜਾਓਗੇ ਨਾ, ਤੇ ਤੁਹਾਡੇ ਤੇ ਨਾ 2 ਮਿੰਟ ਚ ਰੰਗ ਚੜ ਜਾਣਾ, ਤੁਹਾਨੂੰ ਜਿੱਥੇ ਮਰਜ਼ੀ ਲੈ ਜਾਊਗਾ। ਤੁਹਾਨੂੰ ਇਹਨੇ ਕਹਿਣਾ ਫਿਲਮ ਵੇਖਣੀ ਆ, ਤੇ ਕਹਿਣਾ ਹਾਂ ਵੀ ਮੈਂ ਤੇ ਮੈਡਮ ਹੋਈ, ਤੇ ਉਹਨੇ ਕਹਿਣਾ ਮੈਂ ਸੁੱਤਾਂ ਚ ਨਾਲਾ ਪਾਇਆ, ਤੇ ਮੁੰਡੇ ਨੇ ਕਹਿਣਾ ਮੈਂ ਪੈਂਟ ਪਾਈ ਆ, ਚਲੋ ਚਲੀਏ ਰੈਡੀ। ਕੋਈ ਕਲੱਬ ਜਾਣਾ, ਹਾਂਜੀ ਤਿਆਰ ਹੈ ਜੀ। 2 ਮਿੰਟ ਉੱਥੇ ਪਿਘਲਿਆ ਪਿਆ, ਬਾਹਰ ਹੈ ਉਹ ਚਿੱਤ ਤੇ, ਬਿਲਕੁਲ ਬਾਹਰ। ਪਰ ਆਪਾਂ ਨੂੰ ਚਾਹੀਦਾ ਵਾ ਥੋੜਾ ਵਧੀਆ ਮਸਾਲਾ, ਜਿਹੜਾ ਅੰਦਰ, ਜਿਹੜਾ ਗਹਿਰਾ, ਉਹ ਸਾਨੂੰ ਚਾਹੀਦੀ ਹੈ। ਚੰਗੀ ਚੀਜ਼ ਜਿਹੜਾ ਸਾਡੇ ਜੀਵਨ ਚੁੱਕਦਾ ਹੈ। ਅੰਦਰ ਸੰਸਕਾਰ ਹੁੰਦੇ ਨੇ, ਕਿਉਂਕਿ ਆਪਾਂ ਬਹੁਤ ਪੁਰਾਣੇ ਆ। ਇਹ ਕੋਈ ਐ ਨਹੀਂ ਕਿ ਤੁਸੀਂ ਸਾਧਨਾ ਕਰਦੇ ਜੇ ਤੁਹਾਨੂੰ ਪਤਾ ਲੱਗ ਹੀ ਜਾਣਾ ਅੰਦਰ ਜਾ ਕੇ ਕਿ ਅਸੀਂ ਬਹੁਤ ਪੁਰਾਣੇ ਆ, ਅੱਜ ਦੇ ਨਹੀਂ ਆ। ਤਾਂ ਹੀ ਉਹ ਪਾਣੀ ਚ ਕਿਹਾ ਕਿੰਨੇ ਧਰਤੀਆਂ, ਕਿੰਨੇ ਸੂਰਜ, ਪਤਾ ਨਹੀਂ ਕੀ ਕੁਝ ਹੋ ਗਿਆ। ਮੈਂ ਬਹੁਤ ਪੁਰਾਣਾ ਵਾਂ। ਕਿੰਨੇ ਬ੍ਰਹਮੇ ਆ ਗਏ, ਕਿੰਨੇ ਵਿਸ਼ਨੂੰ ਆ ਗਏ, ਕਿੰਨੇ ਮਹੇਸ਼ ਆ ਗਏ। ਕਹਿਣ ਤੋਂ ਭਾਵ ਕਿੰਨੇ ਬਹੁਤ ਟਾਈਮ ਤੋਂ ਮੈਂ ਗਤੀ ਕਰ ਰਿਹਾ, ਬਹੁਤ ਜੀਵ ਹੈ ਮੈਂ, ਬੜਾ ਪੁਰਾਣਾ ਜੀਵ। ਹੁਣ ਉਹ ਜਿਹੜੇ ਚੰਗੇ ਸੰਸਕਾਰ ਆ, ਉਹਨਾਂ ਨੂੰ ਪ੍ਰਗਟ ਕਰਨ ਦੇ ਲਈ ਸੰਗਤ ਚੰਗੀ ਚਾਹੀਦੀ। ਸੰਗਤ ਕੀ ਕਰਦੀ ਆ, ਬਾਰ-ਬਾਰ ਉੱਥੇ ਸੱਟ ਮਾਰਦੀ। ਉਹ ਤੁਹਾਨੂੰ ਵੇਖੋਗੇ ਨਾ, ਤੁਹਾਡੇ ਅੰਦਰ ਉਹਨੇ ਚੀਜ਼ ਨੂੰ ਪ੍ਰਗਟ ਕਰਨਾ, ਉਹਨੇ
ਹੁਣ ਆ ਜਿਹੜੀ ਨਵਨੀਤ ਹੈ ਕੁੜੀ, ਉਹ ਕਹਿੰਦੀ ਆ ਕਿ ਮੈਂ ਆਂਟੀ ਕੋਲ ਜਾਂਦੀ ਸਾਂ ਤੇ ਆਂਟੀ ਬਾਰ-ਬਾਰ ਗੱਲਾਂ ਕਰਦੇ। ਉਹ ਚੀਜ਼ ਨੂੰ ਸੁਣਿਆ ਨਿੱਜਰ ਸਾਹਿਬ, ਬਾਰ-ਬਾਰ ਸੁਣਿਆ, ਪਰ ਉਹ ਕਿਸੇ ਤਰੀਕੇ ਨਾਲ ਉਹ ਸੰਸਕਾਰ ਪ੍ਰਗਟ ਹੋ ਗਿਆ। ਅੱਜ ਉਹਨਾਂ ਦੀ ਲਾਈਫ ਦੀ ਡਾਇਰੈਕਸ਼ਨ ਚੇਂਜ ਹੋਈ ਹੈ। ਔਰ ਕਿਉਂ ਚੇਂਜ ਹੋਈ? ਕਿਉਂਕਿ ਸੰਗਤ ਕੀਤੀ, ਉਹ ਸੁਣੀ ਗੱਲ। ਔਰ ਕਈ ਵਾਰੀ ਏਦਾਂ ਹੁੰਦਾ ਵਾ ਕਿ ਆਪਾਂ ਸੰਗਤ ਕਰਦੇ ਕੀ ਆ, ਪਰ ਸਾਡੇ ਤੋਂ ਪਿੱਛੋਂ ਆ ਕੇ ਲੋਕ ਅੱਗੇ ਲੰਘ ਜਾਂਦੇ। ਇਹ ਵੀ ਹੁੰਦਾ ਜੀ, ਉਹਦਾ ਕਾਰਨ ਹੁੰਦਾ ਨਿੱਜਰ ਸਾਹਿਬ। ਚਿੱਤ ਕਈਆਂ ਦਾ ਨਾ ਜ਼ਿਆਦਾ ਮਤਲਬ ਗੰਦਾ ਹੁੰਦਾ, ਮਲੀਨ ਹੁੰਦਾ ਵਾ, ਤੇ ਕਈਆਂ ਦਾ ਚਿੱਤ ਥੋੜਾ ਘੱਟ ਮਲੀਨ ਹੁੰਦਾ। ਕਈਆਂ ਦਾ ਸਤੋਗੁਣੀ ਚਿੱਤ ਹੁੰਦਾ, ਕਈਆਂ ਦਾ ਤਮੋ ਹੁੰਦਾ, ਕਈਆਂ ਦਾ ਰਜੋ ਹੁੰਦਾ। ਹੁਣ ਜੇ ਰਜੋਗੁਣੀ ਚਿੱਤ ਆ ਜਾਂ ਤਮੋਗੁਣੀ ਚਿੱਤ ਆ, ਤੇ ਉਹਨੂੰ ਥੋੜਾ ਜਿਹਾ ਸੈੱਟ ਹੋਣ ਲਈ ਟਾਈਮ ਲੱਗਣਾ। ਬਿਲਕੁਲ। ਕਿਉਂਕਿ ਉਹਨੇ ਕੀ ਕੀਤਾ ਹੈ ਕਿ ਉਹਨੇ ਚੰਗਿਆਈ ਨੂੰ ਬਹੁਤ ਥੱਲੇ ਨੱਪਤਾ। ਹੁਣ ਤੁਸੀਂ ਕਹੋਗੇ ਕਿ ਚੰਗਿਆਈ ਕਿੱਦਾਂ ਨੱਪੀ ਜਾਊਗੀ? ਕਿਉਂ ਨਹੀਂ ਨੱਪੀ ਜਾਂਦੀ? ਨੱਪੀ ਜਾਊਗੀ। ਹੁਣ ਘਰਾਂ 'ਚ ਆਪਣੇ ਸਮਾਨ ਆ ਇੱਕ ਸਟੋਰ ਰੂਮ 'ਚ, ਤੇ ਜਿਹੜੀਆਂ ਚੀਜ਼ਾਂ ਆਪਾਂ ਅੱਗੇ ਰੱਖਾਂਗੇ ਉਹੀ ਅੱਗੇ ਰਹਿਣਗੀਆਂ ਨਿੱਜਰ ਸਾਹਿਬ, ਕਿ ਪਿੱਛੇ ਰਹਿਣਗੀਆਂ? ਬਿਲਕੁਲ ਸਹੀ ਗੱਲ। ਜਿਹੜੀਆਂ ਆਪਾਂ ਵਰਤਦੇ ਆ, ਚੰਗਿਆਈ ਨੂੰ ਕੋਈ ਵਰਤਦਾ ਨਹੀਂ, ਦੋ ਤੇ ਸਭ ਤੋਂ ਪਿੱਛੇ ਪਈ ਹੁੰਦੀ ਹੈ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਹੈ। ਸੱਚ ਤੇ ਲਾਸਟ ਤੇ ਆ। ਚਰਨਜੀਤ ਨੂੰ ਥਾਪੀ ਪੈਣ ਦੀ ਹੋਵੇ ਪੁਲਿਸ ਥਾਣੇ, ਚਰਨਜੀਤ ਸੱਚ ਦੱਸ, ਹਾਂਜੀ ਮੈਂ ਚੋਰੀ ਕੀਤੀ ਹੈ, ਫਿਰ ਸੱਚ ਬਾਹਰ ਆਉਂਦਾ ਨਿੱਜਰ ਸਾਹਿਬ। ਜਦੋਂ 100 ਡਾਂਗ ਪੈਂਦੀ ਹੈ ਉੱਤੇ ਤੇ ਝੂਠ ਹੀ ਪਿਆ ਹੁੰਦਾ, ਸੱਚ ਕੌਣ ਬੋਲਦਾ? ਉਹ ਜਿਹੜੀ ਮਹਿੰਗੀਆਂ ਚੀਜ਼ਾਂ ਹੁੰਦੀਆਂ ਨੇ, ਕੰਮ ਦੀਆਂ ਚੀਜ਼ਾਂ, ਉਹ ਪਿੱਛੇ ਹੁੰਦੀਆਂ ਬਿਲਕੁਲ ਬੈਕ ਸਾਈਡ ਤੇ। ਤੇ ਹੁਣ ਆਪਾਂ ਇਹ ਵੇਖਣਾ ਕਿ ਜਿਹੜਾ ਚਿੱਤ ਆ, ਚਿੱਤ ਤੇ ਕਈ ਵਾਰੀ ਜ਼ਿਆਦਾ ਕੰਮ ਕਰਨਾ ਪੈਂਦਾ ਆਪਾਂ ਨੂੰ, ਤੇ ਕਈ ਵਾਰੀ ਘੱਟ ਕਰਨਾ ਪੈਂਦਾ। ਵੈਸੇ ਮੁਸ਼ਕਲ ਨਹੀਂ ਹੈਗੀ, ਕੋਈ ਏਡੀ ਕੋਈ ਕਹਾਣੀ ਨਹੀਂ ਹੈਗੀ, ਬਟ ਇੰਟਰਸਟਿੰਗ ਜਰਨੀ ਹੈ। ਹੁਣ ਇੱਥੇ ਇੱਕ ਚੀਜ਼ ਮੈਂ ਆਪ ਜੀ ਨਾਲ ਡਿਸਕਸ ਕਰਨਾ ਚਾਹੁੰਦਾ। ਜੋ ਜੀਵਨ ਦੇ ਵਿੱਚ ਨਾ ਤਿੰਨ ਕਾਲ ਹੁੰਦੇ ਨੇ, ਭੂਤ ਕਾਲ, ਭਵਿੱਖ ਕਾਲ ਤੇ ਵਰਤਮਾਨ ਕਾਲ। ਜਿੰਨੇ ਵੀ ਗ੍ਰੰਥ ਲਿਖੇ ਗਏ ਨਾ, ਉਹ ਕੇਵਲ ਲਿਖੇ ਗਏ ਨੇ ਵਰਤਮਾਨ ਕਾਲ ਬਾਰੇ। ਤੁਸੀਂ ਕੋਈ ਵੀ ਗ੍ਰੰਥ ਪੜ੍ਹ ਲਓ, ਉਹਦੇ ਚ ਉਹਨਾਂ ਨੇ ਇੱਕ ਚੀਜ਼ ਵੇਖੀ ਆ ਕਿ ਕਿਸੇ ਤਰੀਕੇ ਨਾਲ ਜਿਹੜਾ ਜੀਵ ਆ, ਇਹਦੀ ਬੇਹੋਸ਼ੀ ਤੋੜੀ ਜਾਵੇ, ਇਹਦੀ ਜਿਹੜੀ ਚੇਤਨਾ ਹੈ, ਜਿਹੜੀ ਉਹਨੂੰ ਵਰਤਮਾਨ ਕਾਲ ਦੇ ਵਿੱਚ ਲੈ ਆਇਆ ਜਾਵੇ ਕਿਸੇ ਵੀ ਤਰੀਕੇ ਨਾਲ। ਬਹੁਤ ਗ੍ਰੰਥਾਂ ਦੇ ਵਿੱਚ ਬੜੇ ਉਹਨਾਂ ਤਰੀਕੇ ਦੱਸੇ ਆ, ਉਹਨਾਂ ਆਪਣੇ ਅਨੁਭਵ ਦੱਸੇ ਆ। ਉਹਨਾਂ ਦੀ ਇਹੋ ਹੀ ਕੋਸ਼ਿਸ਼ ਆ ਕਿ ਜਿਹੜਾ ਜੀਵ ਆ, ਉਹਦਾ ਜਿਹੜਾ ਮਾਰਗ ਆ, ਉਹਨਾਂ ਚਿਰ ਤੱਕ ਸਹੀ ਨਹੀਂ ਹੋਣਾ ਜਿੰਨਾ ਚਿਰ ਤੱਕ ਉਹਦੀ ਸੁਰਤੀ ਵਰਤਮਾਨ ਕਾਲ 'ਚ ਨਹੀਂ ਆ ਜਾਂਦੀ। ਹੁਣ ਪਤਾ ਕੀ ਹੁੰਦਾ, ਹੁਣ ਮੈਂ ਮੰਨ ਲਓ ਸਵੇਰੇ ਉੱਠਿਆ, ਮੈਂ ਉੱਠ ਕੇ ਬਹਿ ਗਿਆ, ਮੇਰੇ ਸਾਹਮਣੇ ਕੋਈ ਬੰਦਾ ਆ ਗਿਆ। ਹੁਣ ਮੇਰੇ ਮਨ ਨੇ ਕੀ ਕਹਿਣਾ ਕਿ ਉਹਨੇ ਬੰਦੇ ਨੇ ਕਹਿਣਾ ਕਿ ਵੀਰ ਜੀ ਮੈਨੂੰ ਨਾ ਏਦਾਂ ਆਹ ਕੰਮ ਕਰਨਾ ਵਾ ਤੇ ਏਦਾਂ ਮੇਰੀ ਮਦਦ ਕਰੋ। ਤੇ ਮੇਰੇ ਮਨ ਨੇ ਕਹਿਣਾ ਇਹ ਤੇ ਬੰਦਾ ਉਹੀ ਆ, 1 ਮਹੀਨਾ ਪਹਿਲਾਂ ਆਇਆ ਸੀ ਤੇਰੇ ਕੋਲ, ਤੇ ਉਦੋਂ ਤੂੰ ਇਹਨੂੰ ਕੰਮ ਕਿਹਾ ਤੇ ਇਹਨੇ ਤੇਰਾ ਕੰਮ ਹੀ ਨਹੀਂ ਕੀਤਾ। ਪਰ ਮੈਂ ਹੋਰ ਸੌਖਾ ਕਰਨਾ। ਮੇਰੇ ਨਾ ਮਤਲਬ ਸਾਡੇ ਘਰੇ ਕੰਮ ਕਰਦੀ ਮੰਮੀ, ਉਹ ਕਥਾ ਸੁਣਦੀ ਹੈ, ਤੇ ਘਰੇ ਇੱਕ ਔਰਤ ਕੰਮ ਕਰਦੀ ਸੀ। ਤੇ ਸਾਡੇ ਨਾ ਮੇਰੇ ਬ੍ਰਦਰ ਦੇ ਘਰ ਮਤਲਬ ਉਹਨੇ ਬੇਬੀ ਹੋਇਆ, ਤੇ ਫਿਰ ਏਦਾਂ ਸਿਚੁਏਸ਼ਨ ਆ ਗਈ ਕਿ ਕੰਮ ਵਾਲੀ ਰੱਖਣੀ ਪਈ ਸਾਨੂੰ ਰੋਟੀਆਂ ਪਕਾਉਣ ਲਈ। ਚਲੋ ਉਹਨੂੰ ਰੱਖਿਆ। ਉਸ ਸਮੇਂ ਬਾਅਦ ਕੀ ਹੋਇਆ, ਉਹ ਔਰਤ, ਚਲੋ ਸਾਡਾ 2-3 ਮਹੀਨੇ ਦਾ ਪ੍ਰੋਜੈਕਟ ਸੀ, 2 ਮਹੀਨੇ 'ਚ ਕੰਮ ਕਰਕੇ ਚੱਲ ਗਈ। ਤੇ ਮੇਰੀ ਵਾਈਫ ਨੂੰ ਸੱਟ ਲੱਗ ਗਈ, ਕਦੇ ਪ੍ਰਮਾਤਮਾ ਨੇ ਸੁਭਾਨਾ ਬਣ ਗਿਆ। ਚਲੋ ਉਹਨਾਂ ਨੂੰ ਲੋੜ ਪਈ, ਅਸੀਂ ਉਸ ਔਰਤ ਨੂੰ, ਮੈਂ ਇੱਥੇ ਕੰਮ ਤੇ ਸਾਂ, ਤੇ ਮੈਂ ਇਹਨੂੰ ਕਿਹਾ ਗੁਰਵੀਰ ਏਦਾਂ ਕਰ, ਤੂੰ ਫੋਨ ਕਰ ਤੇ ਉਹਨੂੰ ਆਂਟੀ ਨੂੰ ਸੱਦ ਲਾ। ਉਹ ਆਂਟੀ ਆਈ ਨਹੀਂ, ਆ ਵਾ ਉਹ ਬਹਾਨੇ ਮਾਰੇ, ਜਾਣ ਕੇ ਨਹੀਂ ਆਈ। ਚਲੋ ਨਹੀਂ ਆਈ। ਚਲੋ 2 ਮਹੀਨਿਆਂ ਬਾਅਦ ਉਹਦੀ ਕੁੜੀ ਦਾ ਵਿਆਹ, ਤੇ ਉਹ
ਮੈਨੂੰ ਮਤਲਬ ਮੇਰੀ ਵਾਈਫ ਨੇ ਫੋਨ ਕੀਤਾ ਕਿ ਉਹਨਾਂ ਦੀ ਆਪਾਂ ਥੋੜੀ ਹੈਲਪ ਕਰਨੀ ਆ ਉਹਨਾਂ ਨੇ, ਤੇ ਪਰ ਕਹਿੰਦੀ ਇੱਕ ਤਰਫ ਮੇਰੇ ਮਨ 'ਚ ਇਹ ਵੀ ਆਵਾਜ਼ ਆਉਂਦੀ ਆ ਕਿ ਇਹਨੂੰ ਮੈਂ ਬੜਾ ਸੱਦਿਆ ਸੀ ਤੇ ਮੈਂ ਮੇਰੇ ਸਰੀਰ 'ਚ ਕਸ਼ਟ ਬਹੁਤ ਹੈ। ਜੇ ਸਭ ਗੱਲ ਬੜੀ ਨੁਕਤੇ ਦੀ ਆ, ਮੈਂ ਤਾਂ ਘਰ ਦੇ ਨਾਲ ਜੋੜਦੀ ਆ ਬਿਲਕੁਲ ਸਾਡੇ ਜੀਵਨ 'ਚ ਅਸਲੀ ਉਦਾਂ ਬਣਨੀ ਨਹੀਂ ਉਦਾਂ ਗੱਲ। ਬਿਲਕੁਲ ਉਹ ਕਹਿੰਦੀ ਕਿ ਇੱਕ ਬੰਨੇ ਮੈਂ ਸੋਚਦੀ ਹਾਂ ਉਹ ਧੀ ਧਿਆਣੀ ਆ, ਉਹਦਾ ਜੀਵਨ ਆ, ਆਪਾਂ ਦੀ ਬੜੀ ਮਦਦ ਕਰ ਦਾਂਗੇ, ਗਰੀਬ ਹੈ ਤੇ ਚਲੋ ਉਹਨਾਂ ਦਾ ਵਿਆਹ ਥੋੜਾ ਬਹੁਤਾ ਬੜੀ ਹੈਲਪ ਹੋ ਜੂ ਉਹਨਾਂ ਦੀ। ਪਰ ਦੂਜੀ ਤਰਫ ਮੈਂ ਇਹ ਵੀ ਪੁੱਛਦੀ ਹਾਂ, ਮੇਰਾ ਮਨ ਕਹਿੰਦਾ ਹੈ ਕਿ ਇਸ ਨੂੰ ਮੈਂ 20 ਫੋਨ ਕੀਤੇ ਪਰ ਇਹ ਆਈ ਨਹੀਂ। ਨੇਜਰ ਸਾਹਿਬ ਬਿਲਕੁਲ ਆ ਗਈ ਨਾ ਸਿਚੁਏਸ਼ਨ ਪੈਦਾ ਹੋ ਗਈ ਨਾ, ਮਨ ਵੇਖ ਲਓ ਕਿੱਡਾ ਖਤਰਨਾਕ ਹੁੰਦਾ। ਮਨ ਕੀ ਕਰਦਾ ਕਿ ਜਿਹੜਾ ਬੀਤਿਆ ਜੀਵਨ ਆ ਉਹਨੂੰ ਵਿੱਚ ਲੈ ਆਉਂਦਾ, ਉਹ ਚੁੱਕ ਕੇ ਉਹ ਕੀ ਕਰਦਾ ਤੁਹਾਡੇ ਵਰਤਮਾਨ ਕਾਲ ਦੇ ਫੈਸਲੇ ਨੂੰ ਬਦਲ ਦਿੰਦਾ। ਹਾਂ ਬਹੁਤ ਵਧੀਆ। ਉਹ ਬਦਲਣਾ ਚਾਹੁੰਦਾ ਹੈ। ਹੁਣ ਮੈਂ ਫਿਰ ਕਿਹਾ ਮੈਂ ਗੁਰਵੀਰ ਮੈਂ ਨਹੀਂ ਕੁਛ ਕਹਿਣਾ, ਤੂੰ ਦੱਸ ਤੇਰਾ ਕੀ ਫੈਸਲਾ। ਮੈਂ ਚਾਹੁੰਦਾ ਕਿ ਮੈਨੂੰ ਤਾਂ ਪਤਾ ਹੀ ਮੈਂ ਇਹਦੀ ਮਦਦ ਕਰ ਦੇਣੀ ਆ, ਪਰ ਮੈਂ ਚਾਹੁੰਦਾ ਕਿ ਮੈਂ ਆਪਣੀ ਘਰ ਦੀ ਦਾ ਲੈਵਲ ਤੇ ਚੈੱਕ ਕਰਾਂ ਇਹ ਕਿੱਥੇ ਬੈਠੀ ਆ। ਉਹ ਕਹਿੰਦੀ ਆ ਕਿ ਬੇਸ਼ੱਕ ਨੇ ਜੋ ਮਰਜ਼ੀ ਕੀਤਾ ਪਰ ਮੇਰਾ ਅੰਦਰੋਂ ਮੇਰਾ ਚਿੱਤ ਕਹਿੰਦਾ ਨਹੀਂ, ਧੀ ਧਿਆਣੀ ਆ, ਵਿਆਹ ਕਿਹੜੇ ਰੋਜ਼ ਦੇਣੀ ਹੋਣੇ ਆ, ਤਾਂ ਆਪਾਂ ਇਹਦੀ ਮਦਦ ਕਰੀਏ। ਇਹ ਜੋ ਜੀਵਨ ਦਾ ਸਬਕ। ਹੁਣ ਵਰਤਮਾਨ ਕਾਲ ਦੀ ਜੋ ਸਿਚੁਏਸ਼ਨ ਹੈਗੀ ਹੈ ਨੇਜਰ ਸਾਹਿਬ, ਉਹ ਤੇ ਭੂਤਕਾਲ ਨਾ ਆਉਣ ਦਿਓ। ਜਦੋਂ ਭੂਤ ਕਾਲ ਆ ਗਿਆ ਤੇ ਉਹਨੇ ਸਾਡਾ ਫੈਸਲਾ ਬਦਲ ਦੇਣਾ ਨੇਜਰ ਸਾਹਿਬ। ਬਹੁਤ ਵਧੀਆ ਗੋਲਡੀ ਸਾਹਿਬ, ਬਹੁਤ ਉਹਨੇ ਜ਼ਹਿਰ ਘੋਲ ਦੇਣਾ। ਆਮ ਜਿਹੜੇ ਅਕਸਰ ਆਪਾਂ ਏਦਾਂ ਹੀ ਕਰਦੇ ਹਾਂ। ਅਕਸਰ ਬਿਲਕੁਲ 99% ਏਦਾਂ ਹੀ ਹੁੰਦਾ ਹੈ। ਆਪਣੇ ਭੂਤਕਾਲ ਦੀ ਵਜ੍ਹਾ ਨਾਲ ਵਰਤਮਾਨ ਦੇ ਫੈਸਲੇ ਸਾਰੇ ਬਦਲੇ ਜਾਂਦੇ ਆ ਭਾਈ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਗੁਰਤੀ ਸਾਹਿਬ। ਹੈਲੋ ਗੁਰਤੀ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਬਿਲਕੁਲ। ਹਾਂਜੀ ਬੰਦ ਹੋ ਗਈ। ਹਾਂਜੀ ਆ ਗਈ ਹਾਂਜੀ। ਆਪਾਂ ਕਰਦੇ ਕੀ ਆ, ਮੈਂ ਉਹ ਘਰ ਦੀ ਗੱਲ ਇਸ ਕਰਕੇ ਨਾਲ ਜੋੜੀ ਆ ਕਿਉਂਕਿ ਤੁਹਾਡੇ ਦਿਮਾਗ 'ਚ ਮੈਂ ਚਾਹੁੰਦਾ ਗੱਲ ਬਹੁਤ ਗਹਿਰੀ ਚੱਲ। ਉਹ ਤਾਂ ਜਾਣੀ ਨਹੀਂ ਸੀ। ਉਹ ਵਰਤਮਾਨ ਕਾਲ 'ਚ ਜੋ ਸਿਚੁਏਸ਼ਨ ਤੁਹਾਡੇ ਸਾਹਮਣੇ ਆ ਗਈ ਆ, ਉਹਨੂੰ ਤੁਸੀਂ ਵਰਤਮਾਨ ਕਾਲ ਦੇ ਰੂਪ ਹੀ ਦੇਖਣਾ ਹੈ। ਔਰ ਤੁਸੀਂ ਵੇਖਣਾ ਕਿ ਤੁਹਾਡਾ ਕਰਤੱਵ ਕੀ ਹੈ। ਇਹ ਨਾ ਹੋਵੇ ਕਿ ਕਰਤੱਵ ਤੋਂ ਤੁਸੀਂ ਪਿੱਛੇ ਹੋ ਜਾਓ, ਕਿਉਂਕਿ ਤੁਸੀਂ ਜਦੋਂ ਭੂਤਕਾਲ ਵਿੱਚ ਲੈ ਕੇ ਵਾੜਤਾ ਨਾ ਉਹਦੇ 'ਚ ਤੁਹਾਡੇ ਮਨ ਨੇ, ਤੇ ਤੁਹਾਡਾ ਫੈਸਲਾ ਬਦਲ ਜਾਣਾ ਜੇ, ਤੁਹਾਡਾ ਕਰਮ ਵੀ ਬਦਲ ਜਾਣਾ ਜੇ, ਔਰ ਉੱਥੇ ਸੰਸਕਾਰ ਪੈਦਾ ਹੋ ਜਾਣਾ ਜੀ। ਬਹੁਤ ਵਧੀਆ। ਸਿਚੁਏਸ਼ਨ ਵੇਲੇ ਦੋਨੋਂ ਹੀ ਸੀ। ਇੱਕ ਬੰਦੇ ਦਾ ਚਿੱਤ ਕਹਿੰਦਾ ਸੀ ਨਹੀਂ ਇਹਦੀ ਮਦਦ ਕਰਨੀ ਆ, ਮਨ ਕਹਿੰਦਾ ਹੈ ਕਿ ਇਹਨੇ ਮਨ ਇਸ ਕਰਕੇ ਕਹਿੰਦਾ ਕਿਉਂਕਿ ਮਨ ਦੇ ਹੰਕਾਰ ਨੂੰ ਠੇਸ ਮਾਰੀ, ਬਿਮਾਰ ਵੀ ਸੀ। ਉਹਦਾ ਵੀ ਪੁਆਇੰਟ ਹੈਗਾ ਕਿ 15 ਫੋਨ ਕੀਤੇ ਸੀ, ਉਹ ਆਈ ਨਹੀਂ, ਬਹਾਨੇ ਬਣਾਉਂਦੀ ਸੀ। ਪਰ ਉਸ ਚੀਜ਼ ਨੂੰ ਹੈਂਡਲ ਕਰਨ ਦਾ ਤਰੀਕਾ ਇਹੋ ਹੀ ਸੀ ਜੋ ਸਹੀ ਆ। ਦੂਜੇ ਨੇ ਕੀ ਕੀਤਾ ਉਹ ਇੰਪੋਰਟੈਂਟ ਨਹੀਂ ਆ, ਇਸ ਟਾਈਮ ਮੈਂ ਕੀ ਕਰਨਾ ਹੈ ਇਹ ਬੜਾ ਇੰਪੋਰਟੈਂਟ ਹੈ। ਔਰ ਉਹੀ ਸਾਡਾ ਜੀਵਨ ਦਾ ਇੱਕ ਬੇਸ ਹੈ। ਦੇਖੋ ਜੀਵਨ ਇੱਕ ਕਿਤਾਬ ਆ। ਮੈਂ ਚਾਹੁੰਦਾ ਕਿ ਇਹਨੂੰ ਬੜੇ ਤਰੀਕੇ ਨਾਲ ਲਿਖੀਏ। ਤੁਸੀਂ ਆਪਣੀ ਲਿਖੋ, ਮੈਂ ਆਪਣੀ ਲਿਖਾਂ, ਕਿਉਂਕਿ ਇਹ 'ਚ ਕੋਈ ਇੰਟਰਫੇਰੈਂਸ ਨਹੀਂ ਹੋ ਸਕਦੀ। ਨਾ ਤੇ ਮੈਂ ਨੇਜਰ ਸਾਹਿਬ ਦੀ ਲਿਖ ਸਕਦਾ, ਨਾ ਨੇਜਰ ਸਾਹਿਬ ਮੇਰੀ ਲਿਖਣ। ਇਹ ਤੇ ਇੰਡੀਵਿਜੂਅਲ ਸਵਾਲ ਨੇ ਸਾਡੇ। ਕੁਦਰਤ ਸਾਨੂੰ ਸਵਾਲ ਪਾਉਂਦੀ ਹੈ, ਜਾਣ ਬੁੱਝ ਕੇ ਪਾਉਂਦੀ ਹੈ। ਇਸ ਚੀਜ਼ ਨੂੰ ਸਮਝੋ ਆਪ ਨੇਜਰ ਸਾਹਿਬ। ਬਿਲਕੁਲ, ਕਿਉਂਕਿ ਐਵਰੀਥਿੰਗ ਜੋ ਹੋ ਰਿਹਾ ਨਾ ਸਾਡੇ ਜੀਵਨ 'ਚ, ਉਹ ਰੀਜ਼ਨ ਹੈ ਉਹਦੇ ਪਿੱਛੇ। ਤੁਸੀਂ ਉਹਨੂੰ ਹੱਲ ਕਰਨਾ, ਉਹਨੂੰ ਚੰਗੇ ਤਰੀਕੇ ਨਾਲ। ਬੇਈਮਾਨੀ ਨਹੀਂ ਕਰ ਸਕਦੇ। ਜਦੋਂ ਕਰੋਗੇ ਤਾਂ ਫਸ ਜਾਣਾ ਤੁਸੀਂ। ਇਹ ਬਿਲਕੁਲ ਸੱਚ ਹੈ, ਬਿਲਕੁਲ ਸੱਚ। ਉਹ ਤੁਸੀਂ ਸਟੈਪ ਬੈਕ ਨਹੀਂ ਕਰ ਸਕਦੇ। ਤੁਸੀਂ ਸਟੈਪ ਬੈਕ ਕਰਕੇ ਤੇ ਭਗੌੜੇ ਆ। ਫਿਰ ਆਪਾਂ ਚੀਟਿੰਗ ਵੀ ਕਰ ਸਕਦੇ ਹਾਂ ਕਿਉਂਕਿ ਸਾਡਾ ਕੋਈ ਸੁਪਰਵਾਈਜ਼ਰ ਨਹੀਂ। ਇਸ ਲਈ ਬਾਣੀ ਤੇ ਕਹਿੰਦੀ ਭੈ ਦੇ ਵਿੱਚ ਰਹਿਣਾ। ਭੈ ਦਾ ਮਤਲਬ ਕਿ ਕਿਸੇ ਦਾ ਡਰ ਨਾ ਹੋਵੇ। ਇਹ ਨਹੀਂ ਕਿ ਪੁਲਿਸ ਨੇ ਕਿਹਾ ਵੀ ਮਾਸਕ ਲਾਓ, ਹੈਲਮਟ ਪਾਓ, ਉਹ ਕੰਮ ਨਹੀਂ। ਭੈ ਆਪਣੇ ਆਪ ਦਾ ਸੁਪਰਵਾਈਜ਼ਰ ਬਣ ਜਾਣਾ ਕਿ ਬਈ ਇਹ ਚਰਨਜੀਤ ਕੋਈ ਜੰਗਲ 'ਚ ਮੈਨੂੰ ਵੇਖਦਾ ਤੇ ਨਹੀਂ ਪਿਆ, ਪਰ ਇੱਥੇ ਮੇਰੀ ਕੀ ਡਿਊਟੀ ਆ, ਮੈਂ ਉਹ ਕਰਨੀ ਆ।
ਉਹ ਜੋ ਮੇਰਾ ਫਰਜ਼ ਆ, ਔਰ ਇਹ ਨਹੀਂ ਜਿੰਨਾ ਹੁੰਦਾ ਕਰੋ, ਨਹੀਂ ਹੁੰਦਾ ਤੇ ਆਪਾਂ ਕੀ ਕਰ ਸਕਦੇ ਹਾਂ ਕਿ ਕੁਦਰਤ ਤੇ ਜਾਨੀ ਜਾਣ ਹੈ। ਪਰ ਇਹ ਬੜਾ ਵੱਡਾ ਨੁਕਤਾ ਜੇ। ਇੱਕ ਤੇ ਭਵਿੱਖ ਨੂੰ ਵੀ ਅੱਗੇ ਆਉਣ ਨਹੀਂ ਦੇਣਾ ਵੀ ਜਿਹੜਾ ਭਵਿੱਖ ਕਾਲ ਹੈ ਨਾ, ਉਹ ਕੀ ਕਹਿੰਦਾ, ਉਹ ਕਹਿੰਦਾ ਕੀ ਹੋਊਗਾ, ਤੂੰ ਇਹ ਪੈਸੇ ਇਕੱਠੇ ਕਰ ਲੈ, ਇਹ ਚੁੱਕ ਲੈ, ਪਰ ਨਹੀਂ, ਉੱਥੇ ਫਿਰ ਕੁਦਰਤ ਦੇ ਪਿੱਛੇ ਜਾਣਾ। ਆਪਾਂ ਕਹਿਣਾ ਕਿ ਜੇ ਮਾਂ ਦੇ ਥਣਾ 'ਚ ਦੁੱਧ ਆਇਆ ਤੇ ਉਹਦਾ ਕਾਰਨ ਹੈ ਕੋਈ, ਉਹਨੂੰ ਨਹੀਂ ਫਿਕਰ। ਜੇ ਮੰਨ ਲਿਆ ਕਿ ਘੱਟ ਲਿਖਿਆ ਪੈਸਾ ਤੇ ਕੋਈ ਗੱਲ ਨਹੀਂ, ਮੈਂ ਘੱਟ 'ਚ ਜੀਵਨ ਬਤੀਤ ਕਰਾਂਗਾ। ਨਿਜਰ ਸਾਹਿਬ ਕੀ ਕਹਿੰਦੇ? ਬਿਲਕੁਲ। ਪਰ ਜੇ ਆਪਾਂ, ਕਿਉਂਕਿ ਇਹਦਾ ਮਤਲਬ ਵਿਸ਼ਵਾਸ ਹੈ, ਪਰਮਾਤਮਾ ਕੁਛ ਨਹੀਂ ਵੇਖਣ ਦਿਆ। ਤੁਸੀਂ ਜਸਟ ਮੇਰੀ ਗੱਲ ਸੁਣੋ, ਜਿੰਨੇ ਆ ਸੂਰਜ ਬਣਾਇਆ, ਜਿਹਨੇ ਧਰਤੀਆਂ ਤੁਰਤੀਆਂ, ਪਤਾ ਹੀ ਨਹੀਂ ਕੀ ਕੁਝ ਪਾਇਆ, ਉਸ ਜੇ ਅਸੀਂ ਉੱਤੇ ਵਿਸ਼ਵਾਸ ਕਰਾਂਗੇ, ਤੁਸੀਂ ਕੀ ਸੋਚਦੇ ਤੁਹਾਡੀ ਰੋਟੀ ਨਾ, ਤੁਹਾਡਾ ਰਿਜ਼ਕ ਨਾ ਪਹੁੰਚੂ ਤੁਹਾਡੇ ਕੋਲ? ਜਿੰਨੇ ਸੈਲ ਪੱਥਰ ਦੇ ਅੰਦਰ ਜਿਹੜਾ ਜੀਵ ਆ, ਉਹਦਾ ਰਿਜ਼ਕ ਕਿੱਥੇ ਭੇਜਿਆ? ਆਂਡਾ ਵੇਖੋ, ਆਂਡੇ ਦੇ ਅੰਦਰ ਜਦੋਂ ਮੁਰਗੀ ਦਾ ਬੱਚਾ ਬਣਦਾ ਹੈ, ਉਹ ਜਿੰਨੇ ਚਿਰ ਤੱਕ ਉਹਦੇ ਪਰ ਨਿਕਲ ਨਹੀਂ ਜਾਂਦੇ, ਜਿੰਨਾ ਚਿਰ ਤੁਰਨ ਦੇ ਲਾਇਕ ਨਹੀਂ ਹੁੰਦਾ, ਉਹਨਾਂ ਰਾਸ਼ਨ ਆਂਡੇ ਦੇ ਅੰਦਰ ਹੈ। ਨਿਜਰ ਸਾਹਿਬ ਹਰ ਆਂਡੇ ਦੇ ਸਿਸਟਮ ਚ, ਠੀਕ ਹੈ ਨਾ? ਬਿਲਕੁਲ। ਆਪ ਜਸਟ ਮੈਕੈਨਿਜ਼ਮ ਦੇਖੋ ਪਰਮਾਤਮਾ ਦਾ, ਮੈਂ ਜਸਟ ਉਹਦੀ ਕ੍ਰੀਏਸ਼ਨ ਵੇਖਣਾ ਕਿ ਹਰ ਇੱਕ ਆਂਡੇ ਦਾ, ਕੋਈ ਵੀ ਹੈ, ਚਾਹੇ ਕਬੂਤਰ ਆ, ਚਾਹੇ ਘੁੱਗੀ ਆ, ਚਾਹੇ ਮੁਰਗੀ ਆ, ਉਹ ਬੱਚੇ ਨੂੰ ਕਿੰਨਾ ਰਾਸ਼ਨ ਚਾਹੀਦਾ ਹੈ ਚੱਲਣ ਵਾਸਤੇ, ਉਨੀ ਚਿਰ ਦਾ ਅਰੇਂਜਮੈਂਟ ਉਸ ਆਂਡੇ ਦੇ ਅੰਦਰ ਹੈ। ਜਸਟ ਸੋਚੋ ਕਿੰਨੀ ਵੱਡੀ ਉਹਦੀ ਕਾਰੀਗਰੀ ਆ। ਔਰ ਜੇ ਕੋਈ ਅੰਨਾ ਹੋਵੇ ਤੇ ਨਾ ਦੇਗੇ, ਉਹ ਗੱਲ ਵੱਖਰੀ, ਠੀਕ ਹੈ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ। ਇਹ ਤਾਂ ਮਤਲਬ ਕਿ ਉਹ ਤਾਂ ਤੇ ਉਹਨੂੰ ਪਤਾ ਕਿ ਆਂਡੇ ਚ ਇਹ ਜਿੰਨੇ ਚ ਉਹ ਹੋ ਸਕਦਾ ਕਿ ਰਾਸ਼ਨ ਘੱਟ ਪਾਉਂਦਾ, ਪਰ ਉਹਦਾ ਰਾਸ਼ਨ ਵੇਖਿਆ ਕਿਤੇ ਘਟਿਆ, ਉਹਨੂੰ ਪਤਾ ਹੈ। ਉਹਨੇ ਇੱਕ ਡਿਜ਼ਾਈਨ ਕੀਤਾ, ਸਾਡੇ ਅੰਦਰ ਵੀ ਪੂਰਾ ਸਿਸਟਮ ਹੈ, ਕਿੱਦਾਂ ਪੁਰਜੇ ਚੱਲਦੇ ਨੇ, ਕਿੱਦਾਂ ਖੂਨ ਸਾਫ਼ ਹੋ ਰਿਹਾ, ਕਿੱਦਾਂ ਹੀ ਰੋਟੀ ਖਾਂਦੇ ਆ। ਸਾਡਾ ਸਰੀਰ ਕਦੋਂ ਖਰਾਬ ਹੁੰਦਾ ਹੈ ਜਦੋਂ ਅਸੀਂ ਐਕਸਰਸਾਈਜ਼ ਨਹੀਂ ਕਰਦੇ, ਜਦੋਂ ਅਸੀਂ ਪੈਸੇ ਦੇ ਪਿੱਛੇ ਭੱਜਦੇ ਹਾਂ ਔਰ ਬਿਨਾਂ ਮਤਲਬ ਦੇ ਅੰਦਰ ਕ੍ਰੋਧ ਪੈਦਾ ਕਰਦੇ ਹਾਂ, ਲੋਭ ਪੈਦਾ ਕਰਦੇ ਹਾਂ, ਔਰ ਜਿੱਦਾਂ ਦਾ ਚਿੰਤਨ ਕਰਦੇ ਹਾਂ, ਚਿੰਤਾ ਜਿਹੜੀ ਹੁੰਦੀ ਚਿੱਖਾ ਸਮਾਨ ਹੁੰਦੀ ਹੈ। ਔਰ ਜਦੋਂ ਚਿੰਤਾ ਸਾਡੇ ਦਿਮਾਗ 'ਚ ਵੜ ਜਾਂਦੀ ਹੈ ਨਾ, ਤੇ ਫਿਰ ਸਾਡੇ ਸਰੀਰ 'ਚ ਬਿਮਾਰੀਆਂ ਆਉਣ ਲੱਗ ਪੈਂਦੀਆਂ। ਹਮੇਸ਼ਾ ਹੀ ਚਿੰਤਾ ਤੋਂ ਮੁਕਤ ਕਰਨ ਦਾ ਇੱਕੋ ਹੀ ਤਰੀਕਾ ਹੈ, ਉਹ ਕਿ ਮੇਰੇ ਪਿਤਾ ਨੇ ਮੇਰੇ ਲਈ ਰਿਜ਼ਕ ਬਣਾਇਆ ਤੇ ਮੈਨੂੰ ਜ਼ਰੂਰ ਮਿਲੇਗਾ। ਮਨ ਨੂੰ ਕਹਿਣਾ ਤੂੰ ਨਾ ਟੈਨਸ਼ਨ ਚੱਕ, ਇੰਨਾ ਜੀਵਨ ਲੰਘ ਗਿਆ ਨਾ ਤੇ ਇਹ ਵੀ ਲੰਘ ਜਾਊਗਾ, ਠੀਕ ਹੈ? ਨਿਜਤਾ ਕਥਾ ਸ਼ੁਰੂ ਕਰੀ। ਹਾਂਜੀ। ਸਾਚੀ ਲਿਵੇ ਬਿਨ ਦੇ ਨਿਮਾਣੀ ਲਿਵੇ ਬਾਜੋਂ, ਕਿਆ ਕਰੇ ਵਿਚਾਰੀਆ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹਦੇ ਵਾਸਤੇ ਮਾਲਕ ਪਰਮਾਤਮਾ ਨੇ ਸਾਰੀ ਖੇਡ ਬਣਾਈ ਹੋਈ ਆ, ਇਹ ਮਨੁੱਖੀ ਸਰੀਰ ਇਹ ਦੇ ਦਿੱਤੀ ਆ, ਇਹ ਜਿਹੜੀ ਹੈ ਉਸ ਮਾਲਕ ਪਰਮਾਤਮਾ ਦੀ ਉਹ ਕੰਮ ਜਿਹੜਾ ਹੈਗਾ, ਉਹ ਧਿਆਨ ਸਿਮਰਨ ਪ੍ਰੇਮਾ ਭਗਤੀ ਜਿਹੜੀ ਹੈਗੀ ਆ, ਉਸ ਤੋਂ ਬਗੈਰ, ਉਸ ਮਾਲਕ ਦੇ ਨਾਲ ਲਿਵ ਜੋੜਨ ਤੋਂ ਬਗੈਰ ਇਹ ਦੇਹ ਜਿਹੜੀ ਹੈਗੀ ਆ, ਇਹਦਾ ਇਹ ਕਿਸੇ ਕੰਮ ਦੀ ਨਹੀਂ ਹੈ, ਇਹਦਾ ਕੋਈ ਉਪਯੋਗ ਨਹੀਂ ਹੋ ਰਿਹਾ। ਜੇ ਆਪਾਂ ਕਹੀਏ ਵੀ ਮੈਂ ਜਿਹੜਾ ਹੈਗਾ ਪੈਸੇ ਇਕੱਠੇ ਕਰ ਲਏ, ਜਾਂ ਹੋਰ ਜਿਹੜੇ ਹੈਗੇ ਘਰ ਗ੍ਰਸਤੀ ਟੱਬਰ ਜਿਹੜੇ ਹੈਗੇ, ਵੱਡੇ ਵੱਡੇ ਮਹਿਲ ਮਾੜੀਆਂ ਖੜੀਆਂ ਕਰ ਲਈਆਂ, ਇਹ ਇੱਥੇ ਦੀ ਇੱਥੇ ਨਾ ਆਪਾਂ ਲੈ ਕੇ ਆਏ ਸੀ, ਨਾ ਲੈ ਕੇ ਜਾਣਾ ਹੈ ਭਾਈ। ਇਹ ਸਰੀਰ ਵੀ ਨਹੀਂ ਲੈ ਕੇ ਜਾਣਾ ਭਾਈ, ਜਿਹੜਾ ਆਇਆ ਸੀਗਾ ਨਾਲ ਹੀ ਮਾਂ ਦੇ ਪੇਟ 'ਚੋਂ, ਇਹ ਵੀ ਇੱਥੇ ਰਹਿ ਜਾਣਾ ਹੈ। ਇਸ ਕਰਕੇ ਜਿਸ ਕੰਮ ਦੇ ਵਾਸਤੇ ਜਿਹੜਾ ਹੈਗਾ ਸਰੀਰ ਆਪਾਂ ਨੂੰ ਮਿਲਿਆ ਹੈਗਾ, ਜੇ ਉਹ ਕੰਮ ਨਹੀਂ ਕੀਤਾ, ਜੇ ਉਹ ਮਾਲਕ ਪਰਮਾਤਮਾ ਦੇ ਨਾਲ ਲਿਵ ਨਹੀਂ ਲਗਾਈ, ਤੇ ਸਰੀਰ ਦਾ ਕੋਈ ਵੀ ਉਪਯੋਗ ਨਹੀਂ ਹੈ। ਦੇ ਨਿਮਾਣੀ ਲਿਵਾ ਬਾਜੂ, ਕਿਆ ਕਰੇ ਵਿਚਾਰੀਆ। ਕਹਿੰਦੇ ਕੀ ਕਰ ਰਹੀ ਹੈ ਇਹ ਵਿਚਾਰੀ ਜਿਹੜੀ ਹੈਗੀ ਉਸ ਲਿਵ ਤੋਂ ਬਗੈਰ। ਦੁਬਾਰਾ ਮਹਾਰਾਜ ਜਿਹੜੇ ਹੈ ਅਗਲੀ ਲਾਈਨ ਦੇ ਵਿੱਚ ਸੇਮ ਗੱਲ ਦੁਬਾਰਾ ਕਹਿ ਰਹੇ। ਹਾਂਜੀ ਗੁਰੂ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਜੀਵਨ ਦੇ ਵਿੱਚ ਜੋ ਮੇਨ ਹੈ ਨਾ, ਉਹ ਕੰਮ ਹੈ ਸਹੀ ਕੰਮ ਨੂੰ ਕਰਨਾ, ਜੋ ਸਾਡਾ ਕਰਤੱਵ ਬਣਦਾ। ਤੇ ਧਿਆਨ ਤੇ ਮੈਨੂੰ ਪਤਾ ਕਿਸ ਲਈ, ਕਈ ਵਾਰੀ ਅਸੀਂ ਆਪਣਾ ਕਰਤੱਵ ਨਹੀਂ ਕਰਦੇ, ਅਸੀਂ ਕਮਜ਼ੋਰ ਹੋ ਜਾਂਦੇ ਹਾਂ। ਉਹਦੇ ਚ ਆ ਜਾਂਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਰਾਗ ਤੇ ਦਵੈਸ਼। ਇਹ ਕੀ ਕਰਦੇ, ਬੜੇ ਪਾਵਰਫੁਲ ਨੇ।
ਕਈ ਵਾਰੀ ਅਸੀਂ ਚਾਹ ਕੇ ਵੀ ਨਾ ਇਹਨਾਂ ਦੇ ਔਗਣਾਂ 'ਚ ਚਲੇ ਜਾਂਦੇ ਹਾਂ ਤੇ ਫਿਰ ਮਾੜੇ ਕਰਮ ਕਰ ਲੈਂਦੇ ਹਾਂ। ਧਿਆਨ ਸਿਮਰਨ ਦਾ ਮਤਲਬ ਕਿਸੇ ਤਰੀਕੇ ਨਾਲ ਆਪਣੀ ਸੁਰਤੀ ਨੂੰ ਆਤਮਾ ਤੱਤ 'ਚ ਸਥਿਰ ਕਰ ਲਿਆ ਜਾਵੇ ਤੇ ਸਾਨੂੰ ਉਹ ਸ਼ਕਤੀ ਪ੍ਰਾਪਤ ਹੋ ਜਾਵੇ ਤਾਂ ਜੋ ਜਿੱਦਾਂ ਦੋ ਭਲਵਾਨ ਭੁੱਲਦੇ ਇੱਕ ਤਗੜਾ ਤੇ ਇੱਕ ਮਾੜਾ, ਸਾਡੇ 'ਚ ਸ਼ਕਤੀ ਆ ਜੇ, ਸਾਨੂੰ ਜਿਹੜੇ ਔਗਣ ਆ ਉਹ ਨੱਪ ਨਾ ਲੈਣ। ਹੁਣ ਤੁਸੀਂ ਇਸ ਚੀਜ਼ ਨੂੰ ਦੇਖਦੇ ਵੀ ਜੋ ਕਈ ਵਾਰੀ ਤੁਸੀਂ ਚਾਹ ਕੇ ਵੀ ਉਹ ਆਪਣੇ ਆਪ ਨੂੰ ਰੋਗ ਹੀ ਨਹੀਂ ਪਾਉਂਦੇ ਤੇ ਤੁਹਾਡੇ ਕੋਲ ਔਗਣ ਹੋ ਜਾਂਦਾ। ਉਹਦਾ ਕਾਰਨ ਇਹ ਹੀ ਆ ਕਿ ਅੰਦਰ ਸ਼ਕਤੀ ਨਹੀਂ ਹੈਗੀ, ਉਨੀ ਸ਼ਕਤੀ ਨਹੀਂ ਹੈਗੀ ਜਿੰਨੀ ਚਾਹੀਦੀ। ਨਸ਼ਾ ਕਰਨ ਵਾਲਾ ਬੰਦਾ ਵੇਖੇਗਾ ਨਾ ਤੁਸੀਂ, ਉਹਨੂੰ ਪਤਾ ਮੇਰਾ ਸਰੀਰ ਖਰਾਬ ਹੋ ਜਾਣਾ, ਇਹਦੇ ਬਾਵਜੂਦ ਵੀ ਨਸ਼ਾ ਕਰਦਾ। ਇਸੇ ਤਰ੍ਹਾਂ ਔਗਣ ਜਿਹੜੇ ਹੁੰਦੇ ਨੇ ਉਹ ਬੰਦੇ ਤੇ ਹਾਵੀ ਹੋ ਜਾਂਦੇ ਕਿਉਂਕਿ ਬੜੇ ਪਾਵਰਫੁਲ ਨੇ, ਮਾਇਆ ਦਾ ਜਾਲ ਹੈ। ਔਰ ਉਸ ਚੀਜ਼ ਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈਗਾ ਕਿ ਸਾਡੇ ਅੰਦਰ ਇੱਕ ਸ਼ਕਤੀ ਹੈ, ਨਾਮ ਰੂਪੀ ਸ਼ਕਤੀ, ਉਹਨੂੰ ਪ੍ਰਗਟ ਕੀਤਾ ਜਾਵੇ। ਉਹਨੂੰ ਪ੍ਰਗਟ ਕਰਕੇ ਜਿਹੜੀ ਸਾਡੇ ਅੰਦਰ ਅੰਤਰਾਕਰਨ ਦੀ ਸ਼ਕਤੀ ਆ ਜਾਏ ਤਾਂ ਜੋ ਅਸੀਂ ਇਸ ਇੰਦਰ ਜਾਲ ਨੂੰ ਤੋੜ ਸਕੀਏ, ਇਸ ਤੋਂ ਮੁਕਤ ਕਰ ਸਕੀਏ ਆਪਣੀ ਚੇਤਨਾ ਨੂੰ। ਚੇਤਨਾ ਜਿੰਨਾ ਚਿਰ ਤੱਕ ਆਪਣੇ ਰੂਪ ਤੇ ਸਥਿਰ ਨਹੀਂ ਨਾ ਹੋ ਜਾਂਦੀ, ਪੁਰਸ਼ ਜਿਹੜਾ ਹੈਗਾ, ਦੇਖੋ ਪੁਰਸ਼ ਕੀ ਹੈ, ਚੇਤਨਾ ਪੁਰਸ਼ ਤੋਂ ਹੀ ਆਉਂਦੀ ਹੈ। ਜਿੰਨਾ ਚਿਰ ਤੱਕ ਇੰਦਰੀਆਂ ਦੇ ਵਿੱਚ ਹੈ, ਭੋਗਾਂ 'ਚ ਹੈ, ਉਹ ਚੇਤਨਾ ਨੇ ਪ੍ਰਗਟ ਨਹੀਂ ਹੋਣਾ। ਧਿਆਨ ਸਿਮਰਨ ਦੇ ਵਿੱਚ ਜਦੋਂ ਆਪਾਂ ਆਪਣੀ ਸੁਰਤੀ ਨੂੰ ਆਤਮ ਤੱਤ 'ਚ ਲੀਨ ਕਰਦੇ ਹਾਂ ਤੇ ਫਿਰ ਕੀ ਕਰਦੀ, ਉਹ ਚੇਤਨਾ ਜਿਹੜੀ ਆਪਣੇ ਰੂਪ 'ਚ ਪ੍ਰਗਟ ਹੋ ਜਾਂਦੀ। ਇੱਕ ਵਾਰੀ ਉਹ ਚੇਤਨਾ ਉਸ ਆਤਮਾ ਰੂਪੀ ਬਿੰਦੂ 'ਚ ਪ੍ਰਵੇਸ਼ ਕਰ ਗਈ ਨਾ ਸੁਰਤੀ, ਉਸ ਤੋਂ ਬਾਅਦ ਫਿਰ ਤੁਹਾਨੂੰ ਨਹੀਂ ਤੋੜਿਆ ਜਾ ਸਕਦਾ। ਬਹੁਤ ਪਾਵਰ ਆ ਜਾਣੀ ਆ। ਔਰ ਇਹੋ ਹੀ ਪ੍ਰੂਫ ਆ। ਅਤੇ ਅੱਜ ਚੈੱਕ ਕਰੋ, ਜਿਹੜੇ ਸੰਤ ਹੁੰਦੇ ਆ ਉਹਨਾਂ ਨੂੰ ਝੁਕਾਉਣਾ ਬੜਾ ਔਖਾ ਹੁੰਦਾ ਕਿਉਂਕਿ ਉਹਨਾਂ ਦੇ ਅੰਦਰ ਬਹੁਤ ਸ਼ਕਤੀ ਆ ਗਈ। ਫਿਰ ਉਹਨਾਂ ਨੂੰ ਵੱਢ ਦਿੱਤਾ ਜਾ ਸਕਦਾ ਹੈ, ਜੋ ਮਰਜ਼ੀ ਕਰ ਦੋ, ਪਰ ਉਹਨਾਂ ਨੂੰ ਝੁਕਾਇਆ ਨਹੀਂ ਜਾ ਸਕਦਾ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਹਾਂਜੀ, ਤੇ ਉਹ ਤੁਕ ਦੁਬਾਰਾ ਬੋਲੋ, ਮੈਂ ਸਭ ਲਵਾਂ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ। ਕੋਈ ਵਿਆਖਿਆ ਕਰੋ। ਹਾਂਜੀ, ਕਹਿੰਦੇ ਪਰਮਾਤਮਾ ਦੀ ਜਿਹੜੀ ਲਿਵ ਆ, ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਜਿਹੜਾ ਹੈਗਾ, ਧਿਆਨ ਸਿਮਰਨ ਤੋਂ ਬਗੈਰ ਜਿਹੜਾ ਹੈਗਾ, ਕਹਿੰਦੇ ਸਰੀਰ ਜਿਹੜਾ ਹੈਗਾ ਨਿਮਾਣਾ ਹੈਗਾ, ਇਹਦਾ ਕੋਈ ਉਪਯੋਗ ਨਹੀਂ ਹੈਗਾ ਸਰੀਰ ਦਾ। ਦੇ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ। ਕਹਿੰਦੇ ਉਸ ਧਿਆਨ ਸਿਮਰਨ ਤੋਂ, ਲਿਵ ਤੋਂ, ਪਰਮਾਤਮਾ ਦੇ ਨਾਲ ਲਿਵ ਜੋੜਨ ਤੋਂ ਬਗੈਰ, ਸੁਰਤ ਨੂੰ ਆਤਮਾ ਦੇ ਵਿੱਚ ਵੱਲ ਜਾਣ ਤੋਂ ਬਗੈਰ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ ਇਹ ਨਿਮਾਣਾ ਹੈਗਾ ਭਾਈ। ਜੀਵ ਇਸਤਰੀ ਆਪਾਂ ਜਿਹੜੇ ਹੈਗੇ ਆ, ਕਹਿੰਦੇ ਕੀ ਕਰ ਰਹੇ ਆ ਆਪਾਂ, ਇਹ ਵਿਚਾਰੇ ਜਿਹੜੇ ਹੈਗੇ ਆ ਤਰਸ ਲਾਇਕ ਹੈਗੇ ਆ, ਜਿਹੜੇ ਵੀ ਇਸ ਕਿਰਿਆ ਨੂੰ ਨਹੀਂ ਕਰਦੇ। ਦੇ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ। ਕਹਿੰਦੇ ਤੁਧ ਬਾਜ ਸਮਰਥ ਕੋਈ ਨਹੀਂ, ਕਿਰਪਾ ਕਰ ਬਨਵਾਰੀਆ। हे ਮੇਰੇ ਮਾਲਕਾ, ਇਸ ਕੰਮ ਦੇ ਵਾਸਤੇ ਤੂੰ ਜਿਹੜਾ ਹੈਗਾ ਇਹ ਸਾਰੀ ਖੇਡ ਬਣਾਉਣ ਵਾਲਾ, ਸਾਰਾ ਕੁਝ ਕਰਨ ਵਾਲਾ, ਤੂੰ ਇਹ ਦੇਹ ਦੇਣ ਵਾਲਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਜਿਨ੍ਹਾਂ ਦੇ ਨਾਲ ਘੋਲ ਹੈਗਾ, ਇਹਨਾਂ ਨੂੰ ਤੂੰ ਜਿਹੜਾ ਹੈਗਾ ਬਣਾਉਣ ਵਾਲਾ, ਇਹਨਾਂ ਨੂੰ ਸ਼ਕਤੀ ਦੇਣ ਵਾਲਾ ਤੂੰ ਹੀ ਹੈਗਾ ਆ, ਤੇ ਤੂੰ ਹੀ ਮਦਦ ਕਰੇਗਾ ਤਾਂ ਜਿਹੜਾ ਹੈਗਾ ਇਹ ਕੰਮ ਹੋ ਸਕਦਾ ਹੈ। ਤੇਰੇ ਤੋਂ ਇਲਾਵਾ ਹੋਰ ਕੋਈ ਸਮਰੱਥ ਨਹੀਂ ਹੈਗਾ। ਇਸ ਕਰਕੇ हे ਮੇਰੇ ਮਾਲਕਾ, ਕਿਰਪਾ ਕਰ। हे ਬੰਨ ਦੇ ਵਾਲੀ, हे ਸੰਸਾਰ ਦੇ ਮਾਲਕ, ਕਿਰਪਾ ਕਰ, ਮੈਨੂੰ ਜਿਹੜਾ ਹੈਗਾ ਧਿਆਨ ਸਿਮਰਨ ਵਾਲੇ ਪਾਸੇ ਲਗਾ ਦੇ, ਮੇਰੇ ਉੱਤੇ ਮਿਹਰ ਕਰ। ਹਾਂਜੀ ਗੁਰੂ ਸਾਹਿਬ, ਬਿਲਕੁਲ ਠੀਕ ਹੈ ਜੀ। ਜਿਹੜਾ ਜੀਵ ਹੈ ਨਾ, ਇਹਨੂੰ ਵਾਲੇ 7 ਘੋੜੇ ਜੋ ਦਿੱਤੇ ਨੇ, 5 ਤੇ ਇਹ ਨੇ ਤੇ 2 ਹੋਰ ਨੇ, ਰਾਗ ਤੇ ਦਵੈਸ਼। ਇਹ ਤੈਨੂੰ ਕਹਿੰਦੇ ਵਿਚਾਰੀਆ ਕਮਜ਼ੋਰ ਹੈ, ਉਹਨੂੰ ਧੂਈ ਫਿਰਦੇ। ਤੁਸੀਂ ਵੇਖੋਗੇ ਨਾ, ਤੁਹਾਨੂੰ ਲਈ ਫਿਰਦੇ, ਬਿਲਕੁਲ ਕਿੱਥੇ ਬਹਿਣ ਦਿੰਦੇ, ਧੂਈ ਫਿਰਦੇ ਵਿਚਾਰੇ ਨੂੰ। ਉਹ ਤੇ ਵਿਚਾਰੇ ਦੀ ਪੈਰ ਹੀ ਨਹੀਂ ਲੱਗਣ ਦਿੰਦੇ। ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਹ ਨਿਜਰ ਸਾਹਿਬ ਇੱਥੇ ਨਾ ਗਿੱਦੜ ਤੇ ਗਿੱਦੜੀ, ਤੇ ਗਿੱਦੜ ਰੋਜ਼ ਦੀਆਂ ਗੱਪਾਂ ਬਹੁਤ ਮਾਰਦਾ ਹੁੰਦਾ ਹੈ, ਤੇ ਗਿੱਦੜੀ ਉਹ ਤੋਂ ਪਰੇਸ਼ਾਨ ਹੋ ਗਈ। ਉਹਨੇ ਕਿਹਾ ਕਿ ਇਹ ਤੇ ਰੋਜ਼ ਹਵਾ ਮਾਰਦਾ ਤੇ ਕਿਉਂ ਇਹਦਾ ਪੱਕਾ ਹੀ ਹੱਲ ਕਰ ਦਿੱਤਾ ਜਾਵੇ। ਤੇ ਉਹਨੇ ਕੀ ਵੇਖਿਆ ਕਿ ਲਾਗੇ ਊਠ ਦੇ ਲਾਗੇ ਬੈਠਾ ਹੀ ਗਿੱਦੜ ਕਿਤੇ,
ਤੇ ਨਜਰ ਸਾਹਿਬ ਨੇ ਇਹਨੇ ਕੀਤਾ, ਊਠ ਦੀ ਪੂਛ ਨੂੰ ਨਾ ਗਿੱਦੜ ਦੀ ਪੂਛ ਦੇ ਨਾਲ ਬੰਨਤਾ ਤੇ ਉਧਰੋਂ ਊਠ ਨੂੰ ਉਠਾਤਾ ਤੇ ਊਠ ਨੇ ਦੇ ਦਿਲਤਾ ਤੇ ਗਿੱਦੜ ਦਾ ਤੇ ਉਹਨੇ ਫਲੂਦਾ ਬਣਾਤਾ ਤੇ ਉਹਨੇ ਜ਼ੋਰ ਦੀ ਪਛੰਡਾ ਮਾਰਿਆ ਤੇ ਗਿੱਦੜ ਦੂਰ ਜਾ ਕੇ ਡਿੱਗਿਆ ਤੇ ਗਿੱਦੜੀ ਚਲ ਗਈ ਹੋਰ ਕੋ, ਕਹਿੰਦੀ ਗਿੱਦੜਾ ਹੋਰ ਸੁਣਾ ਕੀ ਹਾਲ ਆ? ਤੇ ਕਹਿੰਦਾ ਹਾਲ ਤੇ ਠੀਕ ਆ। ਕਹਿੰਦੀ ਤੂੰ ਬੜੀਆਂ ਗੱਪਾਂ ਮਾਰਦਾ, ਮੈਂ ਇਹ ਕੀਤਾ ਮੈਂ ਉਹ ਕੀਤਾ ਤੇ ਅੱਜ ਤੇ ਤੋਂ ਕੁਛ ਹੋਇਆ ਹੀ ਨਹੀਂ ਹੈ। ਉਹ ਕਹਿੰਦਾ ਗਿੱਦੜੀਏ ਕਰ ਤੇ ਮੈਂ ਬੜਾ ਕੁਝ ਲੈਣਾ ਸੀ, ਮੇਰੇ ਸਾਲੇ ਨੇ ਪੈਰ ਹੀ ਨਹੀਂ ਲੱਗਣ ਦਿੱਤੇ। ਨੱਜਰ ਸਾਹਿਬ ਉਹ ਹਿਸਾਬ ਹੈ ਸਾਡਾ, ਇਹ ਜਿਹੜੇ ਉਗਣੇ ਆ ਨਾ ਇਹ ਸਾਡੇ ਪੈਰ ਹੀ ਨਹੀਂ ਲੱਗਣ ਦਿੰਦੇ। ਤੁਸੀਂ ਦੇਖੋ, ਤੁਸੀਂ ਵਾਅਦਾ ਕੀਤਾ ਕਿ ਮੈਂ ਆਹ ਕੰਮ ਨਹੀਂ ਕਰਨਾ, ਵੇਖੋ ਤੁਸੀਂ ਕਰੋਗੇ। ਇਹ ਤਦ ਤੱਕ ਕਰਦੇ ਰਹਿਣਾ ਵਾ, ਤਦ ਤੱਕ ਗੁਲਾਮੀ ਦੇ ਵਿੱਚ ਜੀਵਨ ਬਤੀਤ ਕਰਨਾ ਜਿੰਨਾ ਚਿਰ ਤੱਕ ਸਾਡੀ ਟੁੱਟੀ ਆਤਮਾ ਤੱਤ ਚ ਨਹੀਂ ਜਾਂਦੀ। ਇੱਥੇ ਤੁਕ ਲਿਖੀ ਨਾ ਸਮਰੱਥ ਉਹ ਬਨਵਾਰੀਏ ਦੀ ਸ਼ਰਨ ਚ ਜਾਣਾ ਪਊਗਾ ਸਾਨੂੰ। ਹਾਂ ਉਦਾਂ ਤੇ ਗੱਲ ਨਹੀਂ ਬਣਨੀ, ਕਿਉਂਕਿ ਇਹ ਤੇ ਮਾਇਆ ਉਹਦੀ ਹੈ। ਇਸ ਮਾਇਆ ਰੂਪੀ ਭਰਮ ਨੂੰ ਉਹਨਾਂ ਚਿਰ ਨਸ਼ਟ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਤੱਕ ਅਸੀਂ ਉਹਦੀ ਸ਼ਰਨਾਂ ਚ ਜਾਂਦੇ ਨਹੀਂ, ਉਹਦੇ ਚਰਨਾਂ ਚ ਆਪਣੀ ਸੁਰਤੀ ਇਕਾਗਰ ਨਹੀਂ ਕਰਦੇ। ਜੀਵਨ ਉੱਥੇ ਜਾਣਾ ਹੀ ਪੈਣਾ, ਹੋਰ ਤਾਂ ਕੋਈ ਹੱਲ ਹੀ ਨਹੀਂ ਹੈਗਾ। ਹੁਣ ਨਹੀਂ ਜਾਓਗੇ 2-4 ਲੱਖ ਸਾਲ ਬਾਅਦ ਚੱਲ ਜਾਓਗੇ, ਛੁਟਕਾਰਾ ਇਹਦਾ ਹੋਣਾ ਹੀ ਨਹੀਂ ਹੈ। ਇਹ ਸੰਸਾਰ ਮਾਇਆ ਹੈ, ਪ੍ਰਪੰਚ ਹੈ। ਦੇਖੋ ਧਰਤੀ ਘੁੰਮ ਰਹੀ ਹੈ, ਸੂਰਜ ਘੁੰਮ ਰਿਹਾ, ਨਦੀ ਦਾ ਪਾਣੀ ਨਿਕਲਦਾ ਹੈ, ਨਦੀ ਤੋਂ ਪਾਣੀ ਸਮੁੰਦਰ ਚ ਉੱਠਦਾ ਹੈ, ਵਰਦਾ ਹੈ, ਫਿਰ ਨਦੀ ਦੇ ਰੂਪ ਚ ਫਿਰ ਸਮੁੰਦਰ ਚ ਵਾਪਸ। ਠੀਕ ਹੈ ਨਜਰ ਸਾਹਿਬ? ਬਿਲਕੁਲ। ਇਹ ਸਾਰਾ ਕੁਝ ਹੋ ਰਿਹਾ ਘੁੰਮ ਘੁਮਾ ਕੇ, ਪ੍ਰਕਿਰਤੀ ਸਾਈਕਲਿੰਗ ਹੈ। ਉਸੇ ਤਰ੍ਹਾਂ ਆਪਾਂ ਘੁੰਮ ਰਹੇ ਹਾਂ। ਪਰ ਇਹ ਹੈ ਕਿ ਸਿਆਣੇ ਬੰਦੇ ਜਿਹੜੇ ਹੁੰਦੇ ਆ, ਇੱਕ ਦੋ ਕਿਸਮ ਦੇ ਇਨਸਾਨ ਹੁੰਦੇ ਆ। ਇੱਕ ਉਹ ਇਨਸਾਨ ਹੁੰਦੇ ਆ ਖੁਦ ਗਲਤੀ ਕਰਕੇ ਸਿੱਖਦੇ, ਤੇ ਇੱਕ ਉਹ ਇਨਸਾਨ ਹੁੰਦੇ ਨੇ ਉਹ ਥੋੜੇ ਸਿਆਣੇ ਹੁੰਦੇ ਆ, ਉਹ ਫਿਰ ਪਿੱਛਿਆਂ ਦੀਆਂ ਗਲਤੀਆਂ ਤੋਂ ਵੀ ਸਿੱਖ ਲੈਂਦੇ ਨੇ। ਉਹ ਵੇਖ ਲੈਂਦੇ ਨੇ ਕਿ ਮੇਰੇ ਆਂਢ ਗੁਆਂਢ ਲੋਕਾਂ ਦਾ ਕੀ ਹਾਲ ਹੈ ਤੇ ਮੇਰਾ ਕੋਈ ਵੱਖਰਾ ਨਹੀਂ ਹੋਣਾ। ਉਹ ਚੀਜ਼ ਦੇਣਾ ਵੀ ਹੋਣੀ ਆ, ਉੱਥੋਂ ਵੀ ਸਿੱਖਿਆ ਜਾ ਸਕਦਾ। ਠੀਕ ਹੈ ਨਾ ਸਾਹਿਬ? ਬਿਲਕੁਲ। ਹਾਂਜੀ ਅਗਲੀ ਤੋਂ ਬੋਲੋ। ਹਾਂਜੀ, ਇਸ ਨੂੰ ਹੋਰ ਥਾਂ ਨਹੀਂ ਸ਼ਬਦੇ ਲਾਗ ਸਵਾਰੀਆ। ਕਹਿੰਦੇ ਆਪਸ਼ਨ ਹੀ ਨਹੀਂ ਹੈ ਹੋਰ ਕੋਈ। ਕਹਿੰਦੇ ਸ਼ਬਦ ਦੇ ਨਾਲ ਲੱਗਣਾ ਪਊਗਾ ਭਾਈ, ਧਿਆਨ ਸਿਮਰਨ ਕਰਨਾ ਪਊਗਾ, ਆਪਣੇ ਅੰਦਰ ਵੜਨਾ ਪਊਗਾ, ਇਹ ਮੈਡੀਟੇਸ਼ਨ ਪ੍ਰੇਮਾ ਭਗਤੀ ਕਰਨੀ ਪਊਗੀ। ਹੋਰ ਕੋਈ ਚਾਰਾ ਨਹੀਂ ਹੈ, ਹੋਰ ਕੋਈ ਥਾਂ ਹੀ ਹੈ ਨਹੀਂਗਾ ਸ਼ਬਦ ਤੋਂ ਇਲਾਵਾ। ਸ਼ਬਦ ਦੇ ਨਾਲ ਲੱਗਣਾ ਪਊਗਾ। ਆਪਣੇ ਆਪ ਨੂੰ ਜੇ ਸਵਾਰਨਾ ਚਾਹੁੰਦੀ ਹੈ ਤੇ ਇਹ ਇਨਸਾਨ ਜੇ ਚਾਹੁੰਦਾ ਹੈ, ਇਹ ਸਰੀਰ ਜਿਹੜਾ ਮਿਲਿਆ ਹੋਇਆ ਆ, ਇਹ ਦੇਹ ਨੂੰ ਜਿਹੜਾ ਹੈਗਾ ਇਹਦੇ ਨਾਲ ਕੁਛ ਜਿਹੜਾ ਹੈਗਾ ਮਾਲਕ ਦੀ ਦਰਗਾਹ ਦੇ ਵਿੱਚ ਜਿਹੜਾ ਹੈਗਾ ਨਾਲ ਲਿਜਾਣ ਵਾਲਾ ਧਨ ਜਿਹੜਾ ਹੈਗਾ ਨਾਮ ਧਨ ਇਕੱਠਾ ਕਰਨਾ ਚਾਹੁੰਦਾ ਹੈ, ਤੇ ਭਾਈ ਸ਼ਬਦ ਦੇ ਨਾਲ ਆਪਣੇ ਆਪ ਨੂੰ ਸਵਾਰਨਾ ਪਊਗਾ। ਕਹੇ ਨਾਨਕ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ। ਕਹਿੰਦੇ ਉਸ ਮਾਲਕ ਪਰਮਾਤਮਾ ਦੀ ਲਿਪ ਤੋਂ ਬਗੈਰ, ਪ੍ਰੇਮਾ ਭਗਤੀ ਤੋਂ ਬਗੈਰ, ਕਹਿੰਦੇ ਜਿਹੜੀ ਹੈ ਦੇਹ, ਇਹ ਸਰੀਰ ਜਿਹੜਾ ਹੈਗਾ, ਇਹ ਇਨਸਾਨ ਕਹਿੰਦੇ ਕੀ ਕਰ ਰਿਹਾ ਹੈ ਵਿਚਾਰਾ, ਤਰਸਯੋਗ ਹੈਗਾ। ਇਹ ਆਪਣਾ ਜਿਹੜਾ ਹੈਗਾ ਧਨ ਜਿਹੜਾ ਹੈਗਾ, ਇੰਨਾ ਕੀਮਤੀ ਧਨ ਸਵਾਸਾਂ ਰੂਪ ਮਿਲਿਆ ਹੋਇਆ ਹੈ, ਇਹਨੂੰ ਅਜਾਈ ਜਿਹੜਾ ਹੈਗਾ ਲੁਟਾ ਰਿਹਾ ਹੈ। ਹਾਂਜੀ ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਜਿਹੜਾ ਪਰਮਾਤਮਾ ਉਹ ਭਾਵਾਤੀਤ ਹੈ, ਉਸ ਚ ਕੋਈ ਭਾਵਨਾ ਨਹੀਂ ਹੈ, ਨਾ ਗੁਣ ਨੂੰ ਗ੍ਰਹਿਣ ਕਰਦਾ। ਰਜੋ ਤਮੋ ਸਤੋ, ਇਹ 3 ਗੁਣ ਹੈਗੇ ਆ, ਇਹ ਪ੍ਰਕਿਰਤੀ ਹੈ, ਇਹ ਗੁਣਾਂ ਨੂੰ ਗ੍ਰਹਿਣ ਕਰਦੀ ਹੈ। ਜਦੋਂ ਸੰਸਾਰ ਤੇ ਕੋਈ ਤਰੀਕਾ ਨਹੀਂ ਹੈਗਾ ਦੁੱਖਾਂ ਨੂੰ ਖਤਮ ਕਰਨ ਦਾ, ਕੋਈ ਵੀ ਦੁਨੀਆ ਤੇ ਤਰੀਕਾ ਨਹੀਂ ਹੈਗਾ। ਪੈਸੇ ਨਹੀਂ ਦੁੱਖ ਖਤਮ ਕਰ ਸਕਦੇ, ਨਾ ਚਿੰਤਾ ਨਾ ਪਰੇਸ਼ਾਨੀ ਖਤਮ ਹੋ। ਜਦੋਂ ਅਸੀਂ ਨਿਰਗੁਣ ਬ੍ਰਹਮ ਚ ਆਪਣੀ ਸੁਰਤੀ ਇਕਾਗਰ ਕਰਦੇ ਹਾਂ ਨਾ, ਤੇ ਸਾਨੂੰ ਸਮਾਧੀ ਮਿਲਦੀ ਹੈ। ਉਸ ਟਾਈਮ ਤੇ ਮੰਨ ਲਓ ਘੰਟਾ 1.5 ਘੰਟਾ ਬਾਅਦ ਬੈਠੇ ਆਪਣੇ 15-20 ਮਿੰਟ ਦੀ ਸਮਾਧੀ ਮਿਲ ਗਈ ਵਧੀਆ। ਜਿੱਥੇ ਕਿ ਉਹ ਜਿਹੜਾ ਤੀਰ ਆ ਉਹ ਡਾਟ ਮਤਲਬ ਸਾਡੀ ਸੁਰਤੀ ਕੀਤੀ ਮਨ ਦੇ ਅੰਦਰ ਇਕਾਗਰ ਹੋ ਗਈ। ਉਹੀ ਤੇ ਨਿਰਗੁਣ ਬ੍ਰਹਮ ਹੈ, ਆਤਮਾ ਹੋ ਗਈ ਹੈ। ਇੱਕ ਸਮਾਂ ਆਉਣਾ ਹੈ, ਉਹ ਸਾਡਾ ਜਿਹੜਾ ਤੀਰ ਹੈ ਨਾ, ਉਸ ਕਾਲੇ ਡਾਟ ਦੇ ਵਿੱਚ ਖੁੱਭਣਾ ਵਾ, ਖੁੱਭੂਗਾ ਹੌਲੀ ਹੌਲੀ ਕਰ, ਪਰ ਇੱਕਦਮ ਨਹੀਂ। ਜਦੋਂ ਤੀਰ ਗਿਆ 2-4 ਮਿੰਟ ਤੇ ਅੜ ਗਿਆ, ਫਿਰ ਉਹ ਤੀਰ ਉੱਥੋਂ ਨਿਕਲ ਜਾਂਦਾ
ਇਦਾਂ ਦੀ ਅਵਸਥਾ ਬਣੂ। ਤੁਹਾਡੇ ਨਾਲ ਕੋਈ ਟੋਣੀ ਹੈ ਜੀ, ਤੁਸੀਂ ਫੇਰ ਟਰਾਈ ਕੀਤੀ, ਹੋ ਸਕਦਾ 10-20 ਮਿੰਟ ਤੇ ਤੀਰ ਫਸਿਆ ਰਹਿ ਗਿਆ, ਪਰ ਹਜੇ ਤੀਰ ਨਾ ਉਹਦੇ ਅੰਦਰ ਪੂਰੀ ਧੱਸਿਆ ਨਹੀਂ ਆ। ਇਹ ਤੀਰ ਉਦੋਂ ਧੱਸ ਜਾਣਾ ਵਾ ਜਦੋਂ ਤੁਹਾਨੂੰ ਸਹਿ ਸਮਾਧੀ ਮਿਲ ਗਈ। ਸਹਿ ਸਮਾਧੀ ਦਾ ਮਤਲਬ ਉਹ ਤੀਰ ਦਾ ਮੂੰਹ ਵੇਖਿਆ ਨਾ, ਚੁੰਝਾਂ ਬਣੀਆਂ ਹੁੰਦੀਆਂ। ਇਹਨੇ ਕੀ ਕਰਨਾ, ਸੁਰਤੀ ਤੁਹਾਡੀ ਨੇ ਉਸ ਆਤਮਾ ਰੂਪੀ ਘੇਰੇ ਦੇ ਅੰਦਰ ਹੀ ਪ੍ਰਵੇਸ਼ ਕਰਕੇ ਉਹਦੇ ਤੇ ਫਸ ਜਾਣਾ, ਫਿਰ ਨਹੀਂ ਨਿਕਲਣੀ ਉਹ ਸੁਰਤੀ। ਬਹੁਤ ਮਜ਼ਾ। ਫਿਰ ਤੁਸੀਂ ਅੱਖਾਂ ਬੰਦ ਕਰੋ, ਭਾਵੇਂ ਖੋਲੋ, ਭਾਵੇਂ ਕੰਮ ਕਰੀ ਜਾਓ, ਇਹ ਨਹੀਂ ਤੁਹਾਡੀ ਸੁਰਤੀ ਭਟਕੂ। ਜਦ ਤੱਕ ਸਾਡੀ ਸੁਰਤੀ ਉੱਥੇ ਭਾਵਾਤੀਤ ਚ ਫਸ ਨਹੀਂ ਜਾਂਦੀ, ਉਹਨਾਂ ਚਿਰ ਤੱਕ ਨਾ ਤੇ ਸਾਨੂੰ ਦੁੱਖਾਂ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਸਕਦੀ ਹੈ। ਪਰਮਾਨੰਦ ਮਿਲਣਾ ਹੈ ਉਹ ਇੱਕ ਅਲੱਗ ਚੀਜ਼ ਹੈ, ਪਰ ਪਰਮਾਤਮਾ ਪਰਮਾਨੰਦ ਵੀ ਨਹੀਂ ਹੈ, ਉਸ ਤੋਂ ਵੀ ਅੱਗੇ ਹੋ। ਇੱਥੇ ਸਭ ਕੁਝ ਰੁਕ ਜਾਣਾ, ਔਰ ਉਸ ਅਵਸਥਾ ਨੂੰ ਉਦੋਂ ਅਸੀਂ ਅਨੁਭਵ ਕਰਦੇ ਹਾਂ ਜਦੋਂ ਜਿਹੜਾ ਅਨੁਭਵ ਕਰਨ ਵਾਲਾ ਵਾ ਉਹਦਾ ਰੂਪ ਹੋ ਜਾਂਦਾ। ਬਹੁਤ ਵਧੀਆ ਜੀ। ਇਹ ਚੀਜ਼ ਜਿਹੜੀ ਹੈ ਨਾ ਬੜੀ, ਉੱਥੇ ਅਨੁਭਵ ਨਹੀਂ ਹੈਗਾ। ਮੈਂ ਤੁਹਾਨੂੰ ਦੱਸਾਂ, ਅਨੁਭਵ ਰਹਿ ਤੇ ਅਨੁਭਵ ਹੈ। ਬਾਣੀ ਚ ਕਿਹਾ ਵੀ ਹੈ ਕਿ ਜੋ ਜਗ੍ਹਾ ਤੇ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗ ਜਾਊ। ਉੱਥੇ ਅਨੁਭਵ ਕਰਨ ਵਾਲਾ ਤੇ ਜਿਹਨੇ ਅਨੁਭਵ ਕਰਨਾ ਦੋਨੋਂ ਇੱਕ ਹੋ ਜਾਂਦੇ ਆ। ਬਹੁਤ ਪਵਿੱਤਰ ਅਵਸਥਾ। ਔਰ ਜਦੋਂ ਤੁਹਾਨੂੰ ਮਿਲ ਗਈ ਨਾ, ਫਿਰ ਸਾਰੇ ਛੰਛੇ, ਸਾਰੀਆਂ ਉਲਝਣਾ ਉਲਝ ਜਾਣੀਆਂ। ਇੱਕ ਇੱਕ ਚੀਜ਼ ਇਕੱਲੀ ਕਲੀਅਰ ਹੋ। ਫਿਰ ਤੁਸੀਂ ਸੰਸਾਰ ਨੂੰ ਜਿੱਦਾਂ ਵੇਖੋਗੇ ਨਾ, ਇੱਕ ਯੂਨੀਕ ਸਟਾਈਲ ਹੋਊਗਾ। ਤੁਸੀਂ ਇਹ ਵੀ ਨਹੀਂ ਕਹੋਗੇ ਕਿ ਮਾਇਆ ਨੇ ਫਸਾਇਆ, ਤੁਸੀਂ ਕਹੋਗੇ ਪ੍ਰਕਿਰਤੀ ਏਦਾਂ ਹੀ ਚੱਲਣੀ। ਦੇਖੋ ਐਸੀ ਅਵਸਥਾ ਬਣ ਜਾਏਗੀ, ਕੋਈ ਤੁਹਾਨੂੰ ਮਾੜਾ ਚੰਗਾ ਵੀ ਬੋਲ ਜਾਏਗਾ, ਤੁਹਾਨੂੰ ਲੱਗਣਾ ਹੀ ਨਹੀਂ ਹੈਗਾ। ਐਵੇਂ ਨਹੀਂ ਮਹਾਤਮਾ ਬੁੱਧ ਦੇ ਮੂੰਹ ਤੇ ਕਹਿੰਦੇ ਥੁੱਕਦਾ ਤੇ ਉਹਨੇ ਕੁਛ ਵੀ ਨਹੀਂ ਕਿਹਾ। ਉਹੀ ਅਵਸਥਾ ਹੈ ਜਦੋਂ ਸਾਡਾ ਚਿੱਤ ਜਿਹੜਾ ਬਿਲਕੁਲ ਨਸ਼ਟ ਹੋ ਗਿਆ ਨਾ, ਫਿਰ ਕਿਸੇ ਤੇ ਗੁੱਸਾ ਆਉਂਦਾ ਹੀ ਨਹੀਂ। ਕੋਈ ਜਿੰਨੀ ਮਰਜ਼ੀ ਵਧੀਕੀ ਕਰ, ਇੰਨੀ ਪਿਉਰੀਫਿਕੇਸ਼ਨ ਹੋ ਜਾਣੀ ਅੰਦਰ, ਬਿਲਕੁਲ ਬ੍ਰਹਮ ਹੋ ਜਾਣਾ। ਨਿਰਗੁਣ ਬ੍ਰਹਮ ਮਤਲਬ ਕਿ ਜਿਹੜਾ ਹੁਣ ਉਹਦੇ ਅੰਦਰ ਹਲਚਲ ਹੀ ਨਹੀਂ ਪੈਦਾ ਹੁੰਦੀ। ਨਜ਼ਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਆਪ ਜੀ ਸਮਝ ਰਹੇ ਹੋ ਨਾ? ਮੈਂ ਐਵੇਂ ਕਹਾਂ ਕਿ ਇੱਥੇ ਨਾ ਬਿਲਕੁਲ ਸੁਰਤੀ ਕਾਦਰ ਹੋ ਗਈ ਤੇ ਗੱਲ ਖਤਮ ਹੋ ਗਈ, ਉੱਥੇ ਨਹੀਂ ਉਹ ਗੱਲ ਖਤਮ ਹੋਣੀ। ਨਿਰਗੁਣ ਹੋਣਾ ਪੈਣਾ, ਭਾਵਾਤੀਤ ਹੋਣਾ ਪੈਣਾ। ਤੁਸੀਂ ਵੀ ਭਾਵਾਤੀਤ ਹੋਵੋ ਤਾਂ ਵੀ ਤੇ ਉਹਦੇ ਵਿੱਚ ਇੱਕ ਮਿੱਕ ਹੋਣਾ, ਪਰ ਇਹ ਤੇ ਅਸੀਂ ਕੁਛ ਨਹੀਂ ਕਰਨਾ, ਇਹ ਆਪਣੇ ਆਪ ਹੀ ਹੋਣਾ। ਠੀਕ ਹੈ ਨਾ? ਜੈਸਾ ਅੱਗੇ ਚਲੀਏ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਸਾਰੇ ਲੋਕੀ ਜਿਹੜੇ ਹੈਗੇ ਆਨੰਦ ਆਨੰਦ ਕਹੀ ਜਾਂਦੇ ਆ। ਕਹਿੰਦੇ ਮਾੜਾ ਜਿਹਾ ਕੋਈ ਸਬਜ਼ੀ ਵਧੀਆ ਬਣ ਗਈ, ਕਹਿੰਦੇ ਬੜਾ ਆਨੰਦ ਆ ਗਿਆ ਅੱਜ ਤਾਂ। ਕਿਸੇ ਨੇ ਕੋਈ ਫਿਲਮ ਦੇਖ ਲਈ, ਕਹਿੰਦੇ ਬੜਾ ਆਨੰਦ ਆ ਗਿਆ। ਕਿਤੇ ਕੋਈ ਆਊਟਿੰਗ ਚਲਾ ਗਿਆ, ਕਹਿੰਦੇ ਬੜਾ ਆਨੰਦ ਆ ਗਿਆ ਭਾਈ। ਸਾਰੇ ਜਿਹੜੇ ਕੋਈ ਡਰਾਮਾ ਦੇਖ ਲਿਆ, ਬੜਾ ਆਨੰਦ ਆ ਗਿਆ। ਕਹਿੰਦੇ ਸਾਰੀ ਦੁਨੀਆ ਕਹੀ ਜਾ ਰਹੀ ਆਨੰਦ ਆਨੰਦ ਆਨੰਦ। ਕਹਿੰਦੇ ਆਨੰਦ ਤਾਂ ਗੁਰੂ ਤੋਂ ਜਾਣਿਆ ਜਾਊਗਾ ਭਾਈ। ਗੁਰੂ ਦੱਸੂਗਾ ਵੀ ਆਨੰਦ ਕਹਿੰਦੇ ਕਿਹਨੂੰ ਹੈਗੇ ਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਹਿੰਦੇ ਜਿਹਦੇ ਉੱਤੇ ਉਹ ਮਾਲਕ ਪਰਮਾਤਮਾ ਕਿਰਪਾ ਕਰਦਾ ਹੈ ਭਾਈ, ਉਹ ਪਿਆਰੇ ਦੇ ਉੱਤੇ ਜਿਹਦੇ ਤੇ ਕਿਰਪਾ ਕਰਦਾ, ਕਹਿੰਦੇ ਉਹ ਜਾਣਦਾ ਹੈ ਆਨੰਦ। ਉਹ ਤਾਂ ਹਮੇਸ਼ਾ ਵਾਸਤੇ ਜਿਹੜਾ ਹੈਗਾ ਖੇੜੇ ਦੇ ਵਿੱਚ ਰਹਿ ਜਾਂਦਾ ਹੈ। ਜਾਣੇ ਆਨੰਦ ਸਦਾ ਗੁਰ ਤੇ, ਉਹ ਤਾਂ ਆਨੰਦ ਜਾਂਦਾ ਹੀ ਨਹੀਂ। ਤੁਹਾਡਾ ਆਨੰਦ ਹੁਣੇ ਆਇਆ ਤੇ ਦੋ ਮਿੰਟ ਬਾਅਦ ਲੜਾਈ ਝਗੜਾ ਹੋ ਗਿਆ, ਫਿਰ ਕ੍ਰੋਧ ਆ ਗਿਆ ਉਸੇ ਵੇਲੇ। ਇਹ ਕਾਹਦਾ ਆਨੰਦ ਹੋ ਗਿਆ? ਜਾਣਿਆ ਆਨੰਦ ਸਦਾ ਗੁਰ ਤੇ, ਉਹ ਆਨੰਦ ਤਾਂ ਹਮੇਸ਼ਾ ਰਹੂਗਾ। ਜਿਹੜਾ ਆਨੰਦ, ਜਿਹਨੂੰ ਆਨੰਦ ਕਹਿੰਦੇ ਆ, ਜਿਹੜੇ ਆਨੰਦ ਨੂੰ ਗੁਰੂ ਦੱਸਦਾ ਹੈ ਵੀ ਆਹ ਆਨੰਦ ਆ ਭਾਈ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਿਕ ਕਟੇ, ਗਿਆਨ ਅੰਜਨ ਸਾਰਿਆ। ਕਹਿੰਦੇ ਜਿਨ੍ਹਾਂ ਦੇ ਅੰਦਰ ਜਿਸ ਤੇ ਕਿਰਪਾ ਕਰ ਦਿੰਦਾ ਹੈ ਮਾਲਕ ਪਰਮਾਤਮਾ, ਗੁਰੂ ਦਾ ਗਿਆਨ ਉਹਦੇ ਅੱਖਾਂ 'ਚ ਪੈ ਜਾਂਦਾ ਹੈ। ਗਿਆਨ ਦਾ ਸੁਰਮਾ ਅੱਖਾਂ 'ਚ ਪੈ ਜਾਂਦਾ, ਤੇ ਉਹਦੇ ਜਿਹੜੇ ਕਿਲਵਿਕ ਕਹਿੰਦੇ ਆ, ਵਜਰ ਪਾਪ ਕੀਤੇ ਹੋਏ ਜਿਹੜੇ ਹੈਗੇ, ਪਾਪਾਂ ਵਾਲੀ ਬਿਰਤੀ ਜਿਹੜੀ ਹੈਗੀ, ਉਹ ਪਾਪਾਂ ਤੋਂ ਹਟ ਜਾਂਦੀ ਹੈ। ਉਹ ਵਜਰ ਪਾਪ ਕੱਟੇ ਜਾਂਦੇ ਆ ਅੰਦਰੋਂ। ਜਿਨਕਾ ਪਾਪ ਕਿਉਂ ਕਰਦਾ ਇਨਸਾਨ? ਪਾਪ ਕਰਦਾ ਕਿਉਂਕਿ ਆਪਾਂ ਜਿਹੜੇ ਹੈਗੇ ਆ, ਆਪਾਂ ਇਹ ਆਪਣਾ ਸਰੀਰ ਜਿਹੜਾ ਹੈਗਾ ਇਹ ਪੰਜਾਂ ਤੱਤਾਂ ਦਾ ਆ, ਔਰ ਦੁਨੀਆ ਇਹ ਜਿਹੜੀ ਪ੍ਰਕਿਰਤੀ ਹੈਗੀ ਇਹ ਪੰਜਾਂ ਤੱਤਾਂ ਦੀ ਬਣੀ ਹੋਈ ਆ। ਇਹ ਪ੍ਰਕਿਰਤੀ ਦੇ ਨਾਲ
ਇਹ ਸਰੀਰ ਦਾ ਮੋਹ ਹੈਗਾ ਆ, ਕਿਉਂਕਿ ਇਹ ਕਰਮ ਇੰਦਰੀਆਂ ਆ, ਕਰਮ ਇੰਦਰੀਆਂ ਦੇ ਦੁਆਰਾ ਜਿਹੜਾ ਹੈਗਾ ਪ੍ਰਕਿਰਤੀ ਨੂੰ ਜਿਹੜੇ ਹੈਗੇ ਰਸਾਂ ਕਸਾਂ ਨੂੰ ਇਨਸਾਨ ਭੋਗਦਾ ਹੈ। ਕਹਿੰਦੇ ਇਹ ਮੋਹ ਜਿਨ੍ਹਾਂ ਦਾ ਟੁੱਟ ਜਾਂਦਾ ਆ, ਇਹ ਗ੍ਰੈਵਿਟੇਸ਼ਨਲ ਫੋਰਸ ਜਿਹੜਾ ਹੈਗਾ, ਜਿਸ ਤਰ੍ਹਾਂ ਧਰਤੀ ਖਿੱਚਦੀ ਹੈ ਕਿਸੇ ਚੀਜ਼ ਨੂੰ, ਉਸੇ ਤਰੀਕੇ ਦੇ ਨਾਲ ਪ੍ਰਕਿਰਤੀ ਜਿਹੜੀ ਹੈ ਆਪਾਂ ਨੂੰ ਖਿੱਚਦੀ ਹੈ। ਇਹ ਮੋਹ ਦੇ ਨਾਲ, ਅਟੈਚਮੈਂਟ ਦੇ ਨਾਲ, ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਜਿਨ੍ਹਾਂ ਦਾ ਇਹ ਮੋਹ ਟੁੱਟ ਜਾਂਦਾ ਹੈ, ਇਹ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਜਿਨ੍ਹਾਂ ਦੀ। ਤਿਨਕਾ ਸ਼ਬਦ ਸੱਚੇ ਸਵਾਰਿਆ, ਉਹਨਾਂ ਦਾ ਸ਼ਬਦ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਸਵਾਰ ਦਿੱਤਾ, ਉਹਨਾਂ ਨੂੰ ਫਰੂਟ ਲੱਗ ਗਿਆ ਭਾਈ। ਜਿਹੜੇ ਲੱਗੇ ਰਹੇ ਇਸ ਕਾਰਵਾਈ ਦੇ ਵਿੱਚ, ਜਿਹੜੇ ਹੈਗੇ ਮਾਲਕ ਪਰਮਾਤਮਾ ਦੇ ਆਸਰੇ, ਉਹਦੇ ਭੈ ਔਰ ਪਿਆਰ ਦੇ ਨਾਲ ਜਿਹੜਾ ਹੈਗਾ ਇਹ ਧਿਆਨ ਸਿਮਰਨ, ਇਹ ਯਾਤਰਾ ਕਰਦੇ ਰਹੇ, ਉਹਨਾਂ ਦਾ ਸ਼ਬਦ ਜਿਹੜਾ ਹੈਗਾ ਸਵਾਰਿਆ ਜਾਣਾ ਹੈ ਭਾਈ। ਉਹਨਾਂ ਦੇ ਅੰਦਰ ਆਉਣਾ ਹੈ ਆਨੰਦ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਆਇਆ ਨਿਸ਼ਾਨੀ ਪਾਈ ਆਨੰਦ ਦੀ, ਜਿਹੜਾ ਹੈਗਾ ਪਾਸਟ ਔਰ ਫਿਊਚਰ, ਜਿਹੜਾ ਗੋਰਖੀ ਸਾਹਿਬ ਨੇ ਸਟਾਰਟ ਦੇ ਵਿੱਚ ਦੱਸਿਆ ਆਪਾਂ ਨੂੰ, ਉਹ ਮੋਹ ਟੁੱਟ ਗਿਆ। ਉਹ ਪ੍ਰੈਜ਼ੈਂਟ ਦੇ ਵਿੱਚ ਹੈਗੇ ਵੀ ਹੁਣ ਕੀ ਕਰਨਾ ਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਮਾਲਕ ਪਰਮਾਤਮਾ ਨੇ ਮਿਹਰ ਕਰ ਦਿੱਤੀ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿੰਦੇ ਆਇਆ ਆਨੰਦ ਭਾਈ। ਤੀਸਰੀ ਪਾਤਸ਼ਾਹੀ ਕਹਿ ਰਹੀ ਆ ਨਾਨਕ ਦੇ ਕੱਕੇ ਨੂੰ ਔਂਕੜ ਲਗਾ ਕੇ ਕਿ ਹੇ ਮੇਰੇ ਮਨਾ, ਆਹ ਆਨੰਦ ਹੈਗਾ, ਹੇ ਨਾਨਕਾ ਆਹ ਆਨੰਦ ਹੈਗਾ। ਔਰ ਇਹ ਆਨੰਦ ਗੁਰੂ ਤੋਂ ਪਤਾ ਲੱਗਦਾ ਹੈ ਭਾਈ, ਗੁਰੂ ਤੋਂ ਮਿਲਦਾ ਹੈ। ਗੁਰੂ ਦੱਸਦਾ ਹੈ ਭਾਈ ਆਹ ਆ ਤੇਰੀ ਮੰਜ਼ਿਲ, ਇੱਥੇ ਤੱਕ ਜਾਣਾ ਆ ਤੂੰ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਬਾਣੀ ਜੋ ਸਾਨੂੰ ਸਮਝਾ ਰਹੀ ਹੈ, ਆਨੰਦ ਦੀ ਗੱਲ ਕਰ ਰਹੀ ਹੈ। ਆਨੰਦ ਸਾਡਾ ਨਿੱਜ ਸਰੂਪ ਆ। ਅਸੀਂ ਆਪਣੇ ਸਰੂਪ ਦਾ ਤਿਆਗ ਕਰਤਾ, ਬਿਲਕੁਲ ਇੰਦਰੀਆਂ ਦੇ ਵਿੱਚ ਭਟਕ ਗਏ। ਤੇ ਬਾਣੀ ਕੀ ਕਰ ਰਹੀ ਹੈ, ਸਾਨੂੰ ਕਹਿੰਦੀ ਕਿ ਕਿਸੇ ਤਰੀਕੇ ਨਾਲ ਜਿਹੜਾ ਤੂੰ ਮਾਇਆ ਜਾਲ ਚ ਫਸਿਆ ਫਿਰਦਾ ਨਾ, ਜਿੱਦਾਂ ਮੱਕੜੀ ਦੇ ਜਾਲ ਚੋਂ ਫਸਿਆ, ਤੂੰ ਬਾਹਰ ਨਿਕਲ। ਉਹੀ ਹੈ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਹੱਥ ਪੱਲੇ ਮਾਰੇਗਾ ਨਾ ਤੇ ਤੈਨੂੰ ਕੋਈ ਰੱਸੀ ਫੜਾ ਵੀ ਦਊਗਾ, ਤੇ ਜੇ ਤੂੰ ਉੱਥੇ ਸੁੱਤਾ ਪਿਆ ਵਾ ਬੜੇ ਨਜ਼ਾਰੇ ਨਾਲ ਘੁੰਮਣ ਦੇ ਨੈਟ ਦੇ ਵਿੱਚ, ਤੇ ਫਿਰ ਤੈਨੂੰ ਕਿੰਨੇ ਕੱਢਣਾ ਨੇਚਰ ਸਾਹਿਬ। ਬਿਲਕੁਲ ਮੱਕੜੀ ਦੇ ਜਾਲ ਚ ਫਸਿਆ ਹੋਵੇ ਬੰਦਾ, ਉਹ ਕਵੇ ਇਹਦੇ ਨਾਲ ਦਾ ਨਜ਼ਾਰਾ ਕੋਈ ਨਾ, ਉਹਨੂੰ ਕਿਹੜਾ ਕੱਢੂ। ਤੋ ਉਹਦਾ ਮਤਲਬ ਇਹ ਆ ਕਿ ਜੇ ਤੇਰੇ ਜੀਵਨ ਚ ਤੂੰ ਸੋਚਦਾ ਹੈ ਕਿ ਤੂੰ ਖੁਸ਼ ਹੈ, ਸੰਤੁਸ਼ਟ ਹੈਗਾ, ਤਾਂ ਫਿਰ ਤੇ ਬੜਾ ਔਖਾ ਮਾਰ ਗਿਆ। ਜੇ ਤੈਨੂੰ ਪਤਾ ਲੱਗਦਾ ਕਿ ਜੀਵਨ ਦੇ ਵਿੱਚ ਦੁੱਖ ਹੈਗੇ, ਹੈ ਵੀ ਦੁੱਖ ਹੀ ਹੈ, ਜੀਵਨ ਚ ਦੁੱਖ ਹੀ ਆ। ਬੰਦਾ ਜੰਮ ਪਿਆ ਤੇ ਦੁੱਖ ਸ਼ੁਰੂ ਹੋ ਗਏ। ਜਦ ਤੱਕ ਬੰਦਾ ਧਰਤੀ ਤੋਂ ਚਲਾ ਨਹੀਂ ਜਾਂਦਾ, ਇਹ ਦੁੱਖਾਂ ਦਾ ਸਿਲਸਿਲਾ ਖਤਮ ਨਹੀਂ ਹੁੰਦਾ। ਜਿਹਨੂੰ ਪਿਆਰ ਕਰੋਗੇ ਉਹਨੇ ਤੁਹਾਡੇ ਤੋਂ ਦੂਰ ਹੋਣਾ। ਇਹ ਕੁਦਰਤੀ ਨਿਯਮ ਹੈ। ਔਰ ਤੁਸੀਂ ਵੇਖੋ ਕਈ ਬੰਦੇ ਤੁਹਾਡੇ ਰਿਸ਼ਤੇ ਜ਼ਿੰਦਗੀ ਚ ਆਉਣਗੇ, ਕਈ ਜਾਣਗੇ। ਇਹ ਜੀਵਨ ਏਦਾਂ ਹੀ ਚੱਲਣਾ, ਕੋਈ ਚੰਗਾ ਹੋ ਗਿਆ, ਕੁਝ ਮਾੜਾ ਹੋ ਗਿਆ, ਏਦਾਂ ਹੀ ਆ, ਕੱਚਾ ਪੱਕਾ ਜਿਹਾ ਕੰਮ ਚੱਲਦਾ ਰਹਿੰਦਾ। ਇਹ ਸਿਲਸਿਲਾ ਉਹਨਾਂ ਚਿਰ ਤੱਕ ਖਤਮ ਨਹੀਂ ਹੋਣਾ ਜਿੰਨਾ ਚਿਰ ਤੱਕ ਅਸੀਂ ਆਪਣੇ ਨਿੱਜ ਸਰੂਪ ਚ ਪ੍ਰਵੇਸ਼ ਨਹੀਂ ਕਰ ਜਾਂਦੇ। ਇਹ ਨਿੱਜ ਸਰੂਪ ਦੇ ਵਿੱਚ ਹੀ ਆਨੰਦ ਆ। ਆਨੰਦ ਕਹਿਣ ਤੋਂ ਬਾਅਦ ਸਮਝਾਉਣ ਦਾ ਤਰੀਕਾ, ਉੱਥੇ ਆਨੰਦ ਵੀ ਨਹੀਂ ਹੈਗਾ। ਹੁਣ ਜੇ ਨਦੀ ਸਾਗਰ ਚ ਪ੍ਰਵੇਸ਼ ਕਰ ਜਾਂਦੀ ਹੈ ਤੇ ਉਹ ਕਿੱਦਾਂ ਦਾ ਆਨੰਦ ਹੋ ਗਿਆ, ਉਹਦੇ ਮਿਟ ਗਈ ਨਿੱਜਰ ਸਾਹਿਬ। ਉਹਨੂੰ ਆਨੰਦ ਕਹਿ ਸਕਦੇ ਆਪਾਂ, ਕਿਉਂਕਿ ਆਨੰਦ ਕਰ ਲਈ ਤੇ ਰਹਿਣਾ ਚਾਹੀਦਾ ਨਾ ਪਿਛਲੇ ਪੰਨੇ। ਉਹ ਨਦੀ ਤੇ ਉਹਦਾ ਹੀ ਰੂਪ ਹੋ ਗਈ, ਉੱਥੇ ਆਨੰਦ ਕਿੱਥੇ ਹੋਣਾ। ਆਨੰਦ ਤੇ ਤਾਂ ਹੋਵੇ ਨਾ ਕਿ ਜਾਂ ਤੇ ਮੈਂ ਸੁਣ ਰਿਹਾ ਹਾਂ ਜਾਂ ਮੈਂ ਅਨੁਭਵ ਕਰ ਰਿਹਾ। ਨਹੀਂ ਪਰ ਬਾਣੀ ਚ ਕਹਿੰਦੇ ਕਿ ਬੂੰਦ ਜਿਹੜੀ ਸਾਗਰ ਚ ਗਈ। ਗੋਰਖੀ ਸਾਹਿਬ ਦੇਖੋ ਗੱਲ ਇਹ ਹੈ ਵੀ ਸਾਗਰ ਜਿਹੜਾ ਹੈਗਾ, ਸਾਗਰ ਤਾਂ ਆਨੰਦ ਦੇ ਵਿੱਚ ਹੈਗਾ ਨਾ, ਸਾਗਰ ਵਰਗਾ ਆਨੰਦ ਆ ਜਾਏਗਾ ਨਾ ਫਿਰ। ਹਾਂ ਉਹੀ ਕਹਿਣ ਤੋਂ ਭਾਵ ਹੈ ਕਿ ਉਹਦਾ ਹੀ ਰੂਪ ਹੋ ਗਈ ਨਾ ਨਿੱਜਰ ਸਾਹਿਬ। ਹਾਂ ਜਿਹਦਾ ਆਨੰਦ ਕਰਨਾ ਹੈ ਉਹਦੇ ਆਨੰਦ ਸਰੂਪ ਹੋ ਗਈ ਨਾ। ਆਨੰਦ ਤੇ ਆਪਾਂ ਆਨੰਦ ਦਾ ਭੋਗ ਰਹੇ ਹਾਂ ਨਾ, ਇੱਕ ਆਨੰਦ ਦਾ ਸਰੂਪ ਹੋ ਜਾਣਾ, ਉਹ ਇੱਕ ਅਲੱਗ ਚੀਜ਼ ਹੈ। ਇਸ ਲਈ ਨਿੱਜ ਘਰ ਚ ਚੱਲ ਜਾਣਾ ਮਤਲਬ ਕਿ ਆਨੰਦ ਦਾ ਸਰੂਪ ਹੋ ਜਾਣਾ। ਬਸ ਹੁਣ ਆਨੰਦ ਤੇ ਇੱਕ ਤੇ ਆਨੰਦ ਭੋਗ ਰਿਹਾ ਸੀ ਨਾ, ਉਹ ਇੱਕ ਸਮਾਂ ਆਉਣਾ ਜਿਹੜਾ ਤੁਸੀਂ ਆਨੰਦ ਭੋਗ ਰਹੇ ਹੋ ਨਾ, ਤੁਸੀਂ ਇੱਕ ਵੀ ਅੱਗੇ ਲੰਘ ਜਾਣਾ ਵਾ। ਹੁਣ ਤੁਸੀਂ ਆਨੰਦ ਲੈ ਰਹੇ ਜੋ ਨਾ, ਉੱਥੇ 1 ਘੰਟਾ 1.5 ਘੰਟਾ ਉੱਥੇ ਜਾਂਦੇ ਜੋ, ਮੁੜ ਕੇ ਉਹ ਆਨੰਦ ਜਿਹੜਾ ਤੁਹਾਡਾ ਜੀਵਨ ਦਾ ਉਹਨੇ ਤੁਹਾਨੂੰ ਕਵਰ ਹੀ ਕਰ ਲੈਣਾ, ਉਹੀ ਪੰਜਣਾ ਜਿਹਨੂੰ ਤੁਸੀਂ ਆਨੰਦ ਲੈ ਰਹੇ ਜੋ ਨਾ,
ਜਦੋਂ ਸੁਰਤੀ ਚੱਲ ਗਈ ਨਾ ਨਿੱਜਰ ਸਾਹਿਬ ਨਿੱਜ ਘਰ 'ਚ, ਫਿਰ ਆਨੰਦ ਤੇ ਤੁਹਾਡੇ 'ਚ ਕੋਈ ਭੇਦ ਨਹੀਂ ਰਹਿ ਜਾਣਾ, ਇੱਕ ਹੀ ਹੋ ਜਾਣਾ ਤੂੰ। ਰਾਮ ਕਬੀਰਾ ਏਕ ਪਏ ਕੋਈ ਨਾ ਸਕੇ ਪਛਾਣੇ। ਹਾਂ, ਉੱਥੇ ਨਾ ਤੇ ਨਦੀ ਹੁਣ ਬੂੰਦ ਸਾਗਰ 'ਚ ਗਈ ਕਿ ਸਾਗਰ 'ਚ ਬੂੰਦ ਆ ਗਈ, ਇੱਕੋ ਹੀ ਗੱਲ ਹੋ ਗਈ। ਠੀਕ ਹੈ ਜੀ, ਤੇ ਕਰ ਕਿਰਪਾ ਕਿਲਵ ਕਾਟੇ। ਇਹ ਵੀ ਕਹਿ ਸਕਦੇ ਆ ਵੀਰ ਜੀ, ਆਨੰਦ ਤੋਂ ਪਰਮ ਆਨੰਦ ਦੀ। ਨਹੀਂ, ਆਨੰਦ ਨਹੀਂ ਹੈਗਾ ਉੱਥੇ, ਪਰਮ ਆਨੰਦ ਤੇ ਹੈ ਹੀ ਨਹੀਂ ਆ, ਕਿਉਂਕਿ ਅਨੁਭਵ ਕਰਨ ਵਾਲਾ ਹੈ ਨਹੀਂ ਨਾ ਹੁਣ ਹੈਗਾ, ਇਹ ਗੇਮ ਸਾਰੀ ਖਰਾਬ ਹੋਈ। ਆਨੰਦ ਕਰਨ ਵਾਸਤੇ ਹਮੇਸ਼ਾ ਭਾਜੀ ਦੋ ਬੰਦੇ ਚਾਹੀਦੇ। ਆਨੰਦ ਸਰੂਪ ਜਿਹੜਾ ਹੋ ਜਾਣਾ ਇੱਕ ਅਲੱਗ ਚੀਜ਼। ਉਹ ਨਦੀ ਜਦੋਂ ਨਦੀ ਸਾਗਰ ਹੋ ਗਈ, ਉਹਦੇ ਸਾਗਰ ਦੇ ਵਿੱਚ ਗਈ ਕਿ ਜਿਹੜਾ ਜੀਵ ਆ, ਜੀਵ ਤੇ ਜਦ ਤੱਕ ਅਸੀਂ ਸਾਡੇ ਅੰਦਰ ਜੀਵ ਹੈਗਾ ਨਾ, ਉਹਨਾਂ ਚਿਰ ਤੱਕ ਅਸੀਂ ਅਨੁਭਵ ਕਰਦੇ ਹਾਂ। ਔਰ ਤੁਸੀਂ ਲਾਸਟ ਤੇ ਅਨੁਭਵ ਕਰੋਗੇ, ਅਨੁਭਵ ਕਰਨ ਵਾਲਾ ਵੀ ਉਹਦਾ ਹੀ ਰੂਪ ਹੋ ਜਾਂਦਾ। ਆਨੰਦ ਤੇ ਤਾਂ ਹੋਏ ਨਾ ਕਿ ਜਿਹਨੂੰ ਅਸੀਂ ਕਿਹਨੂੰ ਅਨੁਭਵ ਕਰ ਰਹੇ ਹਾਂ। ਇਸ ਲਈ ਉਹ ਆਨੰਦ ਦਾ ਵਿਸ਼ਾ ਨਹੀਂ ਹੈ ਪਰਮਾਤਮਾ, ਆਨੰਦ ਤੋਂ ਵੀ ਅੱਗੇ। ਤੁਹਾਨੂੰ ਖੁਦ ਪਤਾ ਲੱਗ ਜਾਣਾ, ਕਿਉਂਕਿ ਦੱਸਣ ਤੇ ਕਹਿਣ ਤੇ ਬੋਲਣ ਵਾਲਾ ਵਿਸ਼ਾ ਨਹੀਂ ਹੈ, ਤੇ ਕੋੜ ਵਾਲਾ ਕੰਮ ਹੈ। ਮੂੰਹ ਚ ਪਾ ਲਓ ਕਿ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ। ਹਾਂਜੀ ਨਿੱਜਰ ਸਾਹਿਬ। ਹਾਂ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਇਹ ਆਨੰਦ ਜਿਹੜਾ ਹੈਗਾ ਇਹ ਗੁਰੂ ਤੋਂ ਪਤਾ ਲੱਗਦਾ ਹੈ ਭਾਈ। ਇਹ ਆਨੰਦ ਕਿਵੇਂ ਜਿਹੜੀ ਹੈ ਸੁਰਤ ਨੂੰ ਆਤਮਾ ਵਿੱਚ ਲੀਨ ਕਰਨਾ ਹੈ, ਉਹ ਕਿਰਪਾ ਕਰ ਦਿੰਦਾ। ਜੇ ਮਾਲਕ ਪਰਮਾਤਮਾ ਦੀ ਕਿਰਪਾ ਹੋ ਜਾਏ ਤੇ ਗੁਰੂ ਮਿਲਾ ਦਿੰਦਾ ਹੈ। ਗੁਰੂ ਤੋਂ ਜਿਹੜਾ ਹੈਗਾ ਇਹ ਧਿਆਨ ਸਿਮਰਨ ਜਿਹੜਾ ਹੈਗਾ, ਇਹ ਸ਼ਬਦ ਸੁਰ ਦੀ ਖੇਡ ਪਤਾ ਲੱਗ ਜਾਂਦੀ ਹੈ। ਔਰ ਇਹਦੇ ਨਾਲ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ। ਗੁਰੂ ਗਿਆਨ ਦੇ ਦਿੰਦਾ ਹੈ, ਗਿਆਨ ਦਾ ਸੁਰਮਾ ਪਾ ਦਿੱਤਾ, ਪਤਾ ਲੱਗਦਾ ਭਾਈ ਤੂੰ ਕਿੱਥੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਕੱਚ ਦੇ ਨਾਲ ਜਿਹੜਾ ਕੱਚ ਨੂੰ ਵਿਆਜੀ ਜਾ ਰਿਹਾ ਹੈ। ਆਹ ਹੈਗਾ ਭਾਈ ਅਸਲੀ ਜਿਹੜਾ ਹੈਗਾ ਧਨ। ਉਹਦੇ ਨਾਲ ਫਿਰ ਜਿਹੜੇ ਹੈਗੇ ਉਹਦੇ ਕਿਲ ਵਿਖ ਜਿਹੜੇ ਹੈਗੇ ਵਜਰ ਪਾਪ ਜਿਹੜੇ ਹੈਗੇ, ਜੋ ਪਾਪਾਂ ਵੱਲ ਗਲਤਾਨ ਸੀਗਾ, ਉਹ ਸੁਰਤ ਜਿਹੜੀ ਹਟ ਜਾਂਦੀ ਹੈ ਉਸ ਪਾਸਿਓਂ। ਤੇ ਔਰ ਇਹਦੇ ਨਾਲ ਜਿਹੜਾ ਹਟਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਅਟੈਚਮੈਂਟ ਸੀਗਾ ਮਾਇਆ ਦੇ ਨਾਲ, ਉਹ ਅਟੈਚਮੈਂਟ ਜਿਹੜਾ ਹੈਗਾ ਟੁੱਟ ਜਾਂਦਾ ਹੈ। ਅੰਦਰੋਂ ਜਿਨਕਾ ਮੋਹ ਟੁੱਟਾ, ਅੰਦਰੋਂ ਹੈ ਮਾਇਆ ਦੇ ਵਿੱਚ ਹੀ ਹੈਗੇ ਸਾਰੇ ਭੋਗ ਵਿਲਾਸ ਪਦਾਰਥ ਸਾਰੇ ਹੈਗੇ ਆ, ਪਰ ਜਿਹੜੀ ਇਹ ਰੁਚੀ ਨਹੀਂ ਹੈਗੀ। ਅੰਦਰੋਂ ਜਿਨਕਾ ਮੋਹ ਟੁੱਟਾ, ਮੋਹ ਅਟੈਚਮੈਂਟ ਟੁੱਟ ਗਿਆ। ਇਹ ਨਹੀਂ ਹੈ ਭੱਜ ਗਿਆ ਕਿਤੇ, ਵਿੱਚੇ ਹੀ ਹੈਗਾ। ਘਰ ਵਾਲੀ, ਬੱਚੇ, ਸਾਰਾ ਕੁਝ ਵਿੱਚੇ ਹੀ ਹੈ, ਸਾਰਾ ਕੁਝ ਵਿਚਕਾਰ ਵਿੱਚੇ ਹੈਗਾ, ਪਰ ਜਿਹੜਾ ਹੈਗਾ ਉਹ ਕਮਲ ਦੇ ਫੁੱਲ ਵਾਂਗੂ ਉੱਪਰ ਹੈਗਾ ਭਾਈ, ਫਸਿਆ ਨਹੀਂ ਹੈ ਚਿੱਕੜ ਦੇ ਵਿੱਚ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਉਹਨਾਂ ਦਾ ਭਾਈ, ਉਹਨਾਂ ਦੀ ਭਗਤੀ ਜਿਹੜੀ ਆ ਉਹਨੂੰ ਫਲ ਲਾਤਾ ਮਾਲਕ ਪਰਮਾਤਮਾ ਨੇ, ਸਵਾਰ ਦਿੱਤਾ। ਉਹ ਆਨੰਦ ਸਰੂਪ ਹੀ ਹੋ ਗਏ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿੰਦੇ ਆਇਆ ਆਨੰਦ ਭਾਈ, ਔਰ ਇਹ ਜਿਹੜਾ ਹੈਗਾ ਗੁਰੂ ਤੋਂ ਜਾਣਿਆ ਜਾਂਦਾ ਹੈ ਭਾਈ। ਗੁਰੂ ਤੋਂ ਪਤਾ ਲੱਗਦਾ ਹੈ, ਗੁਰੂ ਤੱਕ ਮਤ, ਗੁਰੂ ਦੀ ਮਤ ਤੋਂ ਜਿਹੜਾ ਹੈ, ਗੁਰੂ ਦੇ ਗਿਆਨ ਤੋਂ, ਗੁਰੂ ਦੇ ਸੁਰਮੇ ਤੋਂ ਜਿਹੜਾ ਹੈਗਾ ਇਹ ਆਨੰਦ ਦੇ ਬਾਰੇ ਗਿਆਨ ਮਿਲਦਾ ਆਪਾਂ ਨੂੰ। ਹਾਂਜੀ ਬਿਲਕੁਲ ਠੀਕ ਹੈ ਜੀ। ਜਦੋਂ ਕਿਰਪਾ ਹੋ ਜਾਂਦੀ ਹੈ ਤੇ ਕਿਲ ਵਿਖ ਕੱਟੇ ਜਾਂਦੇ ਸਾਰੇ ਪਾਪ। ਸਮਝ ਲਓ ਕਿ ਆਪਾਂ ਕਾਰ ਚਲਾਉਂਦੇ ਹਾਂ ਤੇ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੱਡਿਆਂ 'ਚ ਮਾਰ ਰਹੀ ਸੀ ਗੱਡੀ, ਤੇ ਹੁਣ ਆਪਾਂ ਕੀ ਕੀਤਾ ਕਿ ਗੱਡੀ ਸਾਈਡ ਤੋਂ ਕੱਢ ਲਈ। ਜਦੋਂ ਆਪਾਂ ਸਾਈਡ ਤੋਂ ਕੱਢਣੀ ਸ਼ੁਰੂ ਕੀਤੀ ਤੇ ਫਿਰ ਕੀ ਹੁੰਦਾ ਕਿ ਫਿਰ ਗਿਆਨ ਅੰਜਨ ਸਾਰਿਆ, ਉਹ ਗਿਆਨ ਦਾ ਅੰਜਨ ਪੈ ਜਾਂਦਾ। ਉਹ ਦਿਖਾਈ ਦੇਣ ਡਿਆ ਪੈਂਦੇ। ਪਹਿਲਾਂ ਤਾਂ ਪਤਾ ਨਹੀਂ ਨਾ, ਇੱਕਦਮ ਥੋੜੀ ਆਪਾਂ ਭੋਗਾਂ ਤੋਂ ਮੁਕਤ ਹੋ ਜਾਣਾ। ਪਹਿਲਾਂ ਆਪਾਂ ਵੇਖਦੇ ਹਾਂ ਯਾਰ ਔਗਣ ਆ ਗਿਆ, ਚਿੱਕੜ ਆ ਗਿਆ, ਔਰ ਮੈਂ ਖੱਡੇ 'ਚ ਚਿੱਕੜ 'ਚ ਨਹੀਂ ਮਾਰਨੀ ਗੱਡੀ। ਜੇ ਮਾਰਾਂਗਾ ਤਾਂ ਮੇਰੀ ਗੱਡੀ ਦਾ ਟਾਇਰ ਗੰਦਾ ਹੋ ਜਾਊਗਾ। ਇਸੇ ਤਰ੍ਹਾਂ ਜੀਵ ਰੂਪੀ ਇੱਕ ਗੱਡੀ ਹੈ, ਤੇ ਜਦੋਂ ਜਦੋਂ ਅੰਦਰ ਗਿਆਨ ਪੈਦਾ ਹੋ ਜਾਂਦਾ ਹੈ, ਸਾਨੂੰ ਅੰਜਨ ਮਿਲ ਜਾਂਦਾ ਹੈ। ਅੰਦਰੋਂ ਆਪਣਾ ਗਿਆਨ ਚਾਹੀਦਾ, ਬਾਹਰੀ ਗਿਆਨ ਤੇ ਮੰਨਦਾ ਨਹੀਂ ਨਾ ਮਨ। ਪਰ ਵੈਸੇ ਵੀ go ahead. ਹਾਂਜੀ, ਤੇ ਠੀਕ ਹੈ ਜੀ। ਬਸ ਉਹ ਜਦੋਂ ਅੰਜਨ ਪੈ ਜਾਂਦਾ ਗਿਆਨ ਰੂਪੀ, ਤੇ ਫਿਰ ਉਹ ਜੀਵ ਨੂੰ ਦਿਖਣ ਡਿਆ ਪੈਂਦਾ। ਤੇ ਜਦੋਂ
ਜਦੋਂ ਸਾਨੂੰ ਅਸਲੀਅਤ ਦਿਖਦੀ ਆ, ਅਸਲੀਅਤ ਉਹਨਾਂ ਚਿਰ ਨਹੀਂ ਦਿਖਣੀ ਜਿੰਨਾ ਚਿਰ ਤੱਕ ਸਾਡੀ ਸੁਰਤੀ ਵਰਤਮਾਨ ਕਾਲ 'ਚ ਆਉਂਦੀ ਨਹੀਂ ਹੈ। ਜਦੋਂ ਅਸੀਂ ਵਿਚਾਰਾਂ 'ਚ ਬੈਠੇ ਆ ਨਾ ਤੇ ਸਾਨੂੰ ਨਹੀਂ ਅਸਲੀਅਤ ਦਾ ਪਤਾ ਲੱਗਣਾ ਕਿ ਉੱਥੇ ਮੌਜੂਦ ਨਹੀਂ ਹੈਗੇ। ਸਾਡਾ ਮਨ ਤੇ ਕਿਤੇ ਹੋਰ ਤੁਰਿਆ ਫਿਰਦਾ। ਉਹ ਸਾਨੂੰ ਉਦੋਂ ਹੀ ਗਿਆਨ ਹੋਣਾ ਹੈ ਜਦੋਂ ਸਾਡੀ ਸੁਰਤੀ ਵਰਤਮਾਨ ਕਾਲ ਰੂਪੀ ਧਾਰਾ ਜਾ ਕੇ ਰੁਕ ਜਾਂਦੀ, ਔਰ ਉਸ ਟਾਈਮ ਤੇ ਫਿਰ ਅਸੀਂ ਸਹੀ ਫੈਸਲਾ ਕਰਦੇ ਹਾਂ ਔਰ ਆਪਣੇ ਜੀਵਨ ਨੂੰ ਵੇਖਦੇ ਹਾਂ ਕਿ ਜਿਹੜਾ ਮੈਂ ਕੰਮ ਕਰ ਰਿਹਾ ਉਹ ਸਹੀ ਹੈ ਜਾਂ ਗਲਤ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਔਰ ਅੰਦਰੋਂ ਮੋਹ ਟੁੱਟ ਜਾਂਦਾ ਹੈ ਪਦਾਰਥਾਂ ਦਾ ਜਿਹੜਾ ਹੈਗਾ ਇਹ ਸਾਰਾ, ਔਰ ਤਾਂ ਜਿਹੜਾ ਹੈਗਾ ਉਹ ਉਹਨਾਂ ਨੂੰ ਜਿਹੜਾ ਹੈ ਫਰੂਟ ਮਿਲ ਜਾਂਦਾ ਹੈ, ਭਾਈ ਸਫਲ ਹੋ ਜਾਂਦੀ ਹੈ ਯਾਤਰਾ ਜਿਹੜੀ ਹੈਗੀ। ਸ਼ਬਦ ਉਹਨਾਂ ਦਾ ਜਿਹੜਾ ਜੋ ਧਿਆਨ ਸਿਮਰਨ ਕਰ ਰਹੇ ਆ ਉਹਨਾਂ ਦੀ ਸੁਰਤ ਜਾ ਕੇ ਆਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ, ਸਵਾਰਿਆ ਜਾਂਦਾ ਹੈ ਉਹਨਾਂ ਦਾ ਜੀਵਨ। ਮਹਾਰਾਜ ਕਹਿੰਦੇ ਆਹ ਆਨੰਦ ਹੈ ਭਾਈ, ਔਰ ਇਹ ਆਨੰਦ ਦੇ ਵਾਸਤੇ ਗੁਰੂ ਤੋਂ ਗਿਆਨ ਲੈ ਕੇ, ਗੁਰੂ ਦੀ ਮੱਤ ਲੈ ਕੇ ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੂੰ ਚੱਲਣਾ ਪਊਗਾ। ਗੁਰੂ ਦਾ ਸੁਰਮਾ ਜਿਹੜਾ ਹੈਗਾ ਗਿਆਨ ਦਾ ਅੱਖਾਂ 'ਚ ਪਾਉਣਾ ਪੈਣਾ ਭਾਈ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਫਿਰ ਗਿਆਨ ਰੂਪੀ ਅੰਜਨ ਅੱਖਾਂ 'ਚ ਪੈ ਜਾਂਦਾ ਹੈ ਔਰ ਸਾਨੂੰ ਪਤਾ ਲੱਗ ਜਾਂਦਾ ਹੈ। ਬਿਲਕੁਲ। ਵੈਸੇ ਵੀ ਜਦੋਂ ਤੁਸੀਂ ਨਾਮ ਅਭਿਆਸ ਕੀਤਾ, ਭਗਤੀ ਕੀਤੀ, ਤੁਸੀਂ ਸਮਾਧੀ ਵਿੱਚ ਪ੍ਰਵੇਸ਼ ਕੀਤਾ ਤੇ ਉਹ ਤੁਹਾਨੂੰ ਪਤਾ ਲੱਗ ਜਾਣਾ ਜੀਵਨ ਦੇ ਬਾਰੇ ਕਿ ਜੀਵਨ ਨੂੰ ਕਿੱਦਾਂ ਜਿਉਣਾ ਹੈ। ਔਰ ਤੁਸੀਂ ਏਦਾਂ ਦਾ ਕੋਈ ਕੰਮ ਕਰਨਾ ਹੀ ਨਹੀਂ। ਕੋਈ ਬੰਦਾ ਹੋ ਛਦਾਈ ਹੋਊਗਾ ਕਿ ਜਿਹੜਾ ਜਾਣਦਾ ਹੋਵੇ ਕਿ ਪਾਣੀ 'ਚ ਜ਼ਹਿਰ ਹੈ ਤੇ ਉਹ ਪਾਣੀ ਪੀਂਦਾ ਕੋਈ ਏਦਾਂ ਨਜ਼ਰ ਸਾਹਿਬ ਗਿਆਨ ਹੋਣ ਤੋਂ ਬਾਅਦ। ਸਧਾਰਨ ਤੌਰ ਤੇ ਬੰਦਾ ਵੇਂਦਾ ਨਹੀਂ ਹੈ ਨਾ, ਉਹ ਤੇ ਕਰਮ ਰੂਪੀ ਕੁੰਡੀ ਚੁੱਕੀ ਹੋਈ ਹੈ। ਮਾੜਾ ਕਰਮ ਕਰਦੇ ਆ ਤੇ ਉਹਦੇ 'ਚ ਕੁੰਡੀ ਫਸੀ ਹੈ। ਉਸ ਕੁੰਡੀ ਨੇ ਉਹ ਸਾਡੇ ਗਲ 'ਚ ਪੈ ਜਾਣਾ ਇੱਕ ਦਿਨ, ਔਰ ਗਰੰਟੀ ਹੈ ਇਹ ਪਊਗੀ। ਜਦੋਂ ਸਾਨੂੰ ਗਿਆਨ ਹੋ ਜਾਂਦਾ ਪਰ ਆਪਾਂ ਇਹ ਕਰਮ ਕਰਨ ਤਿਆਗ ਕਰਦੇ ਹਾਂ। ਔਰ ਇਹ ਜਿਹੜਾ ਆ ਕਹਿੰਦੇ ਨਾ ਅੰਦਰੋਂ ਮੋਹ ਟੁੱਟਾ, ਅੰਦਰੋਂ ਮੋਹ ਟੁੱਟਣਾ ਤੁਹਾਡਾ, ਬਾਹਰੋਂ ਨਹੀਂ। ਕਈ ਲੋਕ ਕਹਿੰਦੇ ਸੰਨਿਆਸੀ ਏਦਾਂ ਨਹੀਂ ਕੋਈ ਸੰਨਿਆਸੀ ਹੋ ਜਾਂਦਾ ਜਾਂ ਬ੍ਰਹਮਚਾਰੀ ਹੋ ਜਾਂਦਾ। ਇਹ ਸਾਰੀ ਅੰਦਰ ਦੀ ਗੱਲ ਹੈ। ਇੱਕ ਡਾਣੀ ਨੂੰ ਵੱਢੋਗੇ ਨਾ ਤੇ 3 ਡਾਣੀਆਂ ਉਗਦੀਆਂ ਉੱਥੇ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ। ਹਾਂ, ਤੁਸੀਂ ਇੱਕ ਉੱਗ ਨੂੰ ਨੱਪਿਆ ਨਾ ਉੱਥੇ ਪਤਾ ਨਹੀਂ ਕਿੰਨੇ ਹੋਰ ਪੈਦਾ ਹੋਣੇ। ਇਹ ਜਦੋਂ ਸਾਡੀ ਸੁਰਤੀ ਉਸ ਆਤਮਾ ਤੱਤ 'ਚ ਜਾਂਦੀ ਹੈ, ਜਿੱਥੇ ਕਾਲਾ ਤੀਰ, ਜਿੱਥੇ ਛੋਟਾ ਸਰਕਲ, ਜਿੱਥੇ ਕੁਛ ਨਹੀਂ ਹੈਗਾ। ਉਹ ਬਾਣੀ 'ਚ ਵੀ ਕਿਹਾ ਕਿ ਉੱਥੇ ਕੀ ਹੁੰਦਾ ਉਹ ਨਹੀਂ ਮੈਂ ਦੱਸ ਸਕਦਾ, ਪਰ ਉੱਥੇ ਜਾਣ ਦੇ ਨਾਲ ਉਹ ਸਾਰਾ ਕੰਮ ਹੋ ਜਾਂਦਾ। ਬਸ ਉੱਥੇ ਹੀ ਜਾਣਾ, ਉਹੀ ਉਸ ਬਿੰਦੂ ਤੇ ਬਾਰ-ਬਾਰ ਜਾਣਾ, ਉਹਨਾਂ ਚਿਰ ਤੱਕ ਜਾਣਾ ਜਿੰਨਾ ਚਿਰ ਤੱਕ ਜਿਹੜਾ ਸੁਰਤੀ ਰੂਪੀ ਤੀਰ ਉਹਦੇ ਵਿੱਚ ਗੱਡਿਆ ਨਹੀਂ ਜਾਂਦਾ ਨਿਜਰ ਸਾਹਿਬ। ਤੇ ਜਦੋਂ ਤੁਸੀਂ ਉੱਥੇ ਗੱਡੇ ਗਏ ਤੇ ਫਿਰ ਤੇ ਇਹ ਕਹਿਣ ਕੂਣ ਦੀਆਂ ਗੱਲਾਂ ਨਹੀਂ ਹੈਗੀਆਂ। ਉੱਥੇ ਵੈਸੇ ਆਪਾਂ ਭਾਸ਼ਾ ਦੇ ਨਾਲ ਸਮਝਾਉਂਦੇ ਹਾਂ, ਇਹ ਅਨੁਭਵ ਦਾ ਵਿਸ਼ਾ ਹੈ। ਅਨੁਭਵ ਕਰੋਗੇ ਉਸ ਚੀਜ਼ ਨੂੰ ਜਾਣ ਸਕਦੇ, ਜੋ ਅਨੁਭਵ ਕਰ ਸਕਦੇ, ਜੋ ਜੀਵਨ ਚੁੱਕ ਸਕਦੇ, ਪਰ ਤੁਸੀਂ ਦੱਸ ਨਹੀਂ ਸਕਦੇ ਕਿਸੇ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਜੀ, ਬਹੁਤ ਵਧੀਆ। ਉਹਦਾ ਤਾਂ ਰੌਲਾ ਪੈ ਜਾਊਗਾ ਧਰਤੀ 'ਚ। ਠੀਕ ਹੈ ਜੀ, ਅੱਜ ਦੀ ਵਿਚਾਰ। ਹਾਂਜੀ ਵੀਰ ਜੀ, ਬਹੁਤ ਵਧੀਆ ਵੀਰ ਜੀ। ਦੇਖੋ ਗਿਆਨ ਜਿਹੜਾ ਨਾ ਬਹੁਤ, ਮੈਂ ਤਾਂ ਕਹਿੰਦਾ ਕਿ ਜਿਹੜਾ ਹੈਗਾ ਨਾ ਹੈਰਾਨੀ ਹੋ ਜਾਂਦੀ ਹੈ। ਮੇਰੀਆਂ ਅੱਖਾਂ ਇਸ ਤਰ੍ਹਾਂ ਅੱਡੀਆਂ ਹੀ ਰਹਿ ਜਾਂਦੀਆਂ ਵੀ ਮਾਲਕ ਪਰਮਾਤਮਾ ਇਸ ਲੈਵਲ ਤੇ ਜਿਹੜਾ ਗਿਆਨ ਨੂੰ ਉਚਾਈ ਵੱਲ ਹੀ ਜਾ ਰਿਹਾ ਹੈ। ਗਿਆਨ ਪਰਮਾਤਮਾ ਮਿਹਰ ਕਰੇ ਜੀ, ਆਪਣੇ ਹਿਰਦੇ 'ਚ ਵਸੇ। ਬਸ ਆਹੀ ਬੇਨਤੀ ਹੈ। ਹਾਂ, ਦੇਖ ਲਓ ਨਿਜਰ ਸਾਹਿਬ, ਇੱਕ ਜਿਹੜਾ ਵੇਖ ਲਓ ਅੰਦਰੋਂ ਕਹਿੰਦੇ ਮੋਹ ਟੁੱਟਾ। ਅੰਦਰੋਂ ਇੱਕ ਤੇ ਆਪਾਂ ਤੇ ਫਲ ਨੂੰ ਰੁੱਖ ਤੋਂ ਤੋੜਤਾ, ਇੱਕ ਜਿਹੜਾ ਫਲ ਆ ਉਹ ਪੱਕ ਕੇ ਟੁੱਟ ਜੇ, ਆਪੇ ਲੱਗ ਹੋ ਜੇ, ਬੜਾ ਫਰਕ ਜੇ ਬਹੁਤ। ਜਿੰਨਾ ਚਿਰ ਇਹ ਫਲ ਅੰਦਰੋਂ ਨਹੀਂ ਨਾ ਪੱਕਦਾ, ਉਹਦਾ ਅੰਦਰ ਜਿਹੜਾ ਦੇਖੋ ਜਿੰਨਾ ਚਿਰ ਫਲ ਰਸ ਪੀਂਦੇ ਆ ਨਾ ਤੇ ਉਹਨੇ ਨਹੀਂ ਉਹ ਲੱਗ ਹੋਣਾ ਰੁੱਖ ਤੋਂ। ਇਹ ਜਦੋਂ ਨਾਮ ਪ੍ਰਗਟ ਹੋਇਆ ਤੇ ਇਹਨੇ ਫਿਰ ਉਹਦੀ ਪੂਰਤੀ ਕਰਨੀ ਉਹਦੀ ਔਗਣਾ ਦੀ। ਉਹ ਫਿਰ ਔਗਣ ਸ਼ਾਂਤ ਹੋ ਜਾਣੇ, ਮੁੜ ਕੇ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ। ਫਿਰ ਉਹ ਚੀਜ਼ਾਂ ਹੈਗੀਆਂ ਜਾਂ ਨਹੀਂ ਹੈਗੀਆਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤੁਸੀਂ ਆਨੰਦ ਤੋਂ ਵੀ ਅੱਗੇ ਚੱਲ ਗਏ ਨਾ। ਫਿਰ ਹਾਲ ਤੇ ਆਪਾਂ ਨੂੰ ਚੰਗਾ ਲੱਗਦਾ ਨਾ ਕੋਈ ਕੰਮ ਕਰਦੇ ਆ, ਚੀਜ਼ਾਂ ਭੌਤਿਕ ਚੀਜ਼ਾਂ, ਇਹ ਨਹੀਂ ਆਪਾਂ ਸੰਸਾਰ ਤੋਂ ਭੱਜਣਾ, ਸੰਸਾਰ ਏਦਾਂ ਹੀ ਚੱਲਣਾ, ਸਾਰਾ ਕੁਝ ਏਦਾਂ ਹੀ ਚੱਲੂ। ਪਰ ਅਟੈਚਮੈਂਟ ਇੰਨੀ ਹੋਊਗੀ ਜਿੱਦਾਂ ਖੀਰੇ ਦਾ ਫੁੱਲ ਲੱਗਾ ਹੁੰਦਾ ਨਾ, ਖੀਰੇ ਦੇ ਨਾਲ ਉਹਨਾਂ ਤੋਂ ਜੁੜਿਆ ਵੀ ਨਹੀਂ ਤੇ ਅਲੱਗ ਵੀ ਨਹੀਂ ਨਿਜਰ ਸਾਹਿਬ। ਬਿਲਕੁਲ ਬਿਲਕੁਲ ਹੀ ਮਹਾਰਾਜਾ ਲੱਗਾ ਹੱਥ ਤੇ ਨਾਲ ਹੀ ਡਿੱਗ ਜਾਣਾ। ਬਸ ਉਹਨਾਂ ਕਜੋੜ ਜਾਓ, ਤੁਹਾਨੂੰ ਕੋਈ ਦੁਨੀਆ ਭਰ ਦੀਆਂ ਗਾਲਾਂ ਕੱਢ ਜੇ, ਉਹ ਖੀਰੇ ਤੋਂ
ਵੀ ਘੱਟ ਤੁਹਾਡੇ ਅੰਦਰ ਹਲਚਲ ਪੈਦਾ ਹੋਣੀ ਹੈ, ਇੰਨੀ ਮਾੜੀ ਜੀ ਬਸ। ਇਹ ਤੁਹਾਡੇ ਮਨ ਚ ਇੰਨਾ ਹੋਣਾ ਕਿ ਵਿਚਾਰੇ ਨੂੰ ਪਤਾ ਨਹੀਂ ਬਸ ਜੋ ਬੋਲ ਰਿਹਾ। ਇਹ ਅਵਸਥਾ ਜਿਹੜੀ ਜਦੋਂ ਬਣਨੀ ਆ ਤੁਹਾਡੇ ਅੰਦਰ ਹੌਲੀ ਹੌਲੀ ਬਣਨੀ ਸ਼ੁਰੂ ਹੋ ਗਈ, ਆਲਮੋਸਟ ਤੁਹਾਡੀ 2-4% 5%। ਹੁਣ ਮੀਂਹ ਪੈਣਾ ਹੋਵੇ ਇੱਕਦਮ ਥੋੜੀ ਬੱਦਲ ਵਰ ਜਾਂਦਾ, ਪਹਿਲਾਂ ਮਾੜੀ ਮੋਟੀ ਬਿਜਲੀ ਕੜਕਦੀ ਆ, ਬੱਦਲ ਆਉਂਦੇ ਆ, ਕਾਲੀਆਂ ਰਾਤਾਂ ਪੈਂਦੀਆਂ, ਛਾਵਾਂ ਜੀਆਂ ਆ ਜਾਂਦੀਆਂ ਨੇ ਜੀ ਸਾਹਿਬ, ਰਾਈਟ? ਬਿਲਕੁਲ ਇਸੇ ਤਰ੍ਹਾਂ ਹੀ ਤੁਹਾਡੀ ਸਾਧਨਾ ਹੈ। ਇੱਕੋ ਦਮ ਥੋੜੀ ਆਤਮ ਗਿਆਨ ਤੁਹਾਨੂੰ ਪ੍ਰਾਪਤ ਹੋ ਜਾਣਾ, ਉਸ ਤੋਂ ਪਹਿਲਾਂ ਕਈ ਸੰਕੇਤ ਮਿਲਣੇ ਆ ਤੁਹਾਨੂੰ। ਹਵਾ ਚੱਲਦੀ ਆ, ਇਸੇ ਤਰ੍ਹਾਂ ਤੁਹਾਨੂੰ ਛੋਟੇ ਛੋਟੇ ਅਨੁਭਵ ਹੋਣੇ ਸ਼ੁਰੂ ਹੋ ਜਾਣੇ, ਛੋਟੇ ਛੋਟੇ ਮਾੜੇ ਮੋਟੇ ਜਿਹੜੇ ਉਗਣੇ ਤੁਹਾਨੂੰ ਪਤਾ ਲੱਗਣਾ ਕਿ ਉਹ ਤੇ ਮੇਰੇ ਤੋਂ ਦੂਰ ਹੋ ਰਹੇ ਨੇ, ਆਪੇ ਦੂਰ ਜਾ ਰਹੇ। ਔਰ ਜਿਵੇਂ ਜਿਵੇਂ ਪਿਉਰੀਫਿਕੇਸ਼ਨ ਹੋਈ ਜਾਣਾ ਹੈ, ਔਰ ਉਹ ਤੁਹਾਡਾ ਜਿਹੜੀ ਫਿਲਮ ਹੈ ਨਾ, ਜਿਹੜਾ ਚਿੱਤ ਆ, ਇਹਨੇ ਹੌਲੀ ਹੌਲੀ ਕਰਕੇ ਇਹਨੇ ਬਿਲਕੁਲ ਸ਼ੀਸ਼ੇ ਦਾ ਰੂਪ ਧਾਰਨ ਕਰ ਲੈਣਾ। ਫਿਰ ਸ਼ੀਸ਼ਾ ਜਿਹੜਾ ਕਿਸੇ ਨੂੰ ਗ੍ਰਹਿਣ ਨਹੀਂ ਕਰਦਾ ਹੁੰਦਾ, ਉਹਦੇ ਅੰਦਰ ਹੀ ਆ ਸਭ ਕੁਝ, ਪਰ ਉਹ ਇਹਨੂੰ ਫੜਦਾ ਨਹੀਂ, ਇਹਨੂੰ ਚਿਪਕਦਾ ਨਹੀਂ। ਜੋ ਵੀ ਹੋ ਗਿਆ ਹੋ ਗਿਆ, ਜੋ ਵੀ ਲੰਘ ਗਿਆ, ਉਹਦੇ ਕੁਝ ਠਹਿਰਦੀ ਨਹੀਂ ਹੈ ਮੁੜ। ਉਹ ਇੰਨਾ ਸ਼ੁੱਧ ਚਿੱਤ ਹੋ ਜਾਣਾ ਤੁਹਾਡਾ, ਉਹਨੂੰ ਕਹਿੰਦੇ ਚਿੱਤ ਵ੍ਰਿਤੀ ਨਿਰੋਧ, ਜਿੱਥੇ ਸਾਰੀਆਂ ਵ੍ਰਿਤੀਆਂ ਬੰਦ, ਕੋਈ ਅਟੈਚਮੈਂਟ ਨਹੀਂ, ਨਾ ਤੇ ਅੱਗਾ ਹੈਗਾ ਨਾ ਪਿੱਛੇ ਹੈਗਾ, ਜੋ ਸਾਹਮਣੇ ਹੈਗਾ ਉਹ ਦਿਖਦਾ ਪਿਆ ਵਾ, ਪਰ ਉਹਦੇ ਨਾਲ ਵੀ ਕੋਈ ਅਟੈਚਮੈਂਟ ਨਹੀਂ। ਜਿੱਦਾਂ ਸ਼ੀਸ਼ੇ ਦੇ ਉੱਤੇ ਪਿਕਚਰ ਦੀ ਦੋਸਤੀ ਹੁੰਦੀ ਹੈ ਨਾ, ਉਨੀ ਕੀ ਦੋਸਤੀ ਜੀ ਸਾਹਿਬ। ਬਿਲਕੁਲ, ਮਤਲਬ ਕੋਈ ਮੋਹ ਨਹੀਂ ਹੈਗਾ ਕਿ ਉਹਨੇ ਜੁੜਿਆ ਨਹੀਂ, ਉਹ ਬਸ ਉੱਤੇ ਦਿਖਦਾ ਪਿਆ ਵਾ, ਪਰ ਅਟੈਚਮੈਂਟ ਕੋਈ ਨਹੀਂ ਹੈਗੀ। ਇਹੋ ਹੀ ਅੰਦਰੋਂ ਜਿਹੜਾ ਮੋਹ ਟੁੱਟਣਾ ਵਾ, ਇਹ ਤੁਹਾਡੇ ਅੰਦਰੋਂ ਜਦੋਂ ਟੁੱਟੂਗਾ ਫਿਰ ਤੁਹਾਡਾ ਜੀਵਨ ਏਦਾਂ ਦਾ ਹੋ ਜਾਊਗਾ। ਠੀਕ ਹੈ ਨਾ ਜੀ ਸਾਹਿਬ? ਬਹੁਤ ਵਧੀਆ ਜੀ, ਬਹੁਤ ਵਧੀਆ।